ਸੋ ਉਹਨਾਂ ਨੂੰ ਇਹ ਲੱਗਿਆ ਕਿ ਜੇਕਰ ਇਸ ਕੌਮ ਦੇ ਬੰਦਿਆਂ ਨੂੰ ਸ਼ਹੀਦ ਕਰੋਗੇ ਤੇ ਉਹ 100 ਗੁਣਾ ਹੋ ਕੇ ਫੈਲਣਗੇ। ਪਤਾ ਕੀ ਆ, ਸਾਨੂੰ ਇਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਨਹੀਂ ਲਾਉਣੀਆਂ ਚਾਹੀਦੀਆਂ ਕਿ ਵੀ ਆਰ ਪੰਜਾਬੀ, ਪੰਜਾਬੀ ਸਭ ਤੋਂ ਉੱਪਰ ਕਰੋ, ਇਹ ਕਰੋ। ਜਿੱਥੇ ਜਾਇਜ਼ ਹੈ ਕਰੋ, ਜਿੱਥੇ ਨਹੀਂ ਜਾਇਜ਼ ਮੰਨਣਾ ਚਾਹੀਦਾ ਕਿ ਨਹੀਂ ਇੱਥੇ ਇੰਗਲਿਸ਼ ਠੀਕ ਹੈ, ਨਹੀਂ ਇੱਥੇ ਉਰਦੂ ਠੀਕ ਹੈ, ਨਹੀਂ ਇੱਥੇ ਹਿੰਦੀ ਠੀਕ ਹੈ। ਤਾਂ ਸਰੂਰ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਪ੍ਰਦੇਸ਼ ਦੇ ਸਾਰੇ ਦਰਸ਼ਕਾਂ ਦਾ ਸਿੱਖ ਚੈਨਲ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ ਹੈ। ਔਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੀ ਖੁਸ਼ਬੂ, ਪੰਜਾਬ ਦੀਆਂ ਯਾਦਾਂ ਸਾਡੇ ਜ਼ਿਹਨ ਦੇ ਵਿੱਚ ਇੱਕਦਮ ਛਾ ਜਾਂਦੀਆਂ ਨੇ ਔਰ ਸਾਨੂੰ ਮਸਤ ਕਰ ਦਿੰਦੀਆਂ ਨੇ। ਇਹੋ ਜਿਹੀ ਮਸਤੀ ਲੈ ਕੇ ਸਾਡੇ ਕੋਲ ਪਹੁੰਚੇ ਹਨ ਦੇਸ਼ ਪੰਜਾਬ ਤੋਂ ਸਾਡੇ ਬਹੁਤ ਹੀ ਪਿਆਰੇ ਛੋਟੇ ਵੀਰ ਸਤਿੰਦਰ ਸਰਤਾਜ। ਆਓ ਅਸੀਂ ਕਰੀਏ ਉਹਨਾਂ ਦਾ ਸਵਾਗਤ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿੰਦਰ ਨੇ ਬਹੁਤ ਸਾਰੀਆਂ ਇੰਟਰਵਿਊਜ਼ ਦਿੱਤੀਆਂ ਹੋਣਗੀਆਂ ਸਾਰੀ ਦੁਨੀਆ ਦੇ ਵਿੱਚ, ਜਿੱਥੇ ਜਿੱਥੇ ਵੀ ਗਿਆ ਹੈਗਾ ਜੀ, ਤੇ ਬੜਾ ਤਜਰਬਾ ਹੈ ਤੁਹਾਡਾ ਜੀ। ਪੰਜਾਬ ਤੋਂ ਬਾਹਰ ਆ ਕੇ ਕਿੱਦਾਂ ਮਹਿਸੂਸ ਕਰਦੇ ਆ ਤੁਸੀਂ? ਹਾਂਜੀ, ਬੜੀ ਅਪਣੱਤ ਮਿਲਦੀ ਹੈ ਜੀ ਹਮੇਸ਼ਾ, ਕਿਉਂਕਿ ਜਦੋਂ ਤੁਸੀਂ ਜਿਹੜੀ ਚੀਜ਼ ਤੋਂ ਦੂਰ ਹੁੰਦੇ ਆ, ਜਦੋਂ ਤੁਸੀਂ ਦੇਸ਼ ਪੰਜਾਬ ਨੂੰ ਦੇਸ਼ ਪੰਜਾਬ ਤਾਂ ਹੀ ਕਹੋਗੇ ਜਦੋਂ ਤੁਸੀਂ ਦੇਸ਼ ਪੰਜਾਬ ਤੋਂ ਬਾਹਰ ਹੋਵੋਗੇ। ਨਹੀਂ ਤਾਂ ਜਿੱਥੋਂ ਕਹਿੰਦੇ ਹੁੰਦੇ ਕਿ ਇੱਕ ਵਾਰੀ ਇੱਕ ਕਹਾਣੀ ਹੈ ਛੋਟੀ ਜਿਹੀ, ਕੋਈ ਚਕੋਰ ਸੀ ਔਰ ਉਹ ਚੰਦ ਨੂੰ ਵੇਖਦੀ ਕਿ ਕਿੱਡਾ ਸੋਹਣਾ ਚੰਦ ਹੈ ਤੇ ਪਰ ਕਿੰਨਾ ਦੂਰ ਆ, ਤੇ ਜਦੋਂ ਕਿਸੇ ਨੇ ਉਹਨੂੰ ਚਕੋਰ ਨੂੰ ਚੱਕ ਕੇ ਚੰਦ ਦੇ ਉੱਤੇ ਰੱਖ ਦਿੱਤਾ ਤੇ ਫਿਰ ਉਹ ਉੱਪਰ ਦੇਖਣ ਲੱਗ ਗਈ ਕਿ ਮੇਰਾ ਚੰਦ ਕਿਤੇ ਦਿਖਦਾ ਨਹੀਂ ਹੈ ਨਾ। ਸੋ ਅਸੀਂ ਚੰਦ ਤੇ ਰਹਿੰਦੇ ਆ, ਸਾਡਾ ਪੰਜਾਬ ਏਡਾ ਖੂਬਸੂਰਤ ਆ, ਪਰ ਅਸੀਂ ਉਹਦੀ ਅਹਿਮੀਅਤ ਮਹਿਸੂਸ ਨਹੀਂ ਕਰਦੇ ਜਦੋਂ ਤੁਸੀਂ ਚੰਦ ਤੋਂ ਦੂਰ ਹੁੰਦੇ ਆ। ਤੇ ਜਦੋਂ ਤੁਸੀਂ ਪ੍ਰਦੇਸ਼ਾਂ 'ਚ ਰਹਿੰਦੇ ਆ ਤੇ ਤੁਸੀਂ ਉਹਦੀ ਖੁਸ਼ਬੂ ਲਈ ਤਰਸਦੇ ਵੀ ਹੋ, ਉਹਦੀ ਮਹਿਕ ਲਈ ਤਰਸਦੇ ਵੀ ਹੋ। ਸਤਿੰਦਰ ਦੇ ਕੋਲ ਸਭ ਤੋਂ ਪਹਿਲਾਂ ਕੀ ਆਇਆ, ਸ਼ਾਇਰੀ, ਗਾਇਕੀ ਜਾਂ ਲੋਕ ਨਾਚ? ਗਾਇਕੀ ਸਭ ਤੋਂ ਪਹਿਲਾਂ ਆਈ ਹੈ ਜੀ। ਹਾਂਜੀ ਹਾਂ, ਤੇ ਮੈਂ ਬਚਪਨ 'ਚ ਹੀ ਪਹਿਲਾਂ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ, ਕਦੀ ਪ੍ਰਭਾਤ ਫੇਰੀ 'ਚ ਗਾ ਲਿਆ, ਕਦੀ ਗੁਰੂ ਮਹਾਰਾਜ ਦੇ ਪ੍ਰਕਾਸ਼ ਉਤਸਵ 'ਤੇ ਗਾ ਲਿਆ, ਤੇ ਫਿਰ ਹੌਲੀ ਹੌਲੀ ਸਕੂਲ ਦੇ ਲੈਵਲ 'ਤੇ ਤੁਸੀਂ ਬਾਲ ਸਭਾ 'ਚ, ਫਿਰ ਸਟੇਟ ਲੈਵਲ, ਡਿਸਟ੍ਰਿਕਟ ਲੈਵਲ ਦਾ ਕੰਪੀਟੀਸ਼ਨ ਹੌਲੀ ਹੌਲੀ ਕਰਦੇ ਰਹੇ। ਸ਼ਾਇਰੀ ਤਾਂ ਬਹੁਤ ਬਾਅਦ 'ਚ 2003-04 'ਚ ਜਦੋਂ ਮੈਂ ਡਾਕਟਰੇਟ ਸ਼ੁਰੂ ਕੀਤੀ ਉਦੋਂ ਹੋਈ। ਅੱਜ ਥੋੜ੍ਹੀਆਂ ਅਸੀਂ ਗੱਲਾਂ ਤੁਹਾਡੇ ਜਿਹੜੇ ਸ਼ੌਕ ਤੋਂ ਹਟ ਕੇ ਥੋੜ੍ਹੀਆਂ ਕਰਾਂਗੇ, ਕਿਉਂਕਿ ਬਹੁਤ ਸਾਰੇ ਦਰਸ਼ਕਾਂ ਨੇ ਤੁਹਾਨੂੰ ਦੇਖਿਆ ਹੈ, ਸੁਣਿਆ ਹੈ ਜੀ ਇੰਟਰਨੈਟ ਦੇ ਉੱਤੇ, ਯੂਟਿਊਬ ਦੇ ਉੱਤੇ। ਇਹ ਗੱਲ ਕਰਾਂਗੇ ਕਿ ਇਨਸਾਨ ਦੀ ਜ਼ਿੰਦਗੀ ਵਿੱਚ ਮਾਤ ਭਾਸ਼ਾ ਦਾ ਕੀ ਰੋਲ ਹੈ, ਕੀ ਅਹਿਮੀਅਤ ਹੈ? ਹਾਂ, ਉਹਦੇ ਵਿੱਚ ਅਹਿਮੀਅਤ ਦੱਸਣ ਦੀ ਜ਼ਰੂਰਤ ਨਹੀਂ ਹੈ। ਜਦੋਂ ਤੁਹਾਡੀ ਪਰਵਰਿਸ਼ ਹੁੰਦੀ ਹੈ, ਜਿਸ ਵੀ ਚੀਜ਼ ਦੇ ਨਾਲ ਤੁਸੀਂ ਆਪਣੇ ਖਿਆਲ ਜਾਂ ਆਪਣੇ ਅਹਿਸਾਸ ਬਿਆਨ ਕਰ ਸਕੋ। ਹੁਣ ਪੰਛੀਆਂ ਦੀ ਜ਼ੁਬਾਨ ਤਾਂ ਆਪਣੀ ਹੁੰਦੀ ਹੈ, ਪਰ ਅਸੀਂ ਸਮਝਦੇ ਨਹੀਂ ਹਾਂ। ਕਈ ਜਿਹੜੇ ਬੋਲ ਨਹੀਂ ਸਕਦੇ, ਉਹਨਾਂ ਦੇ ਇਸ਼ਾਰਿਆਂ ਦੀ ਜ਼ੁਬਾਨ ਹੁੰਦੀ ਹੈ। ਪਰ ਅਸੀਂ ਬਹੁਤ ਵਡਭਾਗੀ ਹਾਂ। ਮੈਂ ਇੱਕ ਵਾਰੀ ਲਿਖਿਆ ਸੀਗਾ ਕਿ ਮੈਂ ਕਿਸ ਦਾ ਸ਼ੁਕਰ ਕਰਾਂ ਜ਼ੁਬਾਨਾਂ ਦੇ ਬਦਲੇ, ਇਹ ਅਹਿਸਾਸਾਂ ਵਾਲੇ ਜਹਾਨਾਂ ਦੇ ਬਦਲੇ। ਇਹ ਸ਼ਾਇਦ ਅਨੋਖਾ ਏ, ਸਦਾ ਚੋ ਸਕਦੇ ਹਾਂ, ਸਾਡੀ ਖੂਬੀ ਏ, ਅਸੀਂ ਰੋ ਸਕਦੇ ਹਾਂ, ਦਿਲਾਂ ਦੇ ਦਰਦਾਂ ਨੂੰ ਇਵੇਂ ਧੋ ਸਕਦੇ ਹਾਂ। ਅਸੀਂ ਕਦੀ ਮਹਿਸੂਸ ਨਹੀਂ ਕਰਦੇ ਕਿ ਇਹ ਜ਼ੁਬਾਨ ਜਦੋਂ ਬਣੀ, ਜਦੋਂ ਊੜਾ ਐੜਾ ਬਣਿਆ ਹੋਏਗਾ, ਜਾਂ ਕਿਸੇ ਦੇ ਵੀ ਜੇ ਅਲਫ ਬੇ ਪੇਟੇ ਜਾਂ ABC ਬਣੀ ਹੋਏਗੀ, ਤੇ ਅਸਮਾਨ ਨੂੰ ਅਸਮਾਨ ਕਿਉਂ ਕਿਹਾ ਗਿਆ, ਉਹਦੇ ਪਿੱਛੇ ਵਜ੍ਹਾ ਕੀ ਹੋਏਗੀ। ਨੀਲੇ ਨੂੰ ਨੀਲਾ ਕਿਉਂ ਕਿਹਾ ਗਿਆ, ਪੀਲਾ ਕਿਹਾ ਜਾ ਸਕਦਾ ਸੀ, ਗੁਲਾਬੀ ਕਿਹਾ ਜਾ ਸਕਦਾ ਸੀ। ਸੋ ਉਹ ਤਸ਼ਬੀਹਾਂ ਦੇ ਕੇ ਉਹਨਾਂ ਨੇ ਕਿਸੇ ਚੀਜ਼ ਦੀ ਬਿਆਨ ਨਹੀਂ ਕਰਤੀ, ਤੇ ਉਹ ਸਾਡੇ ਮਸਤਕ 'ਚ, ਸਾਡੇ ਜ਼ਹਿਨ 'ਚ, ਸਾਡੀ ਮਤਲਬ ਕੌਨਸ਼ੀਅਸ, ਅਨਕੌਨਸ਼ੀਅਸ ਜਾਂ ਸਬਕੌਨਸ਼ੀਅਸ ਛਪ ਗਈਆਂ। ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਸੋਚਣ ਦੀ ਜ਼ਰੂਰਤ ਨਹੀਂ ਪੈਂਦੀ, ਅਸੀਂ ਬੇਮੁਹਾਰੇ ਬੋਲਦੇ ਹਾਂ। ਸੋ ਇਹੀ ਅਹਿਮੀਅਤ ਹੈ। ਅਸੀਂ ਕਿੱਡੇ ਵਡਭਾਗੀ ਹਾਂ ਕਿ ਸਾਨੂੰ ਕਹਿਣ ਦੇ ਲਈ, ਚਾਹੇ ਜਿਹੜਾ ਲੋਕ ਕਹਿੰਦੇ ਆ ਕਿ ਜੀ ਸੰਗੀਤ ਦੀ ਕੋਈ ਜ਼ੁਬਾਨ ਨਹੀਂ ਹੁੰਦੀ, ਇਸ ਕਰਕੇ ਸੰਗੀਤ ਸਭ ਤੋਂ ਉੱਤਮ ਹੈ। ਬਿਲਕੁਲ ਹੈਗੀ ਹੈ, ਜਦੋਂ ਤੁਸੀਂ ਅਨਹਦ ਨਾਦ ਸੁਣ ਰਹੇ ਹੋਵੋ, ਪਰ ਉਸ ਤੋਂ ਥੱਲੇ ਥੱਲੇ ਸ਼ਬਦ ਦੀ ਅਹਿਮੀਅਤ ਹੈ ਸਾਰੀ। ਤਾਂ ਹੀ ਗੁਰਬਾਣੀ ਸਾਰੀ ਸ਼ਬਦ ਦੇ ਵਿੱਚ ਹੈ। ਤੁਸੀਂ ਚੁੱਪ ਉਦੋਂ ਕਰੋਗੇ ਜਦੋਂ ਐਨਲਾਈਟਨ ਹੋ ਜਾਓਗੇ। ਸੋ ਇਸ ਕਰਕੇ ਉੱਥੇ ਤੱਕ ਮਾਂ ਬੋਲੀ ਤੁਹਾਡੇ ਨਾਲ ਜਾਏਗੀ। ਸੋ ਉਹ ਐਡੀ ਖੂਬਸੂਰਤ ਅਹਿਮੀਅਤ ਹੈ ਉਹਦੀ। ਯੂਨੈਸਕੋ ਨੇ ਬਹੁਤ ਸਮਾਂ ਪਹਿਲਾਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਸਥਾਪਿਤ ਕੀਤਾ ਜੀ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਬਾਰੇ ਤੁਸੀਂ, ਜਾਂ ਉਹਦੇ ਇਤਿਹਾਸ ਬਾਰੇ? ਸਾਡੇ ਹੁਣੇ 21 ਫਰਵਰੀ ਨੂੰ ਮਨਾਇਆ ਗਿਆ ਜੀ ਮਾਂ ਬੋਲੀ ਦਿਵਸ। ਹਾਂ, ਪੰਜਾਬ 'ਚ ਵੀ ਅਸੀਂ ਇੱਕ ਚੈਨਲ ਨੇ ਸਾਨੂੰ ਸਾਰਿਆਂ ਨੂੰ, ਸੁਰਜੀਤ ਪਾਤਰ ਸਾਹਿਬ ਬਹੁਤ ਵੱਡੀਆਂ ਸ਼ਖਸੀਅਤਾਂ, ਸਭ ਤੋਂ ਸਾਰੇ ਸੀਨੀਅਰ ਬੈਠੇ ਸੀਗੇ, ਜ਼ੁਬਾਨ 'ਤੇ ਗੱਲ ਹੋ ਰਹੀ ਸੀ। ਸੋ ਜਿਹੜੇ ਮੈਨੂੰ ਲੱਗਦਾ ਇਹ ਖਦਸ਼ੇ ਇਸ ਕਰਕੇ ਪੈਦਾ ਹੁੰਦੇ ਆ ਕਿ ਅੱਛਾ ਕਿਤੇ ਜ਼ੁਬਾਨ ਮਰ ਨਾ ਜਾਵੇ, ਮੇਰੇ ਖਿਆਲ 'ਚ ਤਾਂ ਹੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਯਾਦ ਰੱਖੀਏ। ਯਾਦ ਉਹਨੂੰ ਰੱਖੀਦਾ ਹੁੰਦਾ ਜਿਹੜੀ ਭੁੱਲ ਜਾਵੇ। ਤਾਂ ਮੈਨੂੰ ਨਹੀਂ ਲੱਗਦਾ ਅਸੀਂ ਜ਼ੁਬਾਨ ਕਦੀ ਭੁੱਲਾਂਗੇ। ਭੁੱਲਣ ਵਾਲੀ ਜਿਹੜੀ ਚੀਜ਼ ਆ ਉਹ ਲਿਪੀ ਆ, ਜਿਹੜੀ ਕਿ ਜਿਹਦਾ ਕਿ ਘਾਣ ਹੋਣ ਦੀ ਸੰਭਾਵਨਾ ਹੈਗੀ ਆ।
ਹੁਣ ਤੁਸੀਂ ਪ੍ਰਦੇਸਾਂ 'ਚ ਬੈਠੇ ਹੋ ਚਾਹੇ ਪੰਜਾਬ 'ਚੋਂ, ਤੁਸੀਂ ਸਰਵੇ ਕਰ ਲਓ ਕਿੰਨੇ ਲੋਕਾਂ ਨੂੰ ਗੁਰਮੁਖੀ ਲਿਖਣੀ ਆਉਂਦੀ ਹੋਗੀ, ਊੜਾ ਐੜਾ ਆਉਂਦਾ ਹੋਏਗਾ। ਮੈਂ ਇਹ ਕਿਹਾ ਸੀਗਾ ਕਿ ਜਿਨ੍ਹਾਂ ਕੋਲ ਨੇ ਜ਼ੁਬਾਨਾਂ ਉਹੀ ਕਰਦੇ ਨੇ ਰਾਜ, ਤਾਂ ਹੀ ਗੀਤ ਲਿਖੇ ਜਾਣੇ ਤਾਂ ਹੀ ਗਾਊ ਸਰਤਾਜ, ਕਿਤੇ ਗੁੰਮ ਹੀ ਨਾ ਜਾਵੇ ਪਹਿਚਾਣ ਦੋਸਤੋ, ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ, ਛੇਤੀ ਸਾਂਭ ਲਓ ਨਾ ਛੱਡ ਜੇ ਪ੍ਰਾਣ ਦੋਸਤੋ, ਇਸ ਸਿਹਾਰੀਆਂ ਵਿਹਾਰੀਆਂ ਨੂੰ ਸਹੀ ਥਾਂ ਤੇ ਜੋੜ, ਤੈਨੂੰ ਆਖਦੇ ਅੱਖਰ ਸਾਨੂੰ ਲਫ਼ਜ਼ਾਂ ਦੀ ਲੋੜ, ਜਿਵੇਂ ਹਾਣ ਨੂੰ ਪਿਆਰਾ ਹੁੰਦਾ ਹਾਣ ਦੋਸਤੋ। ਸੋ ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ। ਅਸੀਂ ਸੜਕਾਂ ਤੇ ਜਾਂਦੇ ਹਾਂ, ਕਈ ਵਾਰੀ ਦਿੱਲੀ ਜਾਂਦੇ ਹਾਂ ਜਾਂ ਪੰਜਾਬ 'ਚ ਵੀ, ਉੱਥੇ ਲਫ਼ਜ਼ ਬਹੁਤ ਗਲਤ ਤਰੀਕੇ ਨਾਲ ਲਿਖੇ ਹੁੰਦੇ ਆ। ਸੋ ਜਦੋਂ ਤੁਸੀਂ ਉਹ ਦੇਖਦੇ ਆ, ਬੀਇੰਗ ਸਕਾਲਰ ਨਹੀਂ ਕਹਿਣਾ ਚਾਹੀਦਾ, ਚਲੋ ਥੋੜ੍ਹੇ ਬਹੁਤ ਪੜ੍ਹੇ ਲਿਖੇ ਜੋ ਵੀ ਤੁਸੀਂ ਹੈਗੇ ਆ, ਤੁਹਾਨੂੰ ਲੱਗਦਾ ਕਿ ਯਾਰ ਇਹ ਇੱਦਾਂ ਨਹੀਂ ਇੱਦਾਂ ਲਿਖਣਾ ਚਾਹੀਦਾ ਸੀ, ਇਹਦੇ ਜੱਜੇ ਪਰ ਬਿੰਦੀ ਨਹੀਂ ਪਾਈ, ਇਹਦੀ ਸਿਆਰੀ ਗਲਤ ਪਾਤੀ। ਸੋ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਤੰਗ ਕਰਦੀਆਂ ਨੇ। ਪਰ ਜੇ ਕਈ ਵਾਰੀ ਲੋਕਾਂ ਨੂੰ ਕਨਵੇ ਹੋ ਜਾਂਦੀ ਹੈ ਚੀਜ਼, ਜੇ ਹੁਣ ਹਵੇਲੀ ਲਿਖਿਆ ਤੇ ਉਹ ਪਤਾ ਹੈ ਕਿ ਹਵੇਲੀ ਹੈ ਬੇਸਿਕਲੀ, ਹੈ ਨਾ, ਉਹ ਹੇਵਲੀ ਨਹੀਂ ਹੈਗਾ। ਸਮਟਾਈਮਜ਼ ਉਹ ਲਿਖ ਦਿੰਦੇ ਹਾਏ ਤੇ, ਕਿਉਂਕਿ ਜਦੋਂ ਹਰਿਆਣੇ 'ਚ ਜਾਓਗੇ ਉਹਨਾਂ ਨੇ ਤਰਜਮਾ ਉੱਦਾਂ ਹੀ ਕਰਨਾ ਹਿੰਦੀ ਦੇ ਹਿਸਾਬ ਨਾਲ। ਸੋ ਕਿਤੇ ਉਹਨਾਂ ਦੀ ਵੀ ਗਲਤੀ ਨਹੀਂ ਹੈਗੀ, ਪਰ ਜੇ ਦਰੁਸਤ ਹੋ ਜੇ ਤੇ ਇਹਦੇ ਵਰਗੀ ਰੀਸ ਨਹੀਂ, ਕਿਉਂਕਿ ਜਿਹੜੀ ਜਦੋਂ ਚੀਜ਼ ਪ੍ਰੋਪਰ, ਜਿਹਨੂੰ ਕੀ ਕਹਿੰਦੇ ਹੁੰਦੇ, ਪਰਫੈਕਸ਼ਨ 'ਚ ਹੋਵੇ, ਉਹਦੀ ਲਜ਼ਤ ਹੋ ਰਿਹਾ। ਤੁਸੀਂ ਹੁਣੇ ਹੀ ਸਾਨਾਂ ਦੀ ਗੱਲ ਕੀਤੀ ਆ, ਔਰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ ਜੀ ਕਿ ਪੰਜਾਬੀ ਦਾ ਜਿਹੜਾ ਸਥਾਨ ਆ ਉਹ ਬੋਰਡ ਦੇ ਉੱਤੇ ਹੋਣਾ ਚਾਹੀਦਾ ਆ ਤੇ ਬਾਕੀ ਦੀਆਂ ਜ਼ਬਾਨਾਂ ਥੱਲੇ ਹੋਣੀਆਂ ਚਾਹੀਦੀਆਂ। ਉਹਦੇ ਬਾਰੇ ਤੁਸੀਂ ਕੀ ਮਹਿਸੂਸ ਕੀਤਾ ਉਹ ਲਹਿਰ ਬਾਰੇ? ਮੈਂ ਉਦੋਂ ਪੰਜਾਬ ਤੋਂ ਬਾਹਰ ਸੀ ਜੀ, ਮੈਂ ਬੋਰਡ ਵੀ ਨਹੀਂ ਦੇਖੇ ਤੇ ਉਸ ਲਹਿਰ ਬਾਰੇ ਵੀ ਮੇਰੇ ਇੰਨੇ ਜ਼ਿਆਦਾ ਇਲਮ ਨਹੀਂ ਹੈਗਾ। ਪਰ ਓਬਵੀਅਸ ਗੱਲ ਹੈ, ਕਿਉਂਕਿ ਜੇ ਤੁਸੀਂ ਇਹ ਛੱਡੋ ਕਿ ਅਸੀਂ ਪੰਜਾਬੀ ਇਸ ਕਰਕੇ ਪੰਜਾਬ ਦੀ ਗੱਲ ਕਰ ਰਹੇ ਹਾਂ, ਤੁਸੀਂ ਇਨ ਜਨਰਲ ਇਨ ਹਿਊਮਨ ਤੌਰ ਤੇ ਦੇਖੋ ਕਿ ਜਿਸ ਧਰਤੀ ਤੇ ਤੁਸੀਂ ਖੜੇ ਹੋ ਉਸ 'ਤੇ ਸਭ ਤੋਂ ਵੱਧ ਭਾਸ਼ਾ ਲੋਕਾਂ ਨੂੰ ਕਿਹੜੀ ਆਉਂਦੀ ਹੈ, ਉਸ ਨਜ਼ਰੀਏ ਨਾਲ ਦੇਖੋ। ਇੱਦਾਂ ਰਿਜਿਡ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਨਹੀਂ ਪੰਜਾਬੀ ਤੇ ਹਰ ਵੇਲੇ ਉੱਪਰ ਚਾਹੀਦੀ ਹੈ। ਜਿੱਥੇ ਪੰਜਾਬੀ ਉੱਪਰ ਨਹੀਂ ਚਾਹੀਦੀ ਉੱਥੇ ਨਾ ਰੱਖੋ। ਜੇਕਰ ਤੁਸੀਂ ਤਾਮਿਲਨਾਡੂ ਜਾਓਗੇ ਉੱਥੇ ਪੰਜਾਬੀ ਲਿਖਣ ਦੀ ਜ਼ਰੂਰਤ ਹੀ ਨਹੀਂ ਹੈ। ਜੇ ਤੁਸੀਂ ਦਿੱਲੀ ਜਾਓਗੇ ਉੱਥੇ ਸੈਕੰਡ ਹੋ ਸਕਦੀ ਹੈ ਉਹ, ਕਿਉਂਕਿ ਉੱਥੇ ਜ਼ਿਆਦਾ ਲੋਕ ਹਿੰਦੀ ਜ਼ੁਬਾਨ ਪੜ੍ਹਨਗੇ ਜਾਂ ਇੰਗਲਿਸ਼ ਪੜ੍ਹਨਗੇ। ਪਰ ਜੇ ਤੁਸੀਂ ਪੰਜਾਬ 'ਚੋਂ ਮੈਜੋਰਿਟੀ ਜਿਨ੍ਹਾਂ ਲੋਕਾਂ ਨੇ ਬੋਰਡ ਪੜ੍ਹ ਕੇ ਜਾਣੇ ਆ, ਬਜ਼ੁਰਗ ਹੋਣਗੇ, ਉਹਨਾਂ ਨੂੰ ਹੋ ਸਕਦਾ ਸਿਰਫ ਪੰਜਾਬੀ ਆਉਂਦੀ ਹੋਵੇ। ਸੋ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨੂੰ ਵੱਡਾ ਕਰਕੇ ਉੱਪਰ ਲਿਖਣ 'ਚ ਉਹਦੇ 'ਚ ਕੋਈ ਨਾਜਾਇਜ਼ ਗੱਲ ਨਹੀਂ। ਤੁਸੀਂ ਗੱਲ ਕੀਤੀ ਆ ਕਿ 21 ਫਰਵਰੀ ਨੂੰ ਜੋ ਮਾਤ ਭਾਸ਼ਾ ਦਿਵਸ ਮਨਾਇਆ ਗਿਆ, ਉਹ ਚੰਡੀਗੜ੍ਹ ਦੇ ਵਿੱਚ 3 ਜ਼ੁਬਾਨਾਂ ਨੂੰ ਅਹਿਮੀਅਤ ਦਿੱਤੀ ਗਈ ਆ, ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਨੂੰ। ਪਰ ਇਹ ਪਤਾ ਲੱਗਾ ਕਿ ਚੰਡੀਗੜ੍ਹ ਦੇ ਵਿੱਚ ਸਿਰਫ ਤਾਂ ਸਿਰਫ ਅੰਗਰੇਜ਼ੀ ਭਾਸ਼ਾ ਚੱਲਦੀ ਆ। ਤੁਸੀਂ ਉਹਦੇ ਬਾਰੇ, ਪੰਜਾਬੀ ਦੀ ਹੋਂਦ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ? ਦੇਖੋ, ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਪੰਜਾਬ ਰਹਿੰਦੇ ਹਾਂ, ਅਸੀਂ ਇੰਡੀਆ ਰਹਿੰਦੇ ਹਾਂ। ਤੁਸੀਂ ਇੱਕ ਗਲੋਬਲ ਵਿਲੇਜ 'ਚ ਰਹਿੰਦੇ ਹਾਂ। ਹੁਣ ਤੁਹਾਡੇ ਤੇ ਸਾਰੇ ਦੇ ਸਾਰੇ ਅਸਰ ਨੇ, ਜੋ ਨਿਊਯਾਰਕ ਹੁੰਦਾ, ਜੋ ਆਕਲੈਂਡ ਹੁੰਦਾ, ਚਾਹੇ 21 ਘੰਟਿਆਂ ਦਾ ਸਫ਼ਰ ਆ, ਪਰ 2-3-4 ਸੈਕਿੰਡ 'ਚ ਤੁਹਾਡੇ ਫੋਨ 'ਚ ਆ ਜਾਂਦਾ। ਸੋ ਯੂਨੀਵਰਸਲ ਲੈਂਗੁਏਜ ਇੱਕ ਹੋਣ ਜਾ ਰਹੀ ਹੈ, ਉਹ ਇੰਗਲਿਸ਼ ਹੀ ਓਬਵੀਅਸਲੀ। ਉਹ ਪੰਜਾਬੀ ਨਹੀਂ ਹੋ ਸਕਦੀ, ਉਹ ਹਿੰਦੀ ਨਹੀਂ ਹੋ ਸਕਦੀ, ਉਹ ਰਸ਼ੀਅਨ ਨਹੀਂ, ਉਹ ਫਰੈਂਚ ਨਹੀਂ, ਉਹ ਜਰਮਨ ਨਹੀਂ ਹੋ ਸਕਦੀ। ਕਿਉਂਕਿ ਜਿਹੜੀ ਚੀਜ਼ ਜੋ ਸਭ ਤੇ ਲਾਗੂ ਹੋ ਜਾਵੇ ਗੱਲ ਉਹੀ ਹੁੰਦੀ ਠੀਕ। ਸਾਨੂੰ ਇਹ ਚੀਜ਼ਾਂ ਕੁਛ ਆਲਟਰ ਕਰਨੀਆਂ ਪੈਣਗੀਆਂ। ਸਾਡੇ ਜਿਹੜੀਆਂ, ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਹੁਣ ਅਸੀਂ ਇੱਥੇ ਵਿਦੇਸ਼ਾਂ 'ਚ ਰਹਿੰਦੇ ਹਾਂ, ਸਾਡੇ ਮੁੰਡੇ ਕੁੜੀਆਂ ਹੋਰ ਕਲਚਰ 'ਚ ਵਿਆਹ ਕਰ ਲੈਂਦੇ ਆ। ਪਹਿਲਾਂ ਇਹ ਕਦੀ ਐਕਸੈਪਟ ਨਹੀਂ ਸੀ ਹੁੰਦਾ, ਪਰ ਹੁਣ ਇਹ ਕਲਚਰ ਦਾ ਹਿੱਸਾ ਆ। ਉਹ ਇੱਥੇ ਜੰਮੇ ਪਲੇ ਆ, ਉਹਨਾਂ ਦੇ ਕਾਲਜੀਏਟ ਜਾਂ ਸਕੂਲ ਮੇਟਸ ਉਹ ਜ਼ਬਾਨਾਂ ਦੇ ਨੇ। ਸੋ ਇਸ ਕਰਕੇ ਥੋੜ੍ਹੀਆਂ ਆਲਟਰੇਸ਼ਨ ਸਾਨੂੰ ਕਰਨੀਆਂ ਪੈਣਗੀਆਂ, ਥੋੜ੍ਹੀ ਉਹਨਾਂ ਨੂੰ ਕਰਨੀ ਪਏਗੀ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਤੁਸੀਂ ਰੀਜਡ ਹੋ ਕੇ ਫਿਰ ਤਾਂ ਬੰਦੇ, ਮਤਲਬ ਕਿ ਜਿਹੜੇ ਤੁਹਾਡੇ ਬੱਚੇ ਆ ਉਹ ਆਪ ਹੀ ਤੁਹਾਡੇ ਤੋਂ ਬਾਕੀ ਹੋਣਗੇ ਕਿਸੇ ਨਾ ਕਿਸੇ ਤਰੀਕੇ ਕਿ ਅੱਛਾ ਯਾਰ ਸਾਡਾ ਪਿਓ ਤਾਂ ਸਾਨੂੰ ਇਸ ਤਰ੍ਹਾਂ ਕਰ ਨਹੀਂ ਦਿੰਦਾ, ਅਸੀਂ ਅਲੱਗ ਹੋ ਜਾਣਾ। ਉੱਥੋਂ ਤੱਕ ਆਉਣ ਦੀ ਬਜਾਏ ਲੈਟਸ ਕੋਈ ਵਿਚਲਾ ਰਸਤਾ ਲੱਭੀਏ, ਅਸੀਂ ਆਲਟਰੇਸ਼ਨ ਕਰੀਏ। ਚੰਡੀਗੜ੍ਹ ਜਿਹੜਾ ਸ਼ਹਿਰ ਆ ਉਹ ਯੂਨੀਅਨ ਟੈਰੀਟਰੀ ਹੈ ਜੀ। ਉਹ 2 ਰਾਜਾਂ ਦੀ ਕੈਪੀਟਲ ਆ, ਹਰਿਆਣੇ ਦੀ ਵੀ, ਪੰਜਾਬ ਦੀ, ਔਰ ਉੱਥੇ ਹਿਮਾਚਲੀ ਲੋਕ ਵੀ ਆਉਂਦੇ ਆ। ਸੋ ਉੱਥੇ ਹਰ ਇੱਕ ਲੈਂਗੁਏਜ ਬੋਲਣ ਵਾਲੇ ਲੋਕ ਹੈਗੇ। ਮੈਜੋਰਿਟੀ ਚਲੋ ਇਹ ਕਹਿ ਸਕਦੇ ਕਿ ਅਸੀਂ ਪੰਜਾਬੀ ਬੋਲਣ ਵਾਲੇ ਬਹੁਤ ਹੈ, ਪਰ ਜੇ ਤੁਸੀਂ ਸੜਕ ਤੇ ਚੱਲੋ, ਜਿੰਨੇ ਵੀ ਟ੍ਰੈਫਿਕ ਵਾਲੇ ਪੁਲਿਸ ਵਾਲੇ ਹੁੰਦੇ ਉਹ ਸਾਰੇ ਹਰਿਆਣਵੀ ਹੁੰਦੇ, ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਉਹ ਹਰਿਆਣਵੀ ਬੋਲਦੇ ਆ। ਸੋ ਇਸ ਕਰਕੇ ਬਾਕੀਆਂ ਜ਼ਬਾਨਾਂ ਦੀ ਵੀ ਕਦਰ, ਗੁਰੂ ਨਾਨਕ ਪਾਤਸ਼ਾਹ ਨੇ ਕਿੰਨੇ ਮਜ਼ਹਬਾਂ ਦੀ ਕਦਰ ਕੀਤੀ ਆ, ਬਾਕੀ ਜ਼ਬਾਨਾਂ ਦੀ ਕਦਰ ਕੀਤੀ। ਉਹਨਾਂ ਨੇ ਜਾ ਕੇ ਉਹਨਾਂ ਦੀ ਭਾਸ਼ਾ ਸਿੱਖੀ ਹੋਊਗੀ, ਤਾਂ ਹੀ ਜਾ ਕੇ ਕਿਹਨਾਂ ਲੋਕਾਂ ਦੇ ਨਾਲ ਕਨਵਰਸੇਸ਼ਨ ਉਹਨਾਂ ਦੀ। ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਹਾਂ, ਪਰ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੀ ਪੰਜਾਬੀ ਹੋਵੇ। ਬਿਲਕੁਲ, ਇਹਨਾਂ ਮੁਲਕਾਂ ਵਿੱਚ ਠੀਕ ਹੈ ਅੰਗਰੇਜ਼ੀ ਸਾਡੀ ਭਾਸ਼ਾ ਹੈਗੀ, ਸਾਨੂੰ ਅੰਗਰੇਜ਼ੀ ਸਿੱਖਣੀ ਪੈਣੀ ਹੈ। ਅਮਰੀਕਾ ਕੈਨੇਡਾ ਦੇ ਵਿੱਚ ਵੀ ਇਹੀ ਗੱਲ ਹੈਗੀ ਹੈ। ਪਰ ਪੰਜਾਬੀ ਦੇ ਵਿੱਚ ਕੋਸ਼ਿਸ਼ ਹੋਵੇ ਕਿ ਜੇ ਚੰਡੀਗੜ੍ਹ ਵਿੱਚ ਪੰਜਾਬੀ ਰਹਿੰਦੇ ਨੇ, ਕਿਉਂਕਿ ਪੰਜਾਬ ਨੂੰ ਵਾਸਤੇ ਬਣਾਇਆ ਸੀ ਉਹ ਮੁਲਕ, ਪਹਿਲਾਂ ਹਰਿਆਣਾ ਬਾਅਦ 'ਚ ਬਣਿਆ, ਤੇ ਇਸ ਕਰਕੇ ਉਹ ਦਰਸ਼ਨ ਸਿੰਘ ਫੇਰੂ ਮਾਨ ਨੇ ਸ਼ਹੀਦੀ ਦੇ ਦਿੱਤੀ, ਸਾਨੂੰ ਚੰਡੀਗੜ੍ਹ ਨਹੀਂ ਮਿਲਿਆ। ਆਓ ਅਸੀਂ ਗੱਲ ਕਰਦੇ ਹਾਂ ਕਿ ਸਿਕੰਦਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਗਿਆ ਜੀ। ਕਿੱਥੇ ਜ਼ਿਆਦਾ, ਕਿਹੜੀ ਜਗ੍ਹਾ ਨਾਲ ਪਿਆਰ ਪਿਆ ਤੁਹਾਡਾ? ਕਿੱਥੋਂ ਦੇ ਲੋਕਾਂ ਨਾਲ ਜਾਂ ਕਿੱਥੋਂ ਦੀ ਧਰਤੀ ਨਾਲ? ਲੋਕਾਂ ਦੇ ਨਾਲ।
ਲੋਕਾਂ ਦੇ ਨਾਲ ਪਿਆਰ ਪੈਣ ਦੇ ਨਾਲ ਧਰਤੀ ਦਾ ਪਿਆਰ ਹੁੰਦਾ ਹੈ ਨਾ। ਹਾਂ ਬਿਲਕੁਲ, ਨਹੀਂ ਕਈ ਵਾਰੀ ਹੁੰਦਾ ਜਿੱਥੇ ਲੋਕ ਵਸਦੇ ਨਹੀਂ ਤੁਹਾਨੂੰ ਉਸ ਧਰਤੀ ਨਾਲ ਵੀ ਪਿਆਰ ਹੁੰਦਾ, ਕਿਉਂਕਿ ਮੇਰਾ ਜਿਹੜਾ ਪਰਸਨਲ ਇਸ਼ਕ ਆ ਉਹ ਤਾਂ ਕੁਦਰਤ ਆ, ਝਰਨੇ, ਨਦੀਆਂ, ਪਹਾੜ, ਜੰਗਲ, ਮਤਲਬ ਪੰਛੀ, ਹਨਾ। ਸੋ ਇਸ ਕਰਕੇ ਜਿੱਥੇ ਲੋਕ ਨਹੀਂ ਵੀ ਰਹਿੰਦੇ ਮੈਂ ਤੇ ਉੱਥੇ ਜ਼ਿਆਦਾ, ਕਈ ਵਾਰੀ ਕਹਿੰਦੇ ਯਾਰ ਕਿ ਇਹ ਤਾਂ ਮਤਲਬ ਕਿ ਇੱਕ ਨੈਗੇਟਿਵ ਜਿਹਾ ਬੰਦਾ ਹੈ ਜਿਹਨੂੰ ਲੋਕਾਂ 'ਚ ਰਹਿਣਾ ਪਸੰਦ ਨਹੀਂ। ਮੈਂ ਤਾਂ ਜਿੰਨਾ ਇਕੱਲਾ ਹੁੰਦਾ ਉਨਾ ਖੁਸ਼ ਹੁੰਦਾ ਬੇਸਿਕਲੀ ਇਨ ਜਨਰਲ, ਕਿਉਂਕਿ ਬੀਇੰਗ ਏ ਪੋਇਟ ਤੁਹਾਨੂੰ ਇਕੱਲਤਾ ਵੀ ਚਾਹੀਦੀ ਹੁੰਦੀ, ਆਪਣੇ ਆਪ ਨਾਲ ਗੱਲਾਂ ਵੀ ਕਰਨੀਆਂ ਹੁੰਦੀਆਂ। ਪਰ ਮੈਂ ਹਮੇਸ਼ਾ ਕਦਰਦਾਨ ਹਾਂ ਔਰ ਸ਼ੁਕਰਗੁਜ਼ਾਰ ਹਾਂ ਕੈਨੇਡੀਅਨ ਪੰਜਾਬੀਆਂ ਦਾ, ਕਿਉਂਕਿ ਉਹਨਾਂ ਨੇ ਮੈਨੂੰ ਸਤਿੰਦਰਪਾਲ ਸਿੰਘ ਤੋਂ ਸਰਤਾਜ ਬਣਾਇਆ ਜੀ। ਮੈਂ ਪਹਿਲੀ ਵਾਰੀ ਉੱਥੇ ਗਿਆ, ਉਹਨਾਂ ਨੇ ਭਰ ਕੇ ਮਤਲਬ ਕਿ 18 ਸ਼ੋਅ ਸੋਲਡ ਆਊਟ ਕੀਤੇ। ਇੱਕੋ ਹੀ ਸੇਮ ਬੰਦੇ ਹਰੇਕ ਕੌਂਸਰਟ ਸਾਹਮਣੇ ਫਰੰਟ ਰੋ ਦੀ ਟਿਕਟ ਲੈ ਕੇ ਬੈਠੇ ਹੁੰਦੇ ਸੀ। ਤੇ ਪਰ ਉਸ ਤੋਂ ਇਲਾਵਾ ਸਰਬੱਤ 'ਚ ਜਿੰਨੇ ਵੀ ਪੰਜਾਬੀ ਵਸਦੇ ਨੇ, ਔਰ ਦੂਸਰੇ ਨੰਬਰ 'ਤੇ ਅਸੀਂ ਇੱਥੇ ਵੀ ਆ ਸਕਦੇ, ਕਿਉਂਕਿ ਕੈਨੇਡਾ ਤੋਂ ਬਾਅਦ ਅਸੀਂ 2010 'ਚ ਇੱਥੇ ਕੌਂਸਰਟ ਕੀਤੇ ਤੇ ਇੱਥੇ ਵੀ ਬਹੁਤ ਭਰਵੇਂ ਹੁੰਗਾਰੇ ਮਿਲੇ। ਰਾਇਲ ਅਲਬਰਟ ਹਾਲ ਲੰਡਨ ਵਰਗੇ ਤੁਸੀਂ ਸੋਲਡ ਆਊਟ ਕੀਤੇ, ਮਤਲਬ ਐਡਨਬਰਾ, ਔਰ ਤੁਸੀਂ ਕਹ ਲਓ ਸਕਾਟਲੈਂਡ ਤੋਂ ਕਿੱਥੋਂ ਚੱਲ ਕੇ ਲੋਕ ਸੈਂਟਰਲ ਲੰਡਨ 'ਚ ਆਏ ਜਿੱਥੇ ਕਾਰ ਪਾਰਕਿੰਗ ਨਹੀਂ ਮਿਲਦੀ। ਸੋ ਉੱਥੇ ਆਉਣਾ ਇਹ ਤੁਹਾਡੀਆਂ ਵਡਿਆਈਆਂ ਨੇ ਔਰ ਤੁਹਾਡੇ ਬਹੁਤ ਸ਼ੁਕਰਾਨੇ ਆ। ਇਕਬਾਲ ਮਾਲ ਦਾ ਆਪਣੀ ਜ਼ਿੰਦਗੀ 'ਚ ਕੀ ਤੁਸੀਂ ਰੋਲ ਸਮਝਦੇ ਆ? ਬਿਲਕੁਲ, ਉਹਨਾਂ ਨੇ ਸਭ ਤੋਂ ਪਹਿਲਾਂ, ਮੈਂ ਤਾਂ ਹੀ ਕੈਨੇਡਾ ਦਾ ਜ਼ਿਕਰ ਜੇ ਹੋਇਆ ਤੇ ਓਬਵੀਅਸਲੀ ਮਾਲ ਸਾਹਿਬ ਦਾ ਤਾਂ ਜ਼ਿਕਰ ਜ਼ਾਹਿਰ ਜੀ ਗੱਲ ਹੋਊਗਾ ਕਿ ਉਹਨਾਂ ਨੇ ਮੇਰੇ ਯੂਨੀਵਰਸਿਟੀ 'ਚ ਇੱਕ ਵਾਰੀ ਆਏ ਸੀ ਹੋਸਟਲ 'ਚ, ਮੈਨੂੰ ਕਹਿੰਦੇ ਮੈਂ ਉੱਥੇ ਤੇਰੇ ਸ਼ੋਅਸ ਕਰਾਉਣੇ ਆ, ਤੇ ਤਾਂ ਹੀ ਮੈਨੂੰ ਮਹਿਸੂਸ ਹੋਇਆ ਸੀ ਕਿ ਹੁਣ ਦੇਰ ਨਹੀਂ ਦਿਨਾਂ 'ਚ ਰੱਬ ਛੇਤੀ ਕਰਾਊ, ਬੱਲੇ ਬੱਲੇ ਲਾਲਾ ਢੋਲਕੀ ਨੂੰ ਆਟਾ ਪਾਲਾ ਪਿੰਜੇ ਉਂਗਲਾਂ ਦੇ ਛੱਲੇ। ਕਿਉਂਕਿ 7 ਸਾਗਰਾਂ ਤੋਂ ਪਾਰ ਸਰਤਾਜ ਤੇਰੀ ਪੁੱਜੀ ਫਨਕਾਰੀ, ਮੇਰਾ ਦਿਲੋਂ ਸਤਿਕਾਰ ਜਿਨ੍ਹਾਂ ਇਹੋ ਜਿਹੀ ਕਲਾ ਸਤਿਕਾਰੀ, ਜ਼ਰਾ ਸਾਂਭਿਓ ਪਿੱਛੋਂ ਕਿ ਹੁਣ ਯਾਰ ਤਾਂ ਉਡਾਰੀ ਮਾਰ ਚੱਲੇ। ਔਰ ਸਤਿੰਦਰ ਨੇ ਛੋਟੇ ਹੁੰਦੇ ਨੇ ਪੱਠੇ ਵੱਡੇ, ਨੱਕੇ ਛੱਡੇ, ਛੱਲੀਆਂ ਦਾ ਹੁਮਸ ਹਟਾਇਆ ਜੀ। ਇਸ ਵੇਲੇ ਏਸੀ ਥੱਲੇ ਬੈਠ ਕੇ ਸਤਿੰਦਰ ਕਿੱਦਾਂ ਮਹਿਸੂਸ ਕਰਦਾ? ਮੈਨੂੰ ਕੁਝ ਵੀ ਔਖਾ ਨਹੀਂ ਲੱਗਦਾ ਜੀ। ਕਈ ਵਾਰੀ ਸਾਡੇ ਪ੍ਰਮੋਟਰਸ ਨਾਲ ਹੁੰਦੇ ਆ, ਸੋ ਟਫ, ਇਟਸ ਸੋ ਟਾਇਰਿੰਗ। ਮੈਂ ਕਿਹਾ ਵਾਟ ਇਜ਼ ਟਾਇਰਿੰਗ, ਹਨਾ। ਤੁਸੀਂ ਕਾਰ 'ਚ ਬੈਠੇ ਉਤਰ ਕੇ ਗੱਲ ਜਾ ਕੇ ਕੈਮਰੇ ਅੱਗੇ ਕਰਨੀ ਹੈ, ਉਸ ਤੋਂ ਬਾਅਦ ਜਾ ਕੇ ਖਾ ਲੈਣਾ, ਫਿਰ ਜਾ ਕੇ ਤੁਸੀਂ 2 ਘੰਟੇ ਸਟੇਜ ਤੇ ਗਾ ਲੈਣਾ। ਜਿਸ ਬੰਦੇ ਨੇ ਪੱਠੇ ਵੱਡੇ, ਛੱਲੀਆਂ ਦੀ ਹੁਮਸ ਹਟਾਏ, ਹਲ ਵਾਏ, ਹੁਣ ਤੂੜੀਆਂ ਦੀਆਂ ਪੰਡਾਂ ਮੂੰਹ ਨਾਲ ਖੋਲੀਆਂ, ਹੁਣ ਉਹਨੂੰ ਕੁਝ ਵੀ ਔਖਾ ਨਹੀਂ ਲੱਗਦਾ ਜੀ। ਕਿਰਸਾਨੀ ਸਭ ਤੋਂ ਔਖੀ ਹੈ। ਤੇ ਮੈਂ ਹੀ ਸੋਚਦਾ ਸੀਗਾ ਕਿ ਚੰਡੀਗੜ੍ਹ ਆ ਕੇ ਤੁਹਾਨੂੰ ਪਿੰਡ ਕਿੰਨਾ ਕੁ ਯਾਦ ਰਹਿੰਦਾ ਹੈ ਜਾਂ ਯਾਦ ਆਉਂਦਾ ਤੁਹਾਨੂੰ? ਬਿਲਕੁਲ, ਤਾਂ ਹੀ ਮੇਰੇ ਗੀਤਾਂ 'ਚ ਤਸ਼ਬੀਹਾਂ ਨੇ, ਮੋਤੀਆ ਚਮੇਲੀ ਬੇਲਾ ਕੇਤਕੀ ਤਰੇ ਇੱਕ ਫੁੱਲ ਤਾਰਾ ਮੇਰਾ ਸਰੋਂ ਤੇ ਫਲਾਈ ਦੇ। ਪਿੰਡ ਤੁਹਾਡੇ ਨਾਲ ਰਹਿੰਦਾ ਹਮੇਸ਼ਾ। ਤੁਸੀਂ ਪਿੰਡ ਛੱਡ ਦਿੰਦੇ, ਪਿੰਡ ਤੁਹਾਨੂੰ ਕਦੀ ਨਹੀਂ ਛੱਡਦਾ, ਤੇ ਉਹ ਛੱਡਣਾ ਵੀ ਨਹੀਂ ਚਾਹੀਦਾ। ਉਹ ਮੈਂ ਜਿੱਥੇ ਤੁਸੀਂ ਪੈਦਾ ਹੁੰਦੇ ਆ, ਬਨਿਸਬਤ ਤੁਸੀਂ ਚਾਹੇ ਨਿਊਯਾਰਕ ਟਾਈਮ ਸਕੁਏਅਰ ਤੇ ਰਹਿਣ ਲੱਗ ਜਾਓ, ਪਰ ਜਿੱਥੇ ਤੁਸੀਂ ਤੁਹਾਡਾ ਬਚਪਨ ਗੁਜ਼ਰਿਆ ਹੋਊਗਾ ਉਹ ਤੁਹਾਨੂੰ ਹਮੇਸ਼ਾ ਉਸ ਤੋਂ ਜ਼ਿਆਦਾ ਹੀ ਚੰਗਾ ਲੱਗੇਗਾ। ਤੇ ਪਿੰਡ ਤੋਂ ਸ਼ਹਿਰ ਜਾਣ ਦਾ ਜਿਹੜਾ ਸੰਘਰਸ਼ ਸੀ ਜਾਂ ਉਹ ਸਮਾਂ ਸੀ, ਉਹਦੇ ਵਿੱਚੋਂ ਕਿਹੋ ਜਿਹਾ ਤੁਹਾਡਾ ਜਿਹੜਾ ਲਾਂਘਾ ਕਿਹੋ ਜਿਹਾ ਹੋਇਆ ਤੁਹਾਡਾ? ਮੁੰਡਾ ਪਿੰਡ ਦਾ ਸੀ, ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਜੀ। ਪਾਣੀ 5 ਦਰਿਆਵਾਂ ਵਾਲਾ ਨਹਿਰੀ ਹੋ ਗਿਆ। ਜਿਹੜੀ ਪਿੰਡ ਵਿੱਚ ਆਪ ਮੁਹਾਰਤਾ ਹੁੰਦੀ ਆ ਉਹ ਸ਼ਹਿਰ 'ਚ ਨਹੀਂ ਰਹਿੰਦੀ। ਸ਼ਹਿਰ 'ਚ ਨਾਲ ਦੇ ਘਰ 'ਚ ਕੌਣ ਰਹਿੰਦਾ ਤੁਹਾਨੂੰ ਪਤਾ ਨਹੀਂ ਹੁੰਦਾ। ਪਿੰਡ 'ਚ 100 ਚੌਥੇ ਮਹੱਲੇ ਦਾ ਵੀ ਪਤਾ ਹੁੰਦਾ ਉੱਥੇ ਕੀ ਹੋਇਆ ਕੀ ਨਹੀਂ। ਉੱਥੇ ਜਿਹੜੀ ਖੁੱਲ੍ਹ ਦਿਲੀ ਜਾਂ ਉੱਥੇ ਫਰਾਖ ਦਿਲੀ ਹੋਰ ਤਰ੍ਹਾਂ ਦੀ ਹੁੰਦੀ ਆ, ਉੱਥੇ ਕੁਦਰਤ ਵਸਦੀ ਆ। ਸ਼ਹਿਰਾਂ ਦੇ ਵਿੱਚ ਇੱਦਾਂ ਹੈ ਕਿ ਸਿਵਲਾਈਜ਼ਡ ਆ, ਹਰ ਇੱਕ ਚੀਜ਼ ਹੈ, ਤਹਿਜ਼ੀਬ ਵੀ ਆ, ਲਿਆਕਤ ਵੀ ਆ, ਐਜੂਕੇਸ਼ਨ ਵੀ ਆ, ਹਰ ਇੱਕ ਉਹਨਾਂ ਦੀ ਆਪਣੀ ਖੂਬਸੂਰਤੀ ਹੈ। ਸ਼ਹਿਰ ਨੂੰ ਤੁਸੀਂ ਮਾੜਾ ਨਹੀਂ ਕਹਿ ਸਕਦੇ, ਪਰ ਪਿੰਡਾਂ ਦੀ ਮਹਿਕ ਆਪਣੀ ਹੈ। ਜਿਹਨਾਂ ਲੋਕਾਂ ਨੂੰ ਪਿੰਡ ਚੰਗੇ ਲੱਗਦੇ ਉਹਨਾਂ ਨੂੰ ਪਿੰਡ ਹੀ ਲੱਗਦੇ ਆ। ਜਿਹਨਾਂ ਨੂੰ ਲੱਗਦਾ ਕਿ ਯਾਰ ਪਿੰਡ 'ਚ ਇੰਨੀਆਂ ਫੈਸਿਲਿਟੀਜ਼ ਨਹੀਂ ਹੈਗੀਆਂ, ਅਸੀਂ ਸ਼ਹਿਰ ਰਹਿਣਾ ਚਾਹੁੰਦੇ ਹਾਂ, ਉਹ ਸ਼ਹਿਰ ਵੀ ਆਉਂਦੇ ਆ। ਥੋੜ੍ਹੀ ਆਪਣੀ ਹੁਣ ਤੱਕ ਦੀ ਜਿਹੜੀ ਕੀਤੀ ਤੁਹਾਡੀ ਵਿੱਦਿਆ ਆ, ਉਹਦੇ ਬਾਰੇ ਥੋੜ੍ਹਾ ਜ਼ਿਕਰ ਕਰੋ ਸਾਡੇ ਦਰਸ਼ਕਾਂ ਦੇ ਨਾਲ ਕਿ ਤੁਸੀਂ ਹੁਣ ਤੱਕ ਕੀ ਪ੍ਰਾਪਤ? ਮੇਰੀ ਹਾਂਜੀ ਬੈਕਗਰਾਉਂਡ ਮੇਰੀ ਮਿਊਜ਼ਿਕ ਐਜੂਕੇਸ਼ਨ ਹੈ ਜੀ ਸਾਰੀ। ਗ੍ਰੈਜੂਏਸ਼ਨ ਵਿਦ ਮਿਊਜ਼ਿਕ ਆਨਰਸ ਹੈ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਤੋਂ। ਮਾਸਟਰਸ ਇਨ ਮਿਊਜ਼ਿਕ, ਐਮਫਿਲ ਇਨ ਪੰਜਾਬੀ ਸੂਫੀ ਮਿਊਜ਼ਿਕ, PhD ਇਨ ਦ ਐਂਟਾਇਰ ਸੂਫੀ ਡਾਇਲਮਾ ਫਰੋਮ ਅਫਗਾਨਿਸਤਾਨ, ਈਰਾਨ ਟੂ ਹਿੰਦੁਸਤਾਨ। ਤੇ ਉਸ ਤੋਂ ਬਾਅਦ ਆਈ ਟੌਟ ਫॉर 6 years ਟੂ ਦ ਮਾਸਟਰਸ ਇਨ ਦ ਪੰਜਾਬ ਯੂਨੀਵਰਸਿਟੀ ਕੈਂਪਸ ਐਜ਼ ਵੈਲ। ਤੇ ਨਾਓ Dr. Arun K. Grover sir, the Vice Chancellor of Punjab University, he considered me as a brand ambassador of Punjab University, international brand ambassador. ਇੱਕ ਥੋੜ੍ਹੇ ਸਾਨੂੰ ਦੁੱਖ ਲੱਗਦਾ ਬਾਹਰ ਬੈਠਿਆਂ ਨੂੰ ਕਿ ਪੰਜਾਬ ਦੇ ਪੰਜਾਬੀ ਯੂਨੀਵਰਸਿਟੀ ਆ ਕਿ ਉਹਨਾਂ ਨੇ ਅੱਜ ਤੱਕ ਪੰਜਾਬੀ ਦਾ ਕੀਬੋਰਡ ਨਹੀਂ ਬਣਾਇਆ ਸਾਡਾ ਕੋਈ ਵੀ ਜੀ। ਤੁਹਾਡਾ ਕਿਤੇ ਧਿਆਨ ਗਿਆ ਉਸ ਚੀਜ਼ ਵੱਲ ਨੂੰ ਕਿ ਅਸੀਂ ਟੈਕਨੋਲੋਜੀ ਵਿੱਚ ਜਿਹੜੇ ਸਾਡੇ ਪੰਜਾਬੀ ਆ ਥੋੜ੍ਹੇ ਪਿੱਛੇ ਆ? ਹਾਂਜੀ, ਪਤਾ ਕੀ ਜੀ, ਪ੍ਰੋਸ ਐਂਡ ਕੌਨ ਸਾਰਿਆਂ ਦੇ ਹੁੰਦੇ ਆ। ਪੰਜਾਬੀ ਕਈਆਂ ਚੀਜ਼ਾਂ 'ਚ ਅੱਗੇ ਵੀ ਹੈਗੇ ਆ, ਸੋ ਕਈਆਂ ਚੀਜ਼ਾਂ 'ਚ ਪਿੱਛੇ ਹੋਣਗੇ ਤਾਂ ਹੀ ਕਈਆਂ ਚੀਜ਼ਾਂ 'ਚ ਅੱਗੇ ਹੋਣਗੇ। ਮੇਰੀ ਪਤਾ ਨਹੀਂ ਪਰਸਨਲ ਥਿੰਕਿੰਗ ਆ, ਆਈ ਆਲਵੇਜ਼ ਥਿੰਕ ਪੋਜ਼ੀਟਿਵ। ਜਦੋਂ ਲੋਕ ਕਹਿੰਦੇ ਪੰਜਾਬ 'ਚ ਨਸ਼ੇ ਆ ਗਏ ਜੀ, ਪੰਜਾਬ 'ਚ ਇਹ ਹੋ ਗਿਆ ਜੀ, ਫਲਾਨਾ ਹੋ ਗਿਆ ਜੀ, ਮੈਂ ਕਿਹਾ ਯਾਰ ਪੰਜਾਬ 'ਚ ਜਿਹੜੀਆਂ ਚੰਗੀਆਂ ਚੀਜ਼ਾਂ, ਕਦੀ ਬਿਹਾਰ ਯੂਪੀ ਦੇ ਨਾਲ ਜਾ ਕੇ ਦੇਖੋ, ਤੁਹਾਨੂੰ ਪਤਾ ਲੱਗਦਾ ਪੰਜਾਬ ਕਿੱਡਾ ਸੋਹਣਾ ਹੈ। ਪੰਜਾਬ 'ਚ ਹਰਿਆਲੀ ਕਿੰਨੀ ਹੈ, ਪੰਜਾਬ 'ਚ ਲੋਕਾਂ ਨੂੰ ਖੁਸ਼ਹਾਲੀ ਕਿੰਨੀ ਹੈ, ਪੰਜਾਬ 'ਚ ਰਿਜ਼ਕ ਕਿੰਨਾ ਹੈ, ਪੰਜਾਬ 'ਚ ਕੰਮ ਕਿੰਨੇ ਨੇ, ਪੰਜਾਬ ਦੇ ਮੁੰਡੇ ਕੁੜੀਆਂ ਕਿੰਨੇ ਸੋਹਣੇ ਨੇ, ਕਿੰਨੇ ਸੋਹਣੇ ਕੱਪੜੇ ਪਾਉਂਦੇ ਨੇ। ਸੋ ਇਹ ਵਡਿਆਈਆਂ ਵੀ ਤਾਂ ਮਤਲਬ ਦੇਖਣੀਆਂ ਚਾਹੀਦੀਆਂ ਸਾਨੂੰ। ਇਸ ਕਰਕੇ ਕੀਬੋਰਡ ਜੇ ਨਹੀਂ ਬਣਿਆ ਓਬਵੀਅਸਲੀ ਚਲੋ ਜ਼ਰੂਰ ਬਣਾਉਣਾ ਚਾਹੀਦਾ, ਪਰ ਤੁਸੀਂ ਆਈਫੋਨ 'ਚ ਦੇਖੋ, ਮੈਂ ਤੇ ਟਾਈਪ ਕਰਦਾ, ਹੁਣ ਮੈਂ ਤੇ ਕਾਪੀ ਪੈਨ ਦੀ ਜ਼ਰੂਰਤ ਹੀ ਨਹੀਂ ਰਹੀ। ਮੈਂ ਇੱਕ ਦਿਨ, ਮੈਂ ਹੁਣ ਵੀ ਤੁਹਾਨੂੰ ਫੋਨ ਕੱਢ ਕੇ ਦਿਖਾ ਸਕਦਾ, ਇੱਕ ਦਿਨ ਮੈਂ ਦਰਬਾਰ ਸਾਹਿਬ ਗਿਆ ਤੇ ਮੈਨੂੰ ਜਿਵੇਂ ਤੁਹਾਨੂੰ ਲੱਗਦਾ ਹੀ ਹੈ ਕਿ ਉੱਥੇ ਜਾ ਕੇ ਤੁਹਾਨੂੰ ਆਮਦ ਹੋਈ ਕਿ
ਤੁਹਾਡੇ ਕੋਲ ਕਾਪੀ ਪੈਨ ਤਾਂ ਹੁੰਦਾ ਨਹੀਂ, ਤੁਸੀਂ ਉਸ ਤਰ੍ਹਾਂ ਗਏ ਨਹੀਂ ਹੁੰਦੇ। ਜੀ ਜੀ। ਤੇ ਆਹ ਦੇਖੋ ਜੀ, ਮੈਂ ਜੇਕਰ ਤੁਸੀਂ ਕੀਬੋਰਡ ਨੇੜੇ ਕਰਕੇ ਦਿਖਾ ਸਕਦੇ ਹੋ, ਦੇਖੋ ਕਿ ਮੈਂ ਲਿਖਿਆ ਕਿ ਉਸ ਦਰਬਾਰ ਦੇ ਸਤਕਾਰ ਨੂੰ ਸਜਦਾ ਏ ਪਰਵਰਦਿਗਾਰ ਨੂੰ, ਮਨ ਸਹਿਕਦਾ ਹੋਵੇ ਜੇ ਆ ਕੇ ਮਹਿਕਦਾ ਹੋਵੇ ਤਾਂ ਸਮਝੋ ਜ਼ਿੰਦਗੀ ਹਾਲੇ ਵੀ ਸੱਚੇ ਮਹਿਰਮਾਂ ਦੀ ਆਸ਼ਕੀ ਦੀ ਮੁੰਤਜ਼ਰ ਕੁਛ ਗਾ ਰਹੀ ਏ। ਇਲਾਹੀ ਵਜਦ ਦੇ ਪੈਂਡੇ ਇਬਾਦਤ ਨਾਲ ਸਰ ਕਰੀਏ, ਜੇ ਕਿਸਮਤ ਨਾਲ ਆਏ ਆ ਤਾਂ ਕਿਉਂ ਨਾ ਅੰਮ੍ਰਿਤ ਸਰ ਕਰੀਏ। ਲਾਸਾਨੀ ਏ ਨੂਰਾਨੀ ਏ ਅਲੌਕਿਕ ਏ ਹਕਾਨੀ ਏ, ਕਿਸੇ ਵਿਸਮਾਤ ਦੀ ਰੰਗਤ ਅੰਬਰ ਚ ਆ ਰਹੀ ਏ, ਸ਼ਬਦ ਬਰਸਾ ਰਹੀ ਏ, ਖੁਮਾਰੀ ਚਾ ਰਹੀ ਏ। ਇਹ ਗੁਰਮੁਖੀ ਚ ਲਿਖਿਆ ਹੋਇਆ। ਸੋ ਆਈਫੋਨ ਦੇ ਵਿੱਚ ਹੈਗਾ ਮੇਰੇ ਕੋਲ ਕਿਉਂਕਿ ਅਸੀਂ ਬਹੁਤ ਬਰੀਕ ਗੱਲਾਂ ਤੇ ਆਏ ਆ, ਮੇਰੀ ਸਾਰੀ ਦੀ ਸਾਰੀ ਸ਼ਾਇਰੀ ਆ ਦੇਖੋ ਜੀ ਗੁਰਮੁਖੀ ਦੇ ਵਿੱਚ ਲਿਖ ਕੇ PDF ਫਾਈਲਸ ਵਿੱਚ ਪਈਆਂ ਨੇ। ਮਹਾਨ ਕੋਸ਼ ਵਰਗੀ ਕਿਤਾਬ ਜਿਹੜੀ ਕਿ ਐਡਾ ਵੱਡਾ ਗ੍ਰੰਥ ਹੈ, 3872 3872 ਪੇਜ ਨੇ, ਉਹ ਸਾਰੀ ਦੀ ਸਾਰੀ ਤੁਹਾਡੇ ਫੋਨ 'ਚ ਹੈ। ਹੁਣ ਟੈਕਨੋਲੋਜੀ ਇੰਨੀ ਹੈਗੀ, ਇਹਨੂੰ ਇਸਤੇਮਾਲ ਕਰੀਏ ਪਰ ਚੰਗਿਆਈ ਦੇ ਲਈ। ਪਰ ਤੁਹਾਨੂੰ ਥੋੜੀ ਸੀ ਖੁਸ਼ੀ ਦੱਸਦੀ ਹੈ ਕਿ ਉਹ ਜਿਹੜਾ ਪੰਜਾਬੀ ਦਾ ਕੀਬੋਰਡ ਆ ਇੰਗਲੈਂਡ ਵਿੱਚ ਬਣ ਚੁੱਕਾ ਉਹ। ਅੱਛਾ ਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ ਫਿਰ ਤਾਂ। ਹਾਂਜੀ, ਤੁਹਾਨੂੰ ਵੀ ਵਧਾਈ, ਤੁਸੀਂ ਪੰਜਾਬੀ ਦੀ ਪ੍ਰਮੋਸ਼ਨ ਕਰ ਰਹੇ ਹੋ। ਅਸੀਂ ਚਾਹੁੰਦੇ ਹਾਂ ਕਿ ਬਾਕੀ ਲੋਕਾਂ ਨੂੰ ਦੱਸਿਆ ਜਾ ਕਿ ਅਸੀਂ ਹੁਣ ਇੰਟਰਨੈਟ 'ਤੇ ਪੰਜਾਬੀ ਵੀ ਯੂਨੀਕੋਡ ਦੇ ਵਿੱਚ ਲਿਖ ਸਕਦੇ ਹਾਂ, ਜਿਹੜੀ ਕਿ ਦੁਨੀਆ ਦੇ ਕਿਸੇ ਵੀ ਕੰਪਿਊਟਰ 'ਤੇ, ਚਾਹੇ ਚੀਨ ਚੱਲ ਜਾਓ ਤੁਸੀਂ, ਚਾਹੇ ਅਫਗਾਨਿਸਤਾਨ ਚੱਲ ਜਾਓ, ਉਸੇ ਕੰਪਿਊਟਰ 'ਤੇ ਪੰਜਾਬੀ ਉਸ ਤਰ੍ਹਾਂ ਪੜ੍ਹੀ ਜਾਵੇਗੀ ਜਿੱਦਾਂ ਤੁਸੀਂ ਫੋਨ ਦੇ ਉੱਤੇ ਲਿਖੀ ਹੈ। ਸਾਡੀ ਤਾਂ ਇਹ ਬਹੁਤ 1.5 ਸਾਲ ਪ੍ਰੋਬਲਮ ਰਹੀ ਜੀ, ਕਿਉਂਕਿ ਹੁਣ ਮੈਂ ਡਾਇਰੀਆਂ ਤੋਂ ਆਈਪੈਡ 'ਤੇ ਆ ਗਿਆ ਸਟੇਜ 'ਤੇ। ਤੇ ਉਹ ਇਹ ਹੁੰਦਾ ਸੀਗਾ ਕਿ ਤੁਹਾਨੂੰ ਮਾਈਕਰੋਸਾਫਟ ਦਾ ਕੰਪਿਊਟਰ ਲੈਣਾ ਪੈਂਦਾ ਸੀ ਟਾਈਪ ਕਰਨ ਲਈ, ਫਿਰ ਉਹਦੀ PDF ਬਣਾ ਕੇ ਆਈਪੈਡ 'ਚ ਪਾਉਣੀ ਪੈਂਦੀ ਸੀ, ਕਿਉਂਕਿ ਆਈਟਿਊਨ ਦੇ ਵਿੱਚ ਜਾਂ ਆਈਫੋਨ ਦੇ ਵਿੱਚ ਇਹ ਫੈਸਿਲਿਟੀ ਨਹੀਂ ਸੀ ਪਹਿਲਾਂ। ਪਰ ਚਲੋ ਉਸ ਲਮਹੇ ਬਾਰੇ ਗੱਲ ਕਰੋ ਜਦੋਂ ਤੁਹਾਨੂੰ ਇਲਹਾਮ ਹੁੰਦਾ, ਤੁਹਾਨੂੰ ਜਦੋਂ ਸ਼ਬਦ ਉਤਰਦੇ ਆ ਮਨ ਦੇ ਵਿੱਚ, ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਉਸ ਵੇਲੇ? ਉਹ ਜਿਹੜਾ ਮੈਂ ਇਲਾਹੀ ਵਜਦ ਦੇ ਪੈਂਡੇ ਮੈਂ ਜਿਹੜੀ ਗੱਲ ਕੀਤੀ ਹੈ ਜੀ, ਉਹ ਇਲਾਹੀ ਵਜਦ ਹੁੰਦਾ। ਤੁਹਾਨੂੰ ਮੈਡੀਟੇਸ਼ਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਕਈ ਵਾਰੀ ਤੁਹਾਨੂੰ ਪਾਠ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ। ਜੇ ਤੁਸੀਂ ਪਾਕੀਜ਼ਾ ਹੋ ਕੇ ਤੁਹਾਨੂੰ ਸੁੱਚੀਆਂ ਤਰਜ਼ਾਂ ਸੁੱਚੇ ਲਫ਼ਜ਼ ਔੜਦੇ ਹੋਣ, ਉਹਨੂੰ ਮੈਂ ਆਮਦ ਕਹਿਣਾ ਹਮੇਸ਼ਾ। ਆਮਦ ਹੀ ਉਹਦੇ ਲਈ ਇੱਕ ਬਹੁਤ ਖੂਬਸੂਰਤ ਵਰਡ ਹੈ ਇੰਗਲਿਸ਼ 'ਚ। ਇਸ ਵਾਰੀ TEDx ਇੱਕ ਬਹੁਤ ਵੱਡਾ ਪਲੇਟਫਾਰਮ ਆ ਦੁਨੀਆ ਦਾ, ਜਿਹਦੇ 'ਤੇ ਬਹੁਤ ਹੀ ਮੈਚੋਰ ਜਾਂ ਕਹਿ ਲਓ ਕਿ ਵੱਡੇ ਬੰਦੇ ਆਪਣੇ ਤਜਰਬੇ, ਆਪਣੇ ਆਈਡੀਆਜ਼ ਸ਼ੇਅਰ ਕਰਦੇ। ਇਸ ਵਾਰੀ ਚੰਡੀਗੜ੍ਹ TEDx ਹੋਇਆ ਅਤੇ ਉਹਨਾਂ ਨੇ ਮੈਨੂੰ ਇਹ ਔਨਰ ਦਿੱਤਾ ਕਿ ਮੈਂ ਵੀ ਉੱਥੇ ਜਾ ਕੇ ਬੋਲ ਸਕਾਂ। ਸੋ ਮੇਰੀ ਸਪੀਕ ਜਿਹੜੀ ਸੀਗੀ ਉਹ ਇਹੀ ਸੀ ਸਪੀਚ ਕਿ ਆਮਦ ਕੀ ਹੈ ਬੇਸਿਕਲੀ, ਜਿਹੜਾ ਤੁਹਾਡਾ ਸਵਾਲ ਹੈ। ਆਮਦ ਇਸ ਤਰ੍ਹਾਂ ਦੀ ਆਲਮ ਹੁੰਦਾ ਕਿ ਜਦੋਂ ਤੁਹਾਨੂੰ ਜਿੱਥੇ ਬੈਠੇ ਹੁੰਦੇ ਹੋ ਤੁਹਾਨੂੰ ਪਤਾ ਨਹੀਂ ਹੁੰਦਾ ਓਬਵੀਅਸਲੀ ਕਿ ਤੁਹਾਡੇ ਚੁਫੇਰੇ ਜੇ ਕੁਝ ਹੋ ਰਿਹਾ ਜਾਂ ਨਹੀਂ ਹੋ ਰਿਹਾ, ਤੁਹਾਡੀ ਕਿਤੇ ਲਿਵ ਲੱਗਦੀ ਆ ਅਤੇ ਤੁਹਾਨੂੰ ਲੱਗਦਾ ਕਿ ਮੈਂ ਲਿਖਣਾ ਚਾਹੁੰਦਾ ਹਾਂ ਕੋਈ ਦਰਦ ਗਰੀਬਾਂ ਦਾ ਜਿਹਨਾਂ ਨਾਲ ਪੈ ਗਿਆ ਹੈ, ਕੋਈ ਵੈਰ ਨਸੀਬਾਂ ਦਾ। ਜਾਂ ਤੁਹਾਨੂੰ ਲੱਗਦਾ ਕਿ ਚਾਨਣੀ ਨੇ ਪੁੰਨਿਆ ਤੇ ਜਲਸਾ ਸਜਾਇਆ, ਸੱਦਾ ਝੀਲ ਨੂੰ ਵੀ ਆਇਆ, ਚੰਦ ਮੁੱਖ ਮਹਿਮਾਨ ਸੀ। ਸੋ ਪਰ ਉਹਨੂੰ ਜੇ ਤੁਸੀਂ ਡਿਸਕ੍ਰਾਈਬ ਕਰਨਾ ਵਿਥ ਸੋ ਹਾਰਡ, ਕਿਉਂਕਿ ਜੇ ਅਕਥ ਕਹਾਣੀ ਪ੍ਰੇਮ ਕੀ ਕਹਿੰਦੇ ਆ ਕਿ ਆਖਿਆ ਨਾ ਜਾਏ ਕਹਿਆ ਨਾ ਹੋਏ ਆਪੇ ਆਪ ਨਾ ਸੋਏ, ਇਹ ਉਹੀ ਅਵਸਥਾ ਆ। ਇਹਨੂੰ ਤੁਸੀਂ ਬਿਆਨ ਕਰਨਾ ਬੜਾ ਮੁਸ਼ਕਿਲ ਹੈ, ਪਰ ਕਰਨਾ ਪੈਂਦਾ, ਕਿਉਂਕਿ ਇਸ ਤੋਂ ਇਲਾਵਾ ਤੁਸੀਂ ਲੋਕਾਂ ਨੂੰ ਦੱਸ ਨਹੀਂ ਸਕਦੇ। ਗੁਰੂ ਲਾਦੋ ਰੇ ਕਹਿਣਾ ਪੈਣਾ, ਉੱਥੇ ਰੌਲਾ ਪਾਉਣਾ ਪੈਣਾ। ਸੋ ਉਹਨੂੰ ਤੁਸੀਂ ਬਿਆਨ ਕਰਨ ਦੀ ਇਹ ਕਹਿ ਸਕਦੇ ਹੋ ਕਿ ਫਰਜ਼ ਕਰੋ ਤੁਸੀਂ ਇੱਕ ਬਹੁਤ ਹੀ ਵਾਈਲਡ ਏਰੀਆ 'ਚੋਂ, ਫਰਜ਼ ਕਰੋ ਜਾਂ ਇੰਟੀਰੀਅਰ ਇੰਗਲੈਂਡ ਹੈ, ਚਾਹੇ ਤੁਸੀਂ ਕੰਟਰੀ ਸਾਈਡ ਹੈ ਜਿੱਥੇ ਸਿਗਨਲਸ ਨਹੀਂ ਆਉਂਦੇ ਫੋਨ ਦੇ ਜਾਂ ਰੇਡੀਓ ਦੇ। ਸਮਹਾਓ ਕਿਤੇ ਕੋਈ ਐਸਾ ਪਾਰਟ ਆਉਂਦਾ ਜਿੱਥੇ ਤੁਹਾਨੂੰ ਲੱਗਦਾ ਕਿ ਅੱਛਾ ਰੇਡੀਓ ਦੇ ਸਿਗਨਲਸ ਆਉਣੇ ਸ਼ੁਰੂ ਹੋ ਗਏ ਆ। ਉੱਥੇ ਕੀ ਹੁੰਦਾ ਕਿ ਜੋ ਯੂਨੀਵਰਸ ਦੇ ਵਿੱਚ ਚੀਜ਼ਾਂ ਨੇ ਉਹ ਤੁਹਾਡੇ ਸੋਲ ਦੇ ਨਾਲ ਉਹਨਾਂ ਦੀ ਵੇਵਲੈਂਥ ਮੈਚ ਕਰ ਗਈ ਹੈ, ਅਤੇ ਉਹ ਜਿਹੜਾ ਵਿਵਿਧ ਭਾਰਤੀ ਦਾ ਤਰਾਨਾ ਉੱਥੋਂ ਆਉਣਾ ਚਾਹੀਦਾ, ਉਹ ਤਰਾਨਾ ਬਣ ਕੇ ਤੁਹਾਡੇ ਥਰੂ ਲੋਕਾਂ ਤੱਕ ਪਹੁੰਚ ਜਾਂਦਾ, ਤੁਹਾਡੇ ਆਮਦਨੀ ਹੋ ਜਾਂਦੀ ਹੈ। ਵਸਲੋਂ ਉਰੇ ਮੁਕਾਮ ਨਾਲ ਕੋਈ ਹੁਣ ਤੱਕ ਤੁਸੀਂ ਬੜਾ ਪੈਂਡਾ ਤੈਅ ਕੀਤਾ ਜੀ, ਤੇ ਤੁਹਾਡੀ ਵਸਲ ਦਾ ਮੁਕਾਮ ਅਜੇ ਕਿੱਡੀ ਕੁ ਦੂਰ ਆ? ਵਸਲ ਤਾਂ ਪਾਣੀ ਵਗਦੇ ਰਹਿਣ ਤਾਂ ਚੰਗਾ ਜੀ, ਵਸਲ ਦੀ ਤੜਪ ਰਹੇ ਤਾਂ ਹੀ ਬੰਦਾ ਚੱਲਦਾ ਰਹਿੰਦਾ ਬੇਸਿਕਲੀ। ਔਰ ਉਹਦੀ ਖੁਆਇਸ਼ ਰਹਿਣੀ ਚਾਹੀਦੀ ਹੈ, ਜੇ ਹੋ ਵੀ ਜਾਵੇ ਤਾਂ ਵੀ ਇਸ ਤਰ੍ਹਾਂ ਹੋਵੇ ਕਿ ਨਹੀਂ ਹੋਇਆ, ਮੈਨੂੰ ਲੱਗਦਾ ਤਾਂ ਤੁਹਾਡੀ ਉਹ ਮੁਕਰਰ ਰਹਿੰਦੀ ਆ, ਮਤਲਬ ਕਿ ਚੱਲਦਾ ਰਹਿੰਦਾ, ਤਾਂ ਉਹ ਪਾਣੀ ਵਹਿੰਦੇ ਰਹਿੰਦੇ ਆ। ਵਸਲੋਂ ਉਹਦੇ ਮੁਕਾਮਨਾ ਕਈ ਸੌ ਚਾਲ ਪਏ ਨਿਤ ਰਹਿੰਦੇ, ਉਹ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਚਾਲ ਪਏ ਰਹਿਣਾ ਇਸ ਮੋਸਟ ਇੰਪੋਰਟੈਂਟ ਥਿੰਗ ਬੇਸਿਕਲੀ। ਜੇ ਤੁਸੀਂ ਰੁਕ ਜਾਓਗੇ ਪਾਣੀ ਠਹਿਰ ਜਾਣਗੇ, ਹਰਿਆਈ ਜੰਮ ਜਾਏਗੀ। ਜੇ ਵਗਦੇ ਰਹੋਗੇ ਤੇ ਖੁਸ਼ਹਾਲੀ ਵੀ ਰਹੇਗੀ, ਤਾਜ਼ਗੀ ਵੀ ਰਹੇਗੀ। ਜਿਵੇਂ ਕਿ ਚੱਲਣਾ ਹੀ ਜੀਵਨ ਦਾ ਨਾਮ, ਚੱਲਣਾ ਹੀ ਜੀਵਨ ਦਾ ਨਾਮ। ਗਾਇਕੀ ਦੇ ਵਿੱਚ ਸੰਗੀਤ ਦਾ ਕੀ ਸਥਾਨ ਹੈ ਤੁਹਾਡੇ ਖਿਆਲ ਦੇ ਵਿੱਚ? ਗਾਇਕੀ ਬੇਸਿਕਲੀ ਸੰਗੀਤ ਦਾ ਹੀ ਪਾਰਟ ਆ। ਤੁਸੀਂ ਇਹ ਕਹਿ ਸਕਦੇ ਹੋ ਕਿ ਸ਼ਾਇਰੀ ਦੇ ਵਿੱਚ ਸੰਗੀਤ ਦਾ ਕੀ ਸਥਾਨ ਆ, ਉਹ ਤੁਸੀਂ ਡਿਸਕ੍ਰਾਈਬ ਜ਼ਰੂਰ ਕਰ ਸਕਦੇ ਹੋ, ਕਿਉਂਕਿ ਜਿਹੜੀ ਗਾਇਕੀ ਆ ਉਹ ਸੰਗੀਤ ਹੀ ਆ ਬੇਸਿਕਲੀ। ਜਿਹੜੀ ਤਰਜ਼ ਹੈ ਉਹ ਸੰਗੀਤ ਦਾ ਪਾਰਟ ਹੈ, ਜਿਹੜੀ ਸ਼ਾਇਰੀ ਆ ਉਹਦੇ ਜਿਹੜੇ ਵਰਡ ਨੇ ਉਹ ਸ਼ਾਇਰੀ ਦਾ ਪਾਰਟ। ਗਾਇਕੀ ਬਾਰੇ ਮੇਰਾ ਲਿਹਾਜ਼ ਇਹ ਸੀ ਕਿ ਸ਼ਿਵ ਕੁਮਾਰ ਨੇ ਵੀ ਗਾਇਆ ਔਰ ਸੰਤ ਰਾਮ ਉਦਾਸੀ ਨੇ ਵੀ ਗਾਇਆ,
ਮੈਨੂੰ ਪਤਾ ਨਹੀਂ ਤੁਸੀਂ ਸੰਤ ਰਮਦਾਸ ਜੀ ਨੂੰ ਕਿੰਨਾ ਸੁਣਿਆ ਜਾਂ ਪੜ੍ਹਿਆ ਉਹਨਾਂ ਨੂੰ, ਜੀ। ਉਹਨਾਂ ਨੇ ਸੰਗੀਤ ਨਹੀਂ ਵਰਤਿਆ ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਸੰਗੀਤ ਸੀ ਇੱਕ। ਮੈਂ ਥੋੜ੍ਹਾ ਤਾਂ ਉਸ ਪੱਖ ਤੋਂ ਪੁੱਛਿਆ ਸੀਗਾ ਕਿ ਨਹੀਂ, ਗਾਉਂਦੇ ਹੋ। ਤੁਸੀਂ ਇਹਨੂੰ ਇਹ ਕਹਿ ਸਕਦੇ ਹੋ ਕਿ ਫੋਕ ਤੇ ਕਲਾਸੀਕਲ 뮤직 ਦੇ ਵਿੱਚ ਕੀ ਫਰਕ ਆ, ਕਿਉਂਕਿ ਜਿਹੜੀ ਜਦੋਂ ਕੋਈ ਸ਼ਾਇਰ ਕਿਸੇ ਕਵਿਤਾ ਨੂੰ ਗਾਉਂਦਾ ਤੇ ਉਹ ਆਪ ਮੁਹਾਰੇ ਉਹਦੀ ਤਰਜ਼ ਵੀ ਬਣੀ ਆਉਂਦੀ ਹੈ ਬੇਸਿਕਲੀ। ਜ਼ਿਆਦਾਤਰ ਮੇਰੀਆਂ ਤਰਜ਼ਾਂ ਮੈਂ ਬਣਾਈਆਂ ਨਹੀਂ। ਜਿੱਦਣ ਮੈਂ ਲਿਖਿਆ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ, ਉਹ ਤਰਜ਼ ਨਾਲ ਹੀ ਲਿਖੀ ਹੋਈ ਆਈ ਆ। ਉਹਨੂੰ ਮੈਂ ਬੈਠ ਕੇ ਨਹੀਂ ਬਣਾਇਆ ਕਿ ਪਹਿਲਾਂ ਮੈਂ ਅੱਛਾ ਲਾਈਨ ਲਿਖ ਲਈ ਫਿਰ ਮੈਂ ਵਾਜੇ ਤੇ ਦੇਖਾਂ ਕਿ ਅੱਛਾ ਕਿਹੜੇ ਰਾਗ 'ਚ ਬਣਾਉਣੀ ਆ। ਉਹ ਜਿਹੜੇ ਮੈਜੋਰਿਟੀ ਸ਼ਾਇਰਾਂ ਨੂੰ ਇਹ ਬਖਸ਼ਿਸ਼ ਹੁੰਦੀ ਹੈ ਬੇਸਿਕਲੀ ਕਿ ਜਦੋਂ ਉਹ ਲਿਖਦੇ ਨੇ ਉਹ ਤਰਜ਼ ਕਈ ਵਾਰੀ ਨਾਲ ਆਉਂਦੀ ਆ। ਜਾਂ ਤੁਸੀਂ ਬਟਾਲਵੀ ਸਾਹਿਬ ਦੀ ਗੱਲ ਕੀਤੀ ਆ, ਉਹ ਇੱਥੇ ਹੀ ਪਹਿਲੀ ਵਾਰੀ ਜਦੋਂ ਮੇਰੇ ਖਿਆਲ 70s ਜਾਂ 80s ਦੇ ਵਿੱਚ ਉਹ ਆਏ ਸੀ, ਉਹਨਾਂ ਦੀ ਇੰਟਰਵਿਊ ਕੀਤੀ ਸੀ ਤੇ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ, ਉਹ ਇੱਦਾਂ ਗਾਉਂਦੇ ਨੇ। ਪਰ ਕੀ ਉਹਨਾਂ ਨੇ ਬੈਠ ਕੇ ਹਾਰਮੋਨੀਅਮ ਤੇ ਤਰਜ਼ ਬਣਾਈ ਹੋਗੀ? ਨਹੀਂ, ਪਰ ਇਹ ਵੀ ਆਮਦ ਆ। ਜਿੱਦਾਂ ਉਹਨਾਂ ਨੂੰ ਲਫ਼ਜ਼ ਆਏ ਇੱਦਾਂ ਉਹਨਾਂ ਨੂੰ ਤਰਜ਼ ਆਈ। ਇਹ ਬਹੁਤ ਵੱਡੀ ਬਖਸ਼ਿਸ਼ ਦੀ ਗੱਲ ਹੁੰਦੀ ਹੈ ਸ਼ਾਇਰਾਂ ਨੂੰ। ਉਹਨਾਂ ਔਰ ਇਸ ਗੱਲ ਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਉਹਨਾਂ ਨੂੰ ਕਿ ਤੁਹਾਨੂੰ ਮਿਊਜ਼ਿਕ ਸਿੱਖਣਾ ਨਹੀਂ ਪਿਆ ਫਿਰ ਵੀ ਤੁਸੀਂ ਗਾ ਰਹੇ ਹੋ। ਬਿਲਕੁਲ, ਮਹਿੰਦਰ ਕਪੂਰ ਜੀ ਨੇ ਉਸੇ ਗੀਤ ਨੂੰ ਪਰ ਉਸੇ ਰਿਦਮ ਦੇ ਵਿੱਚ ਉਸੇ ਤਰ੍ਹਾਂ ਦੇ ਵਿੱਚ ਗਾਇਆ ਉਹਨਾਂ ਨੇ, ਪਰ ਸੰਗੀਤ ਦੇ ਨਾਲ ਉਹਦੇ ਵਿੱਚ ਉਹ ਅਸਰ ਲੰਘ ਜਾਂਦਾ। ਤੁਸੀਂ ਮੈਂ ਕਹਿਣਾ ਨਹੀਂ ਚਾਹੁੰਦਾ ਬਹੁਤ ਵੱਡੀ ਸ਼ਖਸੀਅਤ ਹੈ ਉਹ, ਪਰ ਜਿਹੜਾ ਅਸਰ ਤੁਹਾਨੂੰ ਬਟਾਲਵੀ ਸਾਹਿਬ ਦੀ ਸਿੱਧੀ ਸਾਦੀ ਗਾਇਕੀ ਚੋਂ ਮਿਲੂਗਾ ਉਹ ਰਫੀ ਸਾਹਿਬ ਦੀ ਜਾਂ ਕਿਸੇ ਵੀ ਗਵਈਏ ਦੀ ਗਾਇਕੀ ਚੋਂ ਨਹੀਂ ਮਿਲਣਾ ਤੁਹਾਨੂੰ, ਕਿਉਂਕਿ ਅੱਖਰ ਜੋੜ ਲਏ ਤੂੰ ਅੰਦਰ ਅਸਰ ਨਹੀਂ ਭਰਿਆ, ਸੁਣ ਜੇ ਤੇਰਾ ਗੀਤ ਕਿਸੇ ਦਾ ਸੀਨਾ ਨਹੀਂ ਠਰਿਆ, ਫਿਰ ਤੂੰ ਦੱਸ ਸਰਤਾਜ ਕਿਸੇ ਨੇ ਵਾਵਾ ਕੀ ਕਰਨਾ ਤੇ ਸਾਡਾ ਕਾਹਦਾ ਜ਼ੋਰ ਤੇ ਆਪਾਂ ਦਾਵਾ ਕੀ ਕਰਨਾ। ਇਹਨਾਂ ਚੀਜ਼ਾਂ ਤੇ ਦਾਅਵੇ ਨਹੀਂ ਕੀਤੇ ਜਾ ਸਕਦੇ। ਤੁਹਾਨੂੰ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਜਿਹੜੀਆਂ ਚੀਜ਼ਾਂ ਤੁਹਾਡੀ ਬਨਿਸਬਤ ਇੱਥੇ ਆਈਆਂ ਤੁਸੀਂ ਉਹਦਾ ਸਿਰਫ ਜ਼ਰੀਆ ਹੋ, ਵਜ੍ਹਾ ਨਹੀਂ ਹੋ। ਜੀ ਬਿਲਕੁਲ। ਤੇ ਤੁਹਾਡੇ ਖਿਆਲ ਦੇ ਵਿੱਚ ਰਿਆਜ਼ ਦਾ ਕਿੰਨਾ ਯੋਗਦਾਨ ਹੈਗਾ ਇੱਕ ਗਾਇਕ ਦੀ ਜ਼ਿੰਦਗੀ ਦੇ ਵਿੱਚ? ਦੇਖੋ, ਇਫ ਯੂ ਹੈਵ ਟੂ ਬੀ ਪਰਫਾਰਮਰ, ਜੇ ਤਾਂ ਤੁਸੀਂ ਜਿੱਦਾਂ ਬਟਾਲਵੀ ਸਾਹਿਬ ਆ, ਉਹਨਾਂ ਨੇ ਕਿਸੇ ਮੁਸ਼ਾਇਰੇ 'ਚ ਜਾਣਾ ਇੱਕ ਕਵਿਤਾ ਪੜ੍ਹਨੀ ਆ ਜੀ, ਉਹਨਾਂ ਦੇ ਲਈ ਰਿਆਜ਼ਤ ਏਡੀ ਜ਼ਿਆਦਾ ਜ਼ਰੂਰੀ ਨਹੀਂ ਆ। ਉਹਨਾਂ ਦਾ ਜਦੋਂ ਵੀ ਜਿਹੋ ਜਿਹਾ ਗਲਾ ਹੋਇਆ ਉਹੋ ਜਿਹਾ ਉਹਨਾਂ ਨੇ ਗਾ ਦੇਣਾ, ਕਿਉਂਕਿ ਉਹਨਾਂ ਦੇ ਲਫ਼ਜ਼ ਜ਼ਿਆਦਾ ਮਾਇਨੇ ਰੱਖਦੇ ਆ ਉਹਨਾਂ ਦੀ ਗਾਇਕੀ ਨਾਲੋਂ। ਜਦੋਂ ਤੁਹਾਨੂੰ ਲੋਕ ਗਵਈਆ ਸਮਝਣਗੇ, ਜਦੋਂ ਤੁਸੀਂ ਪੈਦਾ ਨਹੀਂ ਕੀਤੀ ਚੀਜ਼, ਤੁਸੀਂ ਸਿਰਫ ਉਹਨੂੰ ਆਵਾਜ਼ ਦੇ ਰਹੇ ਹੋ ਤੇ ਤੁਹਾਨੂੰ ਆਪਣੀ ਪੁਖਤਗੀ ਦਿਖਾਉਣੀ ਪੈਗੀ। ਇਸੇ ਕਰਕੇ ਖਾਨ ਸਾਹਿਬ ਮਰਹੂਮ ਨੁਸਰਤ ਫਤਿਹ ਅਲੀ ਖਾਨ ਸਾਹਿਬ ਵਰਗੇ ਗਵਈਏ ਏਡੇ ਵੱਡੇ ਮੰਨੇ ਗਏ ਆ। ਉਹ ਸ਼ਾਇਰ ਨਹੀਂ ਸੀ, ਉਹ ਕੰਪੋਜ਼ਰ ਤੇ ਗਵਈਏ ਸੀ, ਹੈ ਨਾ। ਸ਼ਾਇਰ ਦੀ ਆਪਣੀ ਅਹਿਮੀਅਤ ਹੁੰਦੀ, ਗਵਈਏ ਦੀ ਆਪਣੀ ਆ। ਜੇ ਸ਼ਾਇਰੀ ਨਹੀਂ ਹੋਏਗੀ ਗਵਈਆ ਨਹੀਂ ਹੋ ਸਕਦਾ, ਪਰ ਗਵਈਏ ਤੋਂ ਬਿਨਾਂ ਸ਼ਾਇਰੀ ਹੁੰਦੀ ਆ। ਇਸ ਕਰਕੇ ਮੈਂ ਹਮੇਸ਼ਾ ਸ਼ਾਇਰੀ ਦੀ ਅਹਿਮੀਅਤ ਗਵਈਏ ਨਾਲੋਂ ਵੱਧ ਸਮਝਦਾ। ਮੈਂ ਉਸੇ ਲਿਹਾਜ਼ ਨਾਲ ਕਹਿ ਰਿਹਾ ਸੀ, ਜਿਹੜਾ ਗਵਈਆ ਹੈਗਾ ਆ ਜਿਹਨੇ ਸਟੇਜ ਤੇ ਪਰਫਾਰਮ ਕਰਨੀ ਆ, ਉਹਦੇ ਵਿੱਚ ਉਹਨੂੰ ਆਪਣੇ ਆਪ ਨੂੰ ਸੰਗੀਤ ਦੇ ਬੰਨਣ ਦੀ ਵੀ ਜ਼ਾਹਿਰ ਜੀ ਗੱਲ ਆ। ਜਿੱਦਾਂ ਹੁਣ ਅਸੀਂ 3 ਘੰਟੇ ਕੰਟੀਨਿਊਸ ਪਰਫਾਰਮ ਕਰਦੇ ਹਾਂ ਵਿਦਆਊਟ ਐਨੀ ਬ੍ਰੈਥ ਬ੍ਰੇਕ, ਮੇਰੇ ਨਾਲ ਮੇਰੇ ਮਿਊਜ਼ੀਸ਼ੀਅਨਸ ਹੁੰਦੇ ਆ, ਤੁਹਾਡੀ ਰਿਹਰਸਲ ਵੀ ਹੋਣਗੀਆਂ, ਤੁਹਾਡੇ ਥਰੋਟ ਦੀ ਇੰਨੀ ਕੈਪੈਸਿਟੀ ਚਾਹੀਦੀ ਹੈ। ਜੇਕਰ ਤੁਸੀਂ 450 ਪਾਉਂਡਸ ਦੀ ਐਲਵੀਸ ਦੀ ਲੈਗਸ ਲਾਉਣੀਆਂ ਨੇ ਉਹਦੇ ਵਿੱਚ ਜਾ ਕੇ ਜਿਮ 'ਚ, ਤੇ ਤੁਹਾਡੇ ਜੋ ਕੈਪੈਸਿਟੀ ਤਾਂ ਚਾਹੀਦੀ ਹੈ ਨਾ, ਹੌਲੀ ਹੌਲੀ ਬਿਲਟ ਅਪ ਕਰੋਗੇ। ਜੇ ਤੁਸੀਂ 3 ਘੰਟੇ ਜਾ ਕੇ ਗਾਉਣਾ ਹੈ ਤੇ ਉਹ 3 ਘੰਟੇ ਪਹਿਲੇ ਦਿਨ ਨਹੀਂ ਗਾ ਲਓਗੇ, ਪਹਿਲਾਂ ਹੋ ਸਕਦਾ 15 ਗਾਓ, ਫਿਰ ਤੁਹਾਡਾ ਗਲਾ ਬਹਿ ਜੇ, ਫਿਰ ਅੱਧਾ ਘੰਟਾ ਗਾਓਗੇ, ਫਿਰ ਘੰਟਾ ਗਾਓਗੇ। ਇਹ ਰਿਆਜ਼ਤ ਹੈ, ਇਹਨੂੰ ਰਿਆਜ਼ਤ ਕਹਿੰਦੇ ਆ। ਜੇ ਤੁਸੀਂ ਗਲੇ ਨੂੰ ਪਕਾਉਣਾ, ਤੁਹਾਡੀਆਂ ਮੁਰਕੀਆਂ ਬਾਰੀਕੀ ਦੇ ਨਾਲ, ਕਲੈਰਿਟੀ ਨਾਲ ਉਸ ਥਾਂ ਤੇ ਲੱਗਣੀਆਂ ਚਾਹੀਦੀਆਂ ਜਿੱਥੇ ਲੱਗਣੀ ਚਾਹੀਦੀ ਆ। ਸੋ ਇਸ ਹੁਣ ਜਗਜੀਤ ਸਿੰਘ ਹੋਣਾ ਦੀ ਤੁਸੀਂ ਕਹਿੰਦੇ ਹੋ ਕਿ ਯਾਰ ਉਹ ਤਾਂ ਬਹੁਤ ਸਲੋ ਗਜ਼ਲ ਗਾਉਂਦੇ ਸੀ, ਕਦੀ ਤੁਸੀਂ ਉਹਨਾਂ ਦੀ ਗਜ਼ਲ ਨੂੰ ਆਪ ਗਾ ਕੇ ਦੇਖਿਓ, ਜਿਹੜੀ ਬਰੀਕੀ ਦੀ ਉਹਨਾਂ ਦੀ ਮੁਰਕੀ ਸੀ ਉਹ ਕਦੀ ਲੱਗਦੀ ਨਹੀਂ ਹੈਗੀ। ਸੋ ਇਸ ਕਰਕੇ ਇਹ ਬਰੀਕੀ ਜਿਹੜੀ ਮੌਸੀਕੀ ਦੀ ਆ, ਇਹਨੂੰ ਲੋਕ ਬਹੁਤ ਘੱਟ ਸਮਝਦੇ ਆ, ਪਰ ਚੰਗਾ ਮਾੜਾ ਹਰ ਸਮਝ ਸਕਦਾ। ਇਹ ਹਿਊਮਨ ਟੈਂਡੈਂਸੀ ਦੇ ਵਿੱਚ ਪ੍ਰਮਾਤਮਾ ਨੇ ਪਿੱਛੋਂ ਪਾ ਕੇ ਭੇਜਿਆ। ਜੇਕਰ ਦਿਲ ਇੱਕ ਤਾਲ ਦੇ ਸਹਿਤ ਧੜਕਦਾ, ਇਹਦਾ ਮਤਲਬ ਪ੍ਰਮਾਤਮਾ ਨੇ ਸੰਗੀਤ ਤੁਹਾਡੇ ਨਾਲ ਹੀ ਦੇ ਕੇ ਹੀ ਭੇਜਿਆ। ਸੋ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਤਾਲਾ ਹੋ ਗਿਆ, ਕਿਸੇ ਨੂੰ ਇਹ ਲੱਗ ਜਾਂਦਾ ਪਤਾ ਕਿ ਯਾਰ ਇਹਨੇ ਠੀਕ ਨਹੀਂ ਗਾਇਆ। ਸੋ ਉਹ ਹੈ ਨਾ, ਫਿਰ ਉਹੀ ਆਡੀਅנס ਆ ਤੇ ਉਹੀ ਟਰੂ ਆ ਬੇਸਿਕਲੀ। ਸੋ ਹੁਣ ਪਹਿਲੀ ਜ਼ਿੰਦਗੀ ਨਾਲੋਂ ਹੁਣ ਸਰਤਾਜ ਦੀਆਂ ਜਿਹੜੀਆਂ ਜ਼ਿੰਦਗੀ ਦੀਆਂ ਘੜੀਆਂ ਉਹ ਕਿਵੇਂ ਗੁਜ਼ਰ ਰਹੀਆਂ? ਨਹੀਂ ਠੀਕ ਹੈ ਜੀ, ਸਾਰਾ ਕੁਝ ਐਜ਼ ਇਟ ਇਜ਼ ਹੀ ਆ। ਇੱਦਾਂ ਮਸਰੂਫੀਅਤ ਜ਼ਰੂਰ ਵੱਧ ਜਾਂਦੀ ਆ, ਪਰ ਇਹਨਾਂ ਦਿਨਾਂ ਕਰਕੇ ਤੁਸੀਂ ਮਿਹਨਤ ਕਰਦੇ ਹੋ। ਮੈਂ ਕਦੀ ਇਹਨੂੰ ਔਖਾ ਨਹੀਂ ਸਮਝਦਾ, ਕਦੀ ਤੁਹਾਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਯਾਰ ਅੱਛਾ ਹੁਣ ਇਹ ਵੀ ਕਰਨਾ ਪੈਣਾ, ਇਹ ਵੀ ਕਰਨਾ। ਇਸੇ ਕਰਕੇ ਤਾਂ ਮਿਹਨਤ ਕਰਦੇ ਸੀ ਕਿ ਪ੍ਰਮਾਤਮਾ ਨੇ ਤੁਹਾਨੂੰ ਸ਼ੋਹਰਤ ਵੀ ਦਿੱਤੀ, ਇੱਜ਼ਤ ਵੀ ਦਿੱਤੀ, ਦੌਲਤ ਵੀ ਦਿੱਤੀ। ਸੋ ਉਹਦਾ ਸ਼ੁਕਰਾਨਾ ਕਰੀਏ, ਜੋ ਕਰ ਰਹੇ ਹਾਂ ਹੱਸ ਕੇ ਕਰੀਏ, ਕੁਝ ਨਹੀਂ ਘਟਦਾ, ਸਭ ਨੂੰ ਹੱਸ ਕੇ ਮਿਲ ਮਿੱਤਰਾ। ਕਈ ਵਾਰੀ ਤੁਹਾਨੂੰ ਇਹ ਹੁੰਦਾ ਕਿ ਯਾਰ ਫੈਨਸ ਇਕੱਠੇ ਹੋ ਗਏ, ਇੰਨੇ ਬੰਦੇ ਨਾਲ ਫੋਟੋ ਖਿਚਾਉਣੀ ਹੈ, ਤੇ ਮੈਂ ਕਹਿੰਦਾ ਹੁੰਦਾ ਕਿ ਯਾਰ ਇੱਕ ਵੱਡਾ ਕੰਮ ਹੈ, ਤੁਸੀਂ ਖੜਨਾ ਹੀ ਹੈ, ਫੋਟੋ ਉਹਨਾਂ ਨੇ ਖਿੱਚ ਲੈਣੀ ਹੈ, ਹੈ ਨਾ। ਵਕਤ ਹੋਣਾ ਚਾਹੀਦਾ ਤੇ ਵਕਤ ਨਿਕਲ ਵੀ ਜਾਂਦੇ ਆ। ਸੋ ਮੈਂ ਕਦੀ ਵੀ ਅਵੋਇਡ ਨਹੀਂ ਕਰਦਾ। ਜਾਂ ਤਾਂ ਤੁਸੀਂ ਕਿਸੇ ਨੂੰ ਦਿਖੋ ਨਾ, ਜੇ ਦਿਖੋ ਤੇ ਉਹਨੂੰ ਪਿਆਰ ਨਾਲ ਮਿਲੋ, ਕੁਝ ਨਹੀਂ ਘਟਦਾ, ਸਭ ਨੂੰ ਹੱਸ ਕੇ ਮਿਲ ਮਿੱਤਰਾ। ਇਸ ਦੁਨੀਆ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ, ਦੇਖੀ ਤੂੰ ਜਜ਼ਬਾਤ ਕਿਸੇ ਦੇ ਨੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ, ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ। ਹਾਂਜੀ, ਪੰਜਾਬ ਦੇ ਵਿੱਚ ਥੋੜੇ ਸਮੇਂ ਤੋਂ ਇਹੋ ਜਿਹੀ ਹਵਾ ਸਾਨੂੰ ਮਹਿਸੂਸ ਹੋ ਰਹੀ ਆ ਕਿ ਪੰਜਾਬੀ ਜਿਹੜੀ ਗਾਇਕੀ ਆ
ਉਹ ਅਸਲੀਅਤ ਤੋਂ ਹਟ ਕੇ ਥੋੜੀ ਦੂਰ ਜਾ ਰਹੀ ਆ, ਜੀ ਕੀ ਕਹਿਣਾ ਚਾਹੋਗੇ? ਨਹੀਂ, ਅਸਲੀਅਤ ਤੋਂ ਹਟਣਾ ਵੀ ਦੋ ਤਰੀਕੇ ਦਾ ਹੁੰਦਾ ਜੀ। ਇੱਕ ਤਾਂ ਹੁੰਦਾ ਤਸੱਵੁਰ ਦੀ ਸ਼ਾਇਰੀ। ਹੁਣ ਜੇ ਤੁਸੀਂ ਮੈਨੂੰ ਇਹ ਕਹੋ ਕਿ ਯਾਰ ਚਾਨਣੀ ਨੇ ਪੁੰਨਿਆ ਤੇ ਜਲਸਾ ਸਜਾਇਆ ਸਦਾ ਝੀਲ ਨੂੰ ਵੀ ਆ, ਇਹ ਅਸਲੀਅਤ ਤਾਂ ਹੈ ਨਹੀਂ, ਹੈ ਨਾ, ਅਸਲੀਅਤ ਇਹ ਵੀ ਨਹੀਂ ਹੈ, पर ये खूबसूरती है, ये तसव्वुर है। जे मैं कहा कि मैं को काफ़ों में फिरता हूँ अवारा, कभी मखदूनिया कब हूँ बुखारा, मैं उस पर्दा नशी को ढूंढता हूँ कहीं तो महाजबी का हो नज़ारा। दूसरी असलीयत है कि यार ਜਿਹੜੀ ਚੀਜ਼ ਹੁੰਦੀ ਨਹੀਂ ਹੈ ਵੈਸੇ ਇਹ ਧੱਕੇ ਨਾਲ ਵਿੱਚ ਵਾੜ ਰਿਹਾ। ਇਹ ਦੋ ਚੀਜ਼ਾਂ ਨੇ, ਇਹਨਾਂ ਨੂੰ ਪੈਰਲਲੀ ਬਹੁਤ ਖੂਬਸੂਰਤੀ ਨਾਲ ਬੜੀ ਬਰੀਕੀ ਨਾਲ ਤੁਹਾਨੂੰ ਅਲੱਗ ਕਰਨਾ ਪਏਗਾ। ਵੈਸੇ ਇਨ ਜਨਰਲ ਜਾਂ ਤਾਂ ਤਸੱਵੁਰ ਦੀ ਸ਼ਾਇਰੀ ਹੁੰਦੀ ਹੈ ਜਾਂ ਜੋ ਦੁਨੀਆ 'ਚ ਹੋ ਰਿਹਾ ਉਹਦੀ ਸ਼ਾਇਰੀ ਹੁੰਦੀ ਹੈ। ਇਸ ਤੋਂ ਇਲਾਵਾ ਤੀਜੀ ਗੱਲ ਹੁੰਦੀ ਨਹੀਂ ਹੈ। ਜਾਂ ਕਿਸੇ ਚੀਜ਼ ਨੂੰ ਵਧਾ ਚੜਾ ਕੇ ਜ਼ਰੂਰ ਕਹਿ ਦਿੱਤਾ ਜਾਂਦਾ, ਜਿਵੇਂ ਕਿਸੇ ਵੀ ਜਦੋਂ ਕਿਸੇ ਨੂੰ ਤੁਸੀਂ ਕਿਸੇ ਦੀ ਵੀਰਤਾ ਨੂੰ ਦਿਖਾਉਣਾ ਹੋਵੇ, ਤੁਸੀਂ ਕਹਿੰਦੇ ਕਿ ਉਹਨੇ ਪਰਬਤ ਉਖਾੜਤੇ, ਉਹਨੇ ਇਹ ਕਰਤਾ, ਉਹਨੇ ਉਹ ਕਰਤਾ, ਉਹ ਸਿੰਬਲਿਜ਼ਮ ਹੈ ਪੋਇਟਰੀ ਦਾ। ਪਰ ਤੁਸੀਂ ਮੇਰੇ ਖਿਆਲ ਜਿਹੜੇ ਪਾਸੇ ਨੂੰ ਇਸ਼ਾਰਾ ਕਰ ਰਹੇ ਹੋ ਜਾਂ ਤੇ ਤੁਸੀਂ ਬਹੁਤ ਕਲੀਅਰ ਕਰ ਦਿਓ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਮੈਂ ਇਸੇ ਕਰਕੇ ਕਹਿਣਾ ਚਾਹੁੰਦਾ ਕਿ ਜਦੋਂ ਅੱਜ ਦੀ ਜਿਹੜੀ ਗਾਇਕੀ ਹੈਗੀ, ਪਿਛਲੇ ਸਮੇਂ ਦੇ ਵਿੱਚ ਤੁਸੀਂ ਸੁਰਿੰਦਰ ਕੌਰ ਨੂੰ ਸੁਣਿਆ, ਆਸਾ ਸਿੰਘ ਮਸਤਾਨਾ ਨੂੰ ਸੁਣਿਆ, ਤੁਸੀਂ ਪ੍ਰਕਾਸ਼ ਕੌਰ ਨੂੰ ਸੁਣਿਆ, ਤੁਸੀਂ ਨੰਦ ਲਾਲ ਨੂਰਪੁਰੀ ਦੇ ਗੀਤ ਪੜ੍ਹੇ ਹੈਗੇ ਆ। ਜਿਹੜੇ ਅੱਜ ਦੇ ਗੀਤ ਹੈਗੇ ਆ, ਚੱਕ ਲਓ ਰਫਲਾ, ਰਿਵਾਲਵਰ, ਕਬਜ਼ਾ ਲੈਣਾ ਹੈ, ਜਿੱਥੇ ਹੁੰਦੀ ਆ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ, ਇਹਦਾ ਕੀ ਅਸਰ ਪਿਆ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਕੁਛ? ਹਾਂ ਦੇਖੋ, ਜਿਹੜੀ ਵੀਰਤਾ ਆ ਜਾਂ ਜੋਸ਼ੀਲਾਪਨ ਆ ਜਾਂ ਇੱਕ ਦਲੇਰੀ ਆ, ਉਹ ਸਾਨੂੰ ਸਾਡੇ ਖੂਨ 'ਚ ਮਿਲੀ ਆ, ਸਾਡੇ ਪੁਰਖਿਆਂ ਤੋਂ ਮਿਲੀ ਆ, ਸਾਡੀ ਵਿਰਾਸਤ 'ਚੋਂ ਮਿਲੀ ਆ। ਪਰ ਉਹਦਾ ਜਿਹੜਾ ਇਸਤੇਮਾਲ ਆ ਉਹ ਕਿੱਥੇ ਕਰਨਾ ਇਹ ਪਤਾ ਹੋਣਾ ਚਾਹੀਦਾ ਬੇਸਿਕਲੀ। ਮੈਂ ਇਹ ਬਹੁਤ ਪਤਾ ਕੀ ਹੈ ਜੀ, ਕੋਈ ਵੀ ਮਾੜਾ ਨਹੀਂ ਹੁੰਦਾ। ਪੰਜਾਬ ਦੀ ਮੰਡੀਰ ਨੂੰ ਤੁਸੀਂ ਕਹਿੰਦੇ ਯਾਰ ਨਸ਼ੇ ਕਰਦੇ ਲੜ ਪਏ ਆ, ਕਦੀ ਤੁਸੀਂ ਉਹਨਾਂ ਨਾਲ ਪਿਆਰ ਨਾਲ ਬੈਠ ਕੇ ਉਹਨਾਂ ਦੀ ਮਾਂ ਦੀ ਗੱਲ ਕਰੋ, ਉਹ ਵੀ ਮਾਂ ਨੂੰ ਉਨਾ ਹੀ ਪਿਆਰ ਕਰ ਰਹੇ ਹੁੰਦੇ ਆ। ਗੱਲ ਇਹ ਹੁੰਦੀ ਹੈ ਕਿ ਤੁਸੀਂ ਨਿੱਘ ਨਹੀਂ ਦੇ ਪਾਉਂਦੇ ਕਿਸੇ ਬੰਦੇ ਨੂੰ। ਕਿਸੇ ਬੰਦੇ ਨੂੰ ਲੱਗਦਾ ਕਿ ਦੁਨੀਆ ਮੇਰੇ ਤੋਂ ਵਿਖਰੀ ਹੋਈ ਆ, ਅੱਛਾ ਮੈਂ ਵੀ ਕੁਛ ਨਹੀਂ ਜਾਣਦਾ ਇਹਨੂੰ। ਜਿਹੜੀ ਮੈਂ ਗੱਲ ਕਹਿਣਾ, ਅਸੀਂ ਚੰਡੀਗੜ੍ਹ ਰਹਿੰਦੇ ਹਾਂ, ਤੁਸੀਂ ਗੇੜੀ ਰੂਟ 10 ਸੈਕਟਰ ਕਦੀ ਜਾਓ, ਜੀਪਾਂ ਤੇ ਮੁੰਡੇ ਵੱਡਿਆਂ ਘਰਾਂ ਦੇ ਕਾਕੇ ਘੁੰਮਦੇ ਹੁੰਦੇ ਆ, ਤੁਹਾਨੂੰ ਇਹ ਲੱਗਦਾ ਯਾਰ ਇਹ ਤਾਂ ਸਾਡੀ ਆਡੀਅנס ਹੀ ਨਹੀਂ ਹੈਗੀ। ਪਰ ਕਈ ਵਾਰੀ ਤੁਸੀਂ ਉਹਨਾਂ ਨਾਲ ਬੈਠ ਕੇ ਕਈ ਵਾਰੀ ਗੱਲ ਹੋ ਜਾਂਦੀ, ਉਹ ਤੁਹਾਡੇ ਆ ਕੇ ਗੋਡੀਆਂ ਲਾਉਂਦੇ, ਭਾਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਗਾਣਾ ਸੁਣਿਆ ਸੀ, ਬਹੁਤ ਸੋਹਣਾ ਸੀ। ਤੁਹਾਡੀਆਂ ਪਰਸੈਪਸ਼ਨਸ ਚੇਂਜ ਹੋਈਆਂ ਹੈ ਬੇਸਿਕਲੀ ਕਈਆਂ ਚੀਜ਼ਾਂ ਕਰਕੇ। ਮੈਂ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਇਸ ਕਰਕੇ ਮੈਂ ਕਹਿੰਦਾ ਕਿ ਇਹ ਜਿਹੜੀਆਂ ਚੀਜ਼ਾਂ ਆ ਬਾਰੀਕ ਮਲੂਕ, ਇਹਨਾਂ ਨੂੰ ਮਲੂਕੀ ਦੇ ਨਾਲ ਹੀ ਠੀਕ ਕਰਨਾ ਪੈਣਾ। ਬਿਨਾਂ ਸ਼ੱਕ ਜਿਹੜੀਆਂ ਤੁਸੀਂ ਗਾਣੇ ਦੀ ਗੱਲ ਕੀਤੀ ਆ, ਉਹਨਾਂ ਦਾ ਬੇਸ਼ੱਕ ਅਸਰ ਹੁੰਦਾ ਜਦੋਂ ਕਿਤੇ ਸ਼ੂਟ ਅਪ ਹੁੰਦਾ, ਜਦੋਂ ਕੋਈ ਗੈਂਗਸਟਰਸ ਬਣਦੇ ਨੇ। ਉਹ ਮੈਂ ਤੁਸੀਂ ਵੀ ਵੀਡੀਓਜ਼ ਦੇਖੀਆਂ ਹੋਣਗੀਆਂ, ਕਿਸੇ ਨੇ ਕਿਸੇ ਨੂੰ ਸ਼ੂਟ ਕੀਤਾ, ਉਸ ਤੋਂ ਬਾਅਦ ਕੋਈ ਗਾਣਾ ਲਾ ਕੇ ਉਹ ਨਾਚ ਭੰਗੜਾ ਵੀ ਪਾ ਰਿਹਾ। ਇਟ ਮੀਨਸ ਕਿ ਜੇਕਰ ਉਸ ਗਾਣੇ ਦਾ ਉੱਤੇ ਇੰਨਾ ਅਸਰ ਆ ਕਿ ਉਹ ਬੰਦਾ ਕਿਸੇ ਨੂੰ ਬੰਦੇ ਨੂੰ ਮਾਰ ਕੇ ਉੱਤੇ ਨੱਚ ਸਕਦਾ, ਇਹਦਾ ਮਤਲਬ ਕਿ ਉਹਦੀ ਜ਼ਹਿਨੀਅਤ 'ਤੇ ਉਹਦਾ ਅਸਰ ਹੈ। ਮੇਰੀ ਇਹੀ ਟੈਟ ਟਾਕ ਸੀਗੀ ਕਿ ਜੇਕਰ ਤੁਸੀਂ ਕਿਸੇ ਲੋਰੀ ਨਾਲ ਬੱਚੇ ਨੂੰ ਸੜਾ ਸਕਦੇ ਹੋ, ਜੇ ਕੋਈ ਵਾਰ ਸੁਣਾ ਕੇ, ਜੰਗ ਦੀ ਵਾਰ ਸੁਣਾ ਕੇ, ਚੰਡੀ ਦੀ ਵਾਰ ਸੁਣਾ ਕੇ, ਜਾਂ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਸੁਣਾ ਕੇ, ਜਾਂ ਸ਼ਾਹਨਾਮੇ ਦਾ ਸੁਣਾ ਕੇ ਤੁਸੀਂ ਕਿਸੇ ਨੂੰ ਮਾਰਨ ਲਈ ਤਿਆਰ ਕਰ ਸਕਦੇ ਹੋ, ਇਟ ਮੀਨਸ ਕਿ ਇਹ ਵੀ ਵਾਰਾਂ ਹੀ ਨੇ। ਪਰ ਇਹਨਾਂ ਦਾ ਇਸਤੇਮਾਲ ਸਹੀ ਢੰਗ ਦਾ ਨਹੀਂ ਹੋ ਰਿਹਾ, ਜਿੱਥੇ ਹੋਣਾ ਚਾਹੀਦਾ ਉੱਥੇ ਨਹੀਂ ਹੋ ਰਿਹਾ। ਜਿੱਥੇ ਜ਼ਰੂਰਤ ਆ, ਜਿੱਥੇ ਤੁਹਾਨੂੰ ਲੱਗਦਾ ਕਿ ਕਿਸੇ ਮਜ਼ਲੂਮ ਤੇ ਜ਼ੁਲਮ ਹੋ ਰਿਹਾ, ਸਾਡੀ ਕੌਮ ਤੇ ਕੋਈ ਅਸਰ ਹੋ ਰਿਹਾ, ਸਾਡੇ ਮੁਲਕ ਤੇ ਕੋਈ ਅਸਰ ਹੋ ਰਿਹਾ, ਉੱਥੇ ਲੜੋ, ਜਾ ਕੇ ਸਿਰ ਕੱਢ ਕੇ ਲੜੋ, ਲੜਨਾ ਚਾਹੀਦਾ। ਪਰ ਜੇ ਤੁਸੀਂ ਐਂ ਲੜੋ ਕਿ ਇਹਨੇ ਮੈਨੂੰ ਟੇਢਾ ਦੇਖਿਆ ਸੀ, ਮੈਂ ਤਾਂ ਹੁਣ ਇਹਨੂੰ ਬੇਸਬਾਲ ਨਾਲ ਭੰਨ ਦੂੰਗਾ ਜਾਂ ਮੈਂ ਤੇ ਸ਼ੂਟ ਕਰ ਦੂੰਗਾ, ਮੈਨੂੰ ਨਹੀਂ ਲੱਗਦਾ ਉਹ ਕੋਈ ਚੰਗੀ ਜ਼ਿਆਦਾ ਵੱਡੀ ਗੱਲ ਆ। ਕਿਉਂਕਿ ਉਹਦੇ ਨਾਲ ਇੱਕ ਤਾਂ ਕਿਸੇ ਦਾ ਜਾਇਆ ਜਾਂਦਾ ਰਹੇਗਾ, ਇੱਕ ਤੁਸੀਂ ਤਕਰੀਬਨ ਹੋ ਸਕਦਾ ਜ਼ਿੰਦਗੀ ਦੇ 15-20 ਸਾਲ ਜੇਲ੍ਹ 'ਚ ਗੁਜ਼ਾਰੋਗੇ, ਉਸ ਤੋਂ ਬਾਅਦ ਉਮਰ ਲੰਘ ਗਈ ਹੁੰਦੀ ਹੈ, ਕੁਛ ਕਰਨ ਨੂੰ ਰਹਿੰਦਾ ਨਹੀਂ ਹੈ। ਜੇ ਤੁਸੀਂ ਬਰੀਕੀ ਨਾਲ ਸੋਚੋ ਤੇ ਇਹਦੇ ਵਿੱਚੋਂ ਨਿਕਲਣਾ ਵੈਸੇ ਕੁਛ ਨਹੀਂ ਹੈ। ਇਹ ਜ਼ਰੂਰ ਹੁੰਦਾ ਕਿ ਤੁਹਾਨੂੰ ਇੱਕ ਕਿਸਮ ਦੀ ਗਲੋਰੀ ਮਿਲਦੀ ਆ ਥੋੜ੍ਹੇ ਟਾਈਮ ਦੇ ਲਈ ਕਿ ਅੱਛਾ ਜੀ ਉਹ ਫਲਾਨਾ ਬਹੁਤ ਘੈਂਟ ਆ ਜੀ, ਫਲਾਨਾ ਬਹੁਤ ਘੈਂਟ ਆ। ਪਰ ਸਰਟਨ ਅਮਾਊਂਟ ਆਫ ਟਾਈਮ ਤੋਂ ਬਾਅਦ ਤੁਹਾਨੂੰ ਲੱਗਦਾ ਯਾਰ ਕਿ ਅੱਛਾ ਮੈਂ ਤੇ ਜ਼ਿੰਦਗੀ ਇੱਦਾਂ ਵੀ ਜੀ ਸਕਦਾ ਸੀ, ਪਿਆਰ ਵੀ ਹੋ ਸਕਦਾ ਸੀ, ਉਹ ਜਿਹੜੀ ਕੁੜੀ ਮੈਨੂੰ ਪਿਆਰ ਕਰਦੀ ਸੀ ਮੈਂ ਉਹਨੂੰ ਕਰਦਾ ਸੀ, ਉਹਨਾਂ ਵਿਆਹ ਵੀ ਹੋ ਸਕਦਾ ਸੀਗਾ, ਸਾਡੇ ਹੈ ਨਾ ਪਰਿਵਾਰ ਚੱਲ ਸਕਦਾ ਸੀਗਾ। ਪਰ ਉਹ ਲੇਟ ਸੋਚਣ ਨਾਲੋਂ ਜੇ ਪਹਿਲਾਂ ਸੋਚ ਲਈਏ, ਪਰ ਇਹ ਉਮਰ ਇਹੋ ਜਿਹੀ ਹੁੰਦੀ ਆ, ਇਹਦੇ ਵਿੱਚ ਸਮਝ ਨਹੀਂ ਆਉਂਦੀ। ਸੋ ਬਹੁਤ ਤਰੀਕੇ ਲੱਭਣੇ ਪੈਣੇ ਆ। ਮੈਨੂੰ ਨਵਜੋਤ ਜੀ ਨੇ ਬੁਲਾਇਆ ਪੰਜਾਬ ਦੀ, ਉਹ ਕਹਿੰਦੇ ਕਿ ਅਸੀਂ ਕੀ ਕਹਿੰਦੇ ਹੁੰਦੇ ਆ, ਥੋੜ੍ਹੀ ਜਿਹੀ ਮੋਡੀਫਾਈ ਕਰਨੀ ਹੈ ਪੰਜਾਬ ਦੀ ਕਲਚਰਲ ਪੋਲਿਸੀ। 29 ਜਾਂ 35 ਬੰਦੇ ਸੱਦੇ, ਮੈਂ ਤਾਂ ਸਾਰਿਆਂ 'ਚ ਜੂਨੀਅਰ ਸੀ ਉਹਨਾਂ 'ਚ, ਅਤੇ ਮੈਨੂੰ ਕਹਿੰਦੇ ਤੁਸੀਂ ਵੀ ਕੋਈ ਮਸ਼ਵਰਾ ਦਿਓ। ਸਾਰਿਆਂ ਨੇ, ਕਿਸੇ ਨੇ ਕਿਹਾ ਕਿ ਅੱਛਾ ਜੀ ਚੰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ, ਕਿਸੇ ਨੇ ਕਿਹਾ ਚੰਗਾ ਮਿਊਜ਼ਿਕ ਹੋਣਾ ਚਾਹੀਦਾ, ਕਿਸੇ ਨੇ ਕਿਹਾ ਸੈਂਸਰ ਬੋਰਡ ਹੋਣਾ ਚਾਹੀਦਾ, ਕਿਸੇ ਨੇ ਕਿਹਾ ਦਿਸ ਐਂਡ ਦੈਟ। ਮੈਨੂੰ ਜਿਹੜਾ ਲੱਗਿਆ ਬੀਇੰਗ ਰਿਸਰਚ ਸਕਾਲਰ ਜਾਂ ਪੰਜਾਬ ਦੇ ਵਿੱਚ ਨੌਜਵਾਨਾਂ 'ਚ ਵਿਚਰਦੇ ਹੋਏ, ਕਿ ਤੁਹਾਨੂੰ ਉਹਨਾਂ ਦੀ ਸਾਈਕੋਲੋਜੀ 'ਤੇ ਕੰਮ ਕਰਨਾ ਪਏਗਾ। ਜਿੱਡੀ ਮਰਜ਼ੀ ਚੰਗੀ ਫਿਲਮ ਬਣਾ ਲਓ, ਜਿੱਡਾ ਮਰਜ਼ੀ ਚੰਗਾ ਮਿਊਜ਼ਿਕ ਕਰ ਲਓ, ਜਿੱਡੇ ਮਰਜ਼ੀ ਸਪੀਕਰ ਲਾ ਲਓ ਗੁਰਬਾਣੀ ਦੇ, ਜੋ ਉਹਨਾਂ ਨੇ ਸੁਣਨਾ ਉਹੀ ਸੁਣਨਾ। ਜੇ ਉਹਨਾਂ ਨੂੰ ਬੈਠ ਕੇ
ਸਾਈਕੋਲੋਜੀਕਲੀ ਉਹਨਾਂ ਦੀ ਚੇਂਜ ਕਰੋਗੇ ਨਾ ਕਿ ਯਾਰ ਇਦਾਂ ਕਰਨ ਨਾਲ ਇਦਾਂ ਹੋ ਜਾਂਦਾ, ਇਦਾਂ ਹੋ ਜਾਂਦਾ। ਅਸੀਂ 2 ਜਗ੍ਹਾ ਕੀਤਾ ਪੰਜਾਬ ਦੇ ਨੇੜੇ ਯੂਨੀਵਰਸਿਟੀਜ਼ ਨੇ। ਮੈਂ ਹੁੰਦਾ ਸੀ ਨੌਨਿਹਾਲ ਸਿੰਘ ਹੁੰਦੇ ਸੀ, SSP ਹੁੰਦੇ ਸੀ ਉਦੋਂ ਚੰਡੀਗੜ੍ਹ ਦੇ, 1-2 ਹੋਰ ਕੋਈ ਮੈਂਬਰ ਪਾਰਲੀਮੈਂਟ ਸੀ, ਇੱਕ ਲੇਡੀ ਸੀਨੀਅਰ IAS ਸੀਗੀ। ਅਸੀਂ ਬੈਠਣਾ, ਅਸੀਂ ਕੁਐਸਚਨ ਆਨਸਰ ਹੋਣੇ ਤੇ ਬੱਚਿਆਂ ਨੂੰ ਥੋੜ੍ਹਾ ਬਹੁਤ ਸਮਝਣ ਆਉਣ ਲੱਗ ਜਾਂਦਾ ਸੀਗਾ ਕਿ ਯਾਰ ਆਹ ਚੀਜ਼ਾਂ ਚੰਗੀਆਂ, ਆਹ ਕਰਨ ਨਾਲ ਨੁਕਸਾਨ ਹੋ ਸਕਦੇ ਆ, ਪਰ ਜਿਹੜੀ ਉਮਰ ਆ ਉਹਦੇ 'ਚ ਹਰ ਬੰਦਾ ਹਰਕਤਾਂ ਵੀ ਕਰਦਾ, ਮਤਲਬ ਕਿ ਗਲਤੀਆਂ ਵੀ ਕਰਦਾ। ਉਮਰ ਹੁੰਦੀ ਆ ਗਲਤੀਆਂ ਦੀ, ਤੁਸੀਂ ਉਹਨੂੰ ਟਾਲ ਨਹੀਂ ਸਕਦੇ, ਬਸ ਕਿਤੇ ਨਾ ਕਿਤੇ ਆ ਕੇ ਰੋਕ ਲਾ ਸਕਦੇ ਕਿ ਅੱਛਾ ਯਾਰ ਤੇਰੀਆਂ ਗਲਤੀਆਂ ਹੁਣ ਐਨਫ ਹੋ ਗਈਆਂ, ਹੁਣ ਇਸ ਤੋਂ ਬਾਅਦ ਸੁਧਰ ਜਾਈਏ। ਕਿਉਂਕਿ ਕਿਸੇ ਕਲਾ ਦੀ ਦਾਤ ਅਸਲ ਵਿੱਚ ਰੱਬੀ ਹੁੰਦੀ ਹੈ, ਅਕਲ ਆਉਣ ਦੀ ਉਮਰ ਆਖਰੀ 26 ਹੁੰਦੀ ਹੈ। ਤੁਸੀਂ ਜ਼ਿਕਰ ਕੀਤਾ ਕਿ ਤੁਹਾਡਾ ਵਿੱਦਿਆ ਦੇ ਨਾਲ, ਪੜ੍ਹਾਈ ਦੇ ਨਾਲ ਬੜਾ ਡੂੰਘਾ ਰਿਸ਼ਤਾ ਰਿਹਾ ਤੇ ਹੈ ਵੀ ਜੀ। ਸੁਰਜੀਤ ਪਾਤਰ ਜੀ ਦੀ ਇੱਕ ਕਵਿਤਾ ਆਈ ਸੀ ਪਿੱਛੇ ਹੈ ਕਿ ਉਹ ਵੀ ਜਗ੍ਹਾ ਹੈਗੀ ਆ ਜਿੱਥੇ ਆਪਣੀ ਮਾਤ ਭਾਸ਼ਾ ਬੋਲਣ ਤੇ ਜੁਰਮਾਨਾ ਹੁੰਦਾ ਹੈ। ਤੁਸੀਂ ਉਸ ਹਵਾ ਬਾਰੇ, ਜਿਹੜੀ ਪੰਜਾਬ ਦੇ ਵਿੱਚ ਹੁਣ ਜਿਹੜੀ ਪੰਜਾਬੀ ਅਸੀਂ ਸੋਚਦੇ ਹਾਂ, ਅਸੀਂ ਇੱਥੇ ਬੈਠੇ ਸੋਚਦੇ ਹਾਂ ਕਿ ਪੰਜਾਬੀ ਖਤਮ ਹੋ ਰਹੀ ਆ, ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਆ ਗਿਆ ਹੈਗਾ, ਤੁਸੀਂ ਉਸ ਪੰਜਾਬੀ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜੇਕਰ ਬੱਚਿਆਂ ਨੂੰ ਬੱਚੇ ਇੱਕ ਮਿੱਟੀ ਦੇ ਪੁਤਲੇ ਹੁੰਦੇ ਆ, ਕੱਚੀ ਮਿੱਟੀ ਕੋਰੇ ਕਾਗਜ਼, ਹਾਂਜੀ, ਕੋਰੇ ਕਾਗਜ਼ ਹੁੰਦੇ, ਉਹਨਾਂ ਤੇ ਜੋ ਲਿਖ ਦੋਗੇ ਉਹੋ ਜਿਹੇ ਉਹਨਾਂ ਦੇ ਹੋ ਜਾਣਾ। ਜੇ ਮਾਪੇ ਜਾਂ ਟੀਚਰ ਜਾਂ ਤੁਸੀਂ ਚਾਹੁੰਦੇ ਹੋ, ਖਾਸ ਤੌਰ ਤੇ ਮੀਡੀਆ, ਕਿ ਯਾਰ ਇਹ ਹੋਣੀਆਂ ਚਾਹੀਦੀਆਂ ਚੀਜ਼ਾਂ ਤੇ ਉਹ ਹੋਣੀਆਂ ਚਾਹੀਦੀਆਂ। ਮੈਂ ਵੀ ਇਹ ਕਿਹਾ ਸੀਗਾ ਕਿ ਜਦੋਂ ਮੁੱਢਲੀ ਪੜ੍ਹਾਈ ਵਿੱਚ ਹੋਰ ਦੀਆਂ ਜ਼ੁਬਾਨਾਂ, ਕਿਹਨੇ ਪੁੱਛਣਾ ਫਿਰ ਤੈਨੂੰ ਸਰਤਾਜ ਬੇਈਮਾਨਾ, ਉਦੋਂ ਸੱਸਾ ਹਾਹਾ ਕੱਕਾ ਖੱਖਾ ਗੱਗਾ ਵੀ ਨਹੀਂ ਰਹਿੰਦਾ, ਜਦੋਂ ਢੋਲ ਪਟ ਜਾਵੇ ਉਦੋਂ ਡੱਗਾ ਵੀ ਨਹੀਂ ਰਹਿੰਦਾ, ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ। ਮੈਂ ਨਹੀਂ ਕਹਿੰਦਾ ਕਿ ਤੁਸੀਂ ਫਰੈਂਚ ਨਾ ਸਿੱਖੋ, ਇੰਗਲਿਸ਼ ਨਾ ਬੋਲੋ। ਮੈਂ ਵੀ ਇੰਗਲਿਸ਼ ਫਿਲਮ ਕੀਤੀ ਹੈ, ਮੈਨੂੰ ਫਾਰਸੀ ਜ਼ੁਬਾਨ ਨਾਲ ਬੇਇੰਤਹਾ ਇਸ਼ਕ ਹੈ। ਮੈਂ ਉਹਦੀ ਸ਼ਾਇਰੀ ਪੜ੍ਹਦਾ, ਮੈਨੂੰ ਉਰਦੂ ਵੀ ਚੰਗੀ ਲੱਗਦੀ ਹੈ। ਪਰ ਮੈਂ ਜਦੋਂ ਪੰਜਾਬੀ ਬੋਲੂੰਗਾ ਤੇ ਮੇਰੀ ਪੰਜਾਬੀ ਲਿਖਤ, ਪੜ੍ਹਨ 'ਚ, ਬੋਲਣ 'ਚ, ਤਲੱਫੁਜ਼ ਦੀ ਦਰੁਸਤਗੀ ਹੋਣੀ ਚਾਹੀਦੀ ਹੈ। ਤੁਹਾਨੂੰ ਆਪਣੀ ਜ਼ੁਬਾਨ 'ਚ ਨਹੀਂ ਆਉਂਦੀ, ਜਦੋਂ ਤੁਸੀਂ ਆਪਣੇ ਵਰਗੇ ਹੋ ਕੇ ਬਾਹਰਲਿਆਂ ਨੂੰ ਨਹੀਂ ਦੱਸੋਗੇ ਤੇ ਬਾਹਰਲਿਆਂ ਨੇ ਕਦਰ ਨਹੀਂ ਪਾਉਣੀ। ਜੇ ਮੈਂ ਬ੍ਰਿਟਿਸ਼ ਵਾਗਾ ਹੋ ਕੇ ਬ੍ਰਿਟਿਸ਼ ਹੋਊਂਗਾ ਨਾ ਜੀ, ਉਹਨੇ ਕਹਿਣਾ ਤੇਰੇ ਨਾਲੋਂ ਬੈਟਰ ਤੇ ਇੱਥੇ ਬ੍ਰਿਟਿਸ਼ ਹੈਗੇ ਆ, ਹੈ ਨਾ, ਤੇਰੀ ਆਪਣੀ ਖੂਬੀ ਕੀ ਹੈ, ਤੇਰਾ ਆਪਣਾ ਕਲਚਰ ਕੀ ਹੈ। ਸੋ ਲੋਕਾਂ ਦੀਆਂ ਜ਼ੁਬਾਨਾਂ ਸਿੱਖੋ। ਜਦੋਂ ਤੁਸੀਂ ਆਪਣੀ ਨੁਮਾਇੰਦਗੀ ਕਰਨੀ ਇੰਟਰਨੈਸ਼ਨਲ ਤੌਰ ਤੇ, ਤਾਂ ਤੁਹਾਡੀ ਪੰਜਾਬੀ ਜ਼ੁਬਾਨ ਕਿਸੇ ਨੂੰ ਸਮਝ ਨਹੀਂ ਆਉਣੀ, ਗੋਰਿਆਂ ਨੂੰ, ਨਾ ਨਿਊਯਾਰਕ ਟਾਈਮ ਸਕੁਏਅਰ ਤੇ ਨਾ ਇੱਥੇ ਲੰਡਨ 'ਚ, ਤੇ ਉਹ ਤੁਹਾਨੂੰ ਉਹਨਾਂ ਦੀ ਜ਼ੁਬਾਨ 'ਚ ਆ ਕੇ ਦੱਸਣਾ ਪਏਗਾ। ਪਰ ਤੁਹਾਡੇ ਕੋਲ ਘੱਟੋ ਘੱਟ ਕਹਿਣ ਨੂੰ ਕੁਛ ਹੋਵੇ ਕਿ ਮੇਰੇ ਕੋਲ ਇਹ ਆ। ਪਰ ਤੁਹਾਡੇ ਕੋਲ, ਸ਼ਾਇਦ ਮੈਂ ਇਸ ਗੱਲ ਨਾਲ ਤੁਹਾਡਾ ਸਹਿਮਤ ਨਹੀਂ ਹੈਗਾ, ਹਰਸ਼ਿੰਦਰ ਕੌਰ ਜੀ ਜਨੀਵਾ ਵਿੱਚ ਆਏ ਸੀਗੇ, UN ਦੇ ਵਿੱਚ, ਉਹਨਾਂ ਨੇ ਪੰਜਾਬੀ 'ਚ ਭਾਸ਼ਣ ਦਿੱਤਾ ਤੇ ਉਹਨਾਂ ਨੂੰ ਬੜਾ ਔਖਾ ਸਮਾਂ ਦੇਖਣਾ ਪਿਆ ਪੰਜਾਬ ਜਾ ਕੇ। ਅਸੀਂ ਇੱਥੇ ਦੇਖਦੇ ਹਾਂ ਜਰਮਨ ਦੀ ਜਿਹੜੀ ਐਂਜਲਾ ਮਰਕਲ ਹੈਗੀ ਆ, ਜਾਂ ਰੂਸ ਦਾ ਪ੍ਰੈਜ਼ੀਡੈਂਟ ਹੈਗਾ, ਅਸੀਂ ਕਦੇ ਵੀ ਇੱਕ ਅੰਗਰੇਜ਼ੀ ਦਾ ਸ਼ਬਦ ਉਹਨਾਂ ਮੂੰਹੋਂ ਸੁਣਦੇ ਨਹੀਂ ਹੈਗੇ ਜੀ। ਸੋ UN ਦੇ ਵਿੱਚ ਜਾਂਦੇ ਆ ਤੁਸੀਂ, ਉਹ ਆਪ ਲੋਕ ਆਪਣੀ ਭਾਸ਼ਾ ਬੋਲਦੇ ਨੇ, ਇਰਾਨ ਦੇ ਇਰਾਨੀ ਬੋਲਦੇ ਨੇ, ਅਫਗਾਨੀ ਬੋਲਦੇ ਨੇ। ਨਹੀਂ, ਤੁਸੀਂ ਗੱਲ ਕਰ ਰਹੇ ਹੋ ਇੰਟਰਨੈਸ਼ਨਲੀ, ਜਿੱਥੇ ਤੁਹਾਡੇ ਕੋਲ ਦੁਭਾਸ਼ੀਏ ਮੌਜੂਦ ਨੇ, ਬੇਸਿਕਲੀ ਕਿ ਤੁਹਾਡੀ ਗੱਲ ਉਹਨਾਂ ਨੇ ਟ੍ਰਾਂਸਫਰ ਕਰਕੇ ਉਹਨਾਂ ਨੂੰ ਦੱਸ ਦੇਣੀ ਹੈ। ਜਦੋਂ ਤੁਸੀਂ ਆਮ ਆਵਾਮ ਨਾਲ ਮਿਲਣਾ ਨਾ ਕਿਤੇ ਜਾ ਕੇ, ਫਰਜ਼ ਕਰੋ ਹੁਣ ਸਾਡੀ ਫਿਲਮ ਜਦੋਂ ਅਸੀਂ ਥੈਟਫੋਰਡ ਦੇ ਵਿੱਚ ਪਹਿਲੀ ਵਾਰੀ ਉਹਦਾ ਪ੍ਰੀਮੀਅਰ ਕੀਤਾ, ਜਿੱਥੇ ਮਹਾਰਾਜਾ ਦਲੀਪ ਸਿੰਘ ਉਹਨਾਂ ਦੀ ਗ੍ਰੇਵ ਆ, ਉੱਥੇ 95% ਗੋਰੇ ਸੀ ਲੋਕ ਜੀ। ਉਹਨਾਂ ਨੇ ਇੰਗਲਿਸ਼ 'ਚ ਫਿਲਮ ਦੇਖਣੀ ਸੀ, ਦੇਖੀ, ਤੇ ਉਹਨਾਂ ਨੇ ਆ ਕੇ ਬਾਅਦ 'ਚ ਮੇਰੇ ਨਾਲ ਉਹਦੇ ਕਈ ਵਿਮਨ ਤਾਂ ਰੋਈਆਂ ਜੀ। ਕਈਆਂ ਨੇ ਕਿਹਾ ਕਿ ਆਈ ਫੀਲ ਸੋ ਅਸ਼ੇਮਡ ਦੈਟ ਵੀ ਡਿਡ ਦੈਟ, ਕਿ ਆਈ ਐਮ ਸੋ ਸੌਰੀ, ਕਿ ਅੱਛਾ ਜੀ ਸਾਡਾ ਮਹਾਰਾਜਾ ਦੇ ਨਾਲ ਇਸ ਤਰ੍ਹਾਂ ਹੋਇਆ। ਜਜ਼ਬਾਤ ਬਹੁਤ ਮਾਇਨੇ ਰੱਖਦੇ ਆ। ਜਦੋਂ ਤੁਹਾਨੂੰ ਉਹਨਾਂ ਨੇ ਇਹ ਗੱਲ ਕਹੀ, ਤੁਹਾਨੂੰ ਸਾਰਾ ਕੁਝ ਭੁੱਲ ਗਿਆ ਕਿ ਤੁਸੀਂ ਕਿਹੜੀ ਜ਼ੁਬਾਨ 'ਚ ਇੰਗਲਿਸ਼ ਫਿਲਮ ਬਣਾਈ ਸੀ, ਤੁਹਾਡਾ ਮੈਸੇਜ ਕਨਵੇ ਹੋ ਗਿਆ ਬੇਸਿਕਲੀ। ਪਰ ਜਦੋਂ ਮੈਂ ਸ਼ਾਇਰੀ ਕਰੂੰਗਾ, ਜਦੋਂ ਮੈਂ ਕਹੂੰਗਾ ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ, ਤੇ ਮੇਰੀ ਜ਼ੁਬਾਨ 'ਚ ਹੀ ਹੋਏਗਾ। ਮੈਨੂੰ ਉਸ ਤੋਂ ਬੈਟਰ ਮੈਂ ਇੰਗਲਿਸ਼ ਜ਼ੁਬਾਨ 'ਚ ਨਹੀਂ ਲਿਖ ਸਕਦਾ, ਮੈਂ ਜਰਮਨ, ਫਰੈਂਚ ਜਾਂ ਫਾਰਸੀ 'ਚ ਵੀ ਨਹੀਂ ਲਿਖ ਸਕਦਾ। ਇਸ ਕਰਕੇ ਤੁਸੀਂ ਮਾਂ ਬੋਲੀ ਦੀ ਜਿਹੜੀ ਅਹਿਮੀਅਤ ਕਹੀ ਆ, ਬਿਲਕੁਲ ਲਾਜ਼ਮੀ ਆ। ਤੁਹਾਨੂੰ ਆਪਣੀ ਮਾਂ ਬੋਲੀ ਪਰਫੈਕਟਲੀ ਆਉਣੀ ਚਾਹੀਦੀ ਹੈ। ਉਦੋਂ ਹੀ ਆਊਗੀ ਜਦੋਂ ਤੁਸੀਂ ਪਹਿਲੀ ਜਮਾਤ ਤੋਂ 5ਵੀਂ ਤੱਕ ਘੱਟੋ ਘੱਟ ਉਹਨੂੰ ਊੜੇ ਤੱਕ ਸਿਖਾ ਦੋਗੇ, ਉਹਨੂੰ ਉਹਦਾ ਬੇਸ ਬਣ ਜਾਊਗਾ। ਉਸ ਤੋਂ ਬਾਅਦ ਦੂਜੀਆਂ ਲੈਂਗੁਏਜ ਵੀ ਓਬਵੀਅਸਲੀ ਸਿੱਖਣੀਆਂ ਚਾਹੀਦੀਆਂ, ਕਿਉਂਕਿ ਜੇ ਤੁਸੀਂ ਬਾਹਰ ਕੰਮ ਕਰਦੇ। ਅਸੀਂ ਤੁਹਾਨੂੰ ਆਈਕਨ ਸਮਝਦੇ ਹਾਂ, ਆਪਣਾ ਇੱਕ ਨਿਸ਼ਾਨ ਚਿੰਨ੍ਹ ਸਮਝਦੇ ਹਾਂ ਪੰਜਾਬੀ ਦਾ, ਔਰ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਰਾਹੀਂ ਇਹ ਜਿਹੜਾ ਸੁਨੇਹਾ ਹੈਗਾ ਉਹਨਾਂ ਮਾਪਿਆਂ ਤੱਕ ਜਾਵੇ, ਉਹਨਾਂ ਬੱਚਿਆਂ ਤੱਕ ਜਾਵੇ, ਜਵਾਨਾਂ ਤੱਕ ਜਾਵੇ, ਜਿਹੜੇ ਕਿ ਪੰਜਾਬੀ ਨੂੰ ਉਨੀ ਅਹਿਮੀਅਤ ਦੇਣ, ਜਿੱਦਾਂ ਹੈ ਨਾ ਜੀ। ਹੁਣ ਥੋੜ੍ਹਾ ਜਿਹਾ ਤੁਹਾਨੂੰ ਅਸੀਂ ਵਾਪਸ ਲੈ ਜਾਂਦੇ ਹਾਂ ਤੁਹਾਡੇ ਬਚਪਨ ਦੇ ਵਿੱਚ। ਕੋਈ ਤੁਹਾਡੇ ਬਚਪਨ ਦਾ ਕੋਈ ਲੋਕ ਗੀਤ ਤੁਹਾਨੂੰ ਯਾਦ ਹੋਵੇ ਜਿਹੜਾ ਤੁਸੀਂ ਹੁਣ ਵੀ ਕਦੇ ਕਦੇ ਗੁਣਗੁਣਾਉਂਦੇ ਹੋਵੋ? ਉਹਨੂੰ ਤੁਸੀਂ ਲੋਕ ਗੀਤ ਕਹਿ ਲਓ ਜਾਂ ਕੁਛ ਕਹਿ ਲਓ, ਸਾਡੇ, ਕਿਉਂਕਿ ਮੈਨੂੰ ਜਿਹੜਾ ਤਸੱਵੁਫ ਆ ਜਾਂ ਸੂਫੀਜ਼ਮ ਹੈ, ਮੈਨੂੰ ਲੱਗਦਾ ਵਿਰਾਸਤ 'ਚ ਇਸੇ ਕਰਕੇ ਮਿਲਿਆ, ਕਿਉਂਕਿ ਮੇਰਾ ਜ਼ਿਲ੍ਹਾ ਮਹਿੰਦਰ ਸਿੰਘ ਰੰਧਾਵਾ ਵਾਲਾ ਹੈ, ਤੇ ਮੈਨੂੰ ਉਸ ਪੰਜਾਬ ਦੀ ਸਭ ਤੋਂ ਵੱਡੀ ਸ਼ਖਸੀਅਤ ਉਹ ਹੀ ਲੱਗਦੇ ਨੇ। ਤੇ ਐਡਾ ਕੰਮ ਉਹਨਾਂ ਨੇ ਕੀਤਾ। ਹੁਣ ਜੇ ਤੁਸੀਂ ਕਹੋਗੇ ਯਾਰ ਉਹ ਤੇ ਬਾਹਰ ਪੜ੍ਹੇ, ਉਹ ਤੇ ਕਲੀਨ ਸ਼ੇਵਨ ਸੀ, ਜਾਂ ਉਹਨਾਂ ਨੇ ਪੰਜਾਬ ਲਈ ਕੀ ਕੀਤਾ ਹੈ ਨਾ, ਇਹ ਫਿਰ ਛੋਟੀ ਸੋਚ ਹੋ ਜਾਂਦੀ ਹੈ। ਜੇ ਤੁਸੀਂ ਉਹਨਾਂ ਦੇ ਕੰਮ ਦੇਖੋ, ਬਹੁਤ ਵੱਡੀ ਸ਼ਖਸੀਅਤ ਵਾਲੇ ਨੇ। ਪਰ ਉਹਨਾਂ ਨੇ ਜਦੋਂ ਆਪਣੀ ਸਵੈ ਜੀਵਨੀ ਲਿਖੀ, ਜਦੋਂ ਬਾਇਓਪਿਕ ਲਿਖੀ, ਤੇ ਕਹਿੰਦੇ ਕਿੱਡੇ ਸੋਹਣੇ ਨੇ ਹੁਸ਼ਿਆਰਪੁਰ ਦੇ ਪਿੰਡ, ਇੱਥੋਂ ਸ਼ੁਰੂ ਹੁੰਦੇ ਆ।
ਸੋ ਮੈਂ ਨੀਮ ਪਹਾੜੀ ਇਲਾਕਿਆਂ ਦੀ ਗੋਦ 'ਚ ਰਹਿਣ ਵਾਲਾ ਬੰਦਾ ਸੀ ਤੇ ਪਹਾੜਾਂ 'ਚ ਜਦੋਂ ਕੋਈ ਸਾਧੂ ਫਕੀਰ ਉੱਤਰ ਕੇ ਮੰਗਣ ਆਉਂਦੇ ਸੀ ਸਾਡੇ ਪਿੰਡਾਂ 'ਚ ਤੇ ਉਹ ਕਹਿਣਾ ਕਿ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿੰਬੜਾ ਤੂੰ ਮਾਣ ਨਾ ਕਰੀ ਜਿੰਦੇ ਮੇਰੀ। ਸੋ ਇਹ ਮੈਨੂੰ ਹਮੇਸ਼ਾ ਬਚਪਨ 'ਚ ਯਾਦ ਰਹਿੰਦਾ ਜਦੋਂ ਮੈਂ ਕਿਹਾ ਸੀਗਾ ਕਿ ਜੋ ਦਰ ਤੇ ਖਲੋਵੇ ਮਗਰ ਕੁਝ ਨਾ ਮੰਗੇ, ਤੁਸੀਂ ਮਾੜਾ ਬੋਲੋ ਕਹੇ ਤੁਹਾਨੂੰ ਚੰਗੇ, ਉਹ ਹੋਣੇ ਨੇ ਫੱਕਰ ਫਕੀਰੀ ਚ ਰੰਗੇ, ਜੀ ਗੌ ਨਾਲ ਤੱਕਿਓ ਭਿਖਾਰੀ ਨਹੀਂ ਹੋਣਾ, ਜੋ ਹਾਰਾਂ ਕਬੂਲੇ ਨਾ ਖੇਡਣ ਦੇ ਮਗਰੋਂ ਲੜਾਕੂ ਹੋਊ ਉਹ ਖਿਡਾਰੀ ਨਹੀਂ ਹੋਣਾ, ਜੋ ਦਾਤੇ ਲਗਾ ਕੇ ਦੋ ਚਿੱਤੀ ਚ ਪੈ ਜੇ ਵਪਾਰੀ ਹੋਏਗਾ ਜਵਾਰੀ ਨਹੀਂ ਹੋਣਾ। ਇਹ ਲਫ਼ਜ਼ ਮੇਰੇ ਤਾਂ ਹੀ ਆਏ ਸੀ। ਉਹਨਾਂ ਨੇ ਬਾਹਰ ਦਰਵਾਜ਼ੇ ਤੇ ਖੜਨਾ, ਇੱਕ ਵਾਰੀ ਤੁਹਾਡਾ ਕੁੰਡਾ ਖੜਕਾਣਾ, ਖੈਰ ਪਾਣੀ ਪਾ ਦਿਓ, ਜੇ ਤੁਸੀਂ ਕਹੋਗੇ ਜਾ ਭਾਜਾ ਕੱਲ ਵੀ ਆਇਆ ਸੀ ਤੇ ਉਹਨੇ ਕਹਿਣਾ ਅੱਛਾ ਜਿਉਂਦੇ ਰਹੋ, ਜੇ ਖੈਰ ਪਾ ਦੋਗੇ ਤਾਂ ਵੀ ਠੀਕ ਹੈ। ਇਹ ਫਕੀਰੀ ਹੈ, ਇਹ ਵਡੱਪਣ ਹੈ। ਸੋ ਇਹਨਾਂ ਤੋਂ ਮੇਰੀ ਸ਼ਾਇਰੀ ਬਣੀ ਹੈ। ਵਾਹ, ਬਹੁਤ ਖੂਬ। ਔਰ ਦੂਜੀ ਅਸੀਂ ਹੁਣ ਗੱਲ ਕਰਦੇ ਹਾਂ ਕਿ ਤੁਹਾਡਾ ਸਾਹਿਤ ਦੇ ਨਾਲ ਵੀ ਕਾਫੀ ਗੂੜਾ ਪਿਆਰ ਹੈਗਾ ਆ ਜੀ। ਸਭ ਤੋਂ ਵਧੀਆ ਲਿਖਾਰੀ ਤੁਸੀਂ ਕਿਹੜਾ ਪੜ੍ਹਿਆ ਜਾਂ ਤੇਰੀ ਮਨਪਸੰਦ ਤੁਹਾਡੀ ਕਿਤਾਬ ਕਿਹੜੀ ਹੈ? ਮਨਪਸੰਦ ਕਿਤਾਬ ਤਾਂ ਮੇਰੀ ਮਹਾਨ ਕੋਸ਼ ਹੈ ਜੀ ਵੈਸੇ, ਤਾਂ ਹੀ ਮੇਰੇ ਫੋਨ 'ਚ ਹੈ। ਅੱਛਾ ਜੀ। ਹਾਂ, ਮੈਨੂੰ ਬਹੁਤ ਚੰਗਾ, ਹਾਲਾਂਕਿ ਉਹ ਇਨਸਾਈਕਲੋਪੀਡੀਆ ਉਹ ਸ਼ਾਇਰੀ ਦੀ ਕਿਤਾਬ ਉਹਨਾਂ ਨਹੀਂ ਦੇ ਹੈ। ਕਰਤਾ ਬਾਰੇ ਵੀ ਦੱਸੋ। ਹਾਂਜੀ, ਭਾਈ ਕਾਹਨ ਸਿੰਘ ਨਾਭਾ ਹੁਣਾਂ ਨੇ ਕਿਤਾਬ ਲਿਖੀ ਸੀਗੀ, ਸਮੂਹ ਪੰਜਾਬੀਓ ਹੁਣ ਤਾਂ ਜ਼ਰਾ ਕੋ ਹੋਸ਼ ਲੈ ਆਵੋ, ਜ਼ਰੂਰਤ ਪੈਣ ਲੱਗ ਪਈ ਮਾਂ ਬੋਲੀ ਦਾ ਕੋਸ਼ ਲੈ ਆਵੋ। ਹੁਣ ਤੂੰ ਐ ਨਾ ਆਖੀ ਕਾਹਨ ਸਿੰਘ ਨਾਭੇ ਤੋਂ ਕੀ ਲੈਣਾ, ਇਹਨਾਂ ਦੇ ਯਾਰ ਰੱਬ ਵਰਗੇ ਉਹਨਾਂ ਕਾਬੇ ਤੋਂ ਕੀ ਲੈਣਾ, ਹਕੂਮਤ ਦਿਲ ਤੇ ਕਰਨੀ ਏ ਅਸਾਂ ਬਾਬੇ ਤੋਂ ਕੀ ਲੈਣਾ ਏ। ਜ਼ਰੂਰਤ ਸੋਚ ਬਦਲਣ ਦੀ ਅਤੇ ਵਿਚਾਰ ਬਦਲਣ ਦੀ, ਕਿ ਹੁਣ ਸਰਤਾਜ ਤੈਨੂੰ ਲੋੜ ਹੈ ਕਿਰਦਾਰ ਬਦਲਣ ਦੀ, ਜੀ ਇੱਕ ਨਾਨਕ ਬਥੇਰਾ ਫਿਰ ਕਿਸੇ ਬਾਬੇ ਤੋਂ ਕੀ ਲੈਣਾ, ਜਿਨ੍ਹਾਂ ਦੇ ਯਾਰ ਰੱਬ ਵਰਗੇ ਉਹਨਾਂ ਕਾਬੇ ਤੋਂ ਕੀ ਲੈਣਾ। ਭਾਈ ਕਾਹਨ ਸਿੰਘ ਨਾਭਾ ਹੁਣਾਂ ਨੇ 29 ਸਾਲ ਦੀ ਅਣਥੱਕ ਮਿਹਨਤ ਤੋਂ ਬਾਅਦ, ਉਹਨਾਂ ਜ਼ਮਾਨੇ ਜਦੋਂ ਇੰਟਰਨੈਟ ਗੂਗਲ ਕੁਛ ਨਹੀਂ ਸੀ ਹੁੰਦਾ, ਸਾਰੇ ਜਹਾਨ ਦੀ ਮਤਲਬ ਕਿ ਇਕੱਠੀ ਕਰਨੀ ਨੌਲੇਜ ਤੇ ਉਹਨੂੰ ਇੱਕ ਸਾਹ ਤੇ ਪਰੋਣਾ, ਤੇ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ, ਧਨੀ ਰੰਗ ਚਾਤਰਿਕ ਸਾਹਿਬ ਨੇ ਛਾਪੀ ਸੀ, ਪਹਿਲੀ ਪ੍ਰੈਸ ਲੱਗੀ ਸੀ, ਤੇ ਉਹਦੇ ਵਿੱਚ ਫਾਰਸੀ ਵੀ ਹੈ ਜੀ, ਅਰਬੀ ਵੀ ਹੈ, ਸੰਸਕ੍ਰਿਤ ਵੀ ਹੈ, ਇੰਗਲਿਸ਼ ਵੀ ਹੈ ਤੇ ਗੁਰਮੁਖੀ ਵੀ ਹੈ। ਇੰਨੀਆਂ ਸਾਰੀਆਂ ਜ਼ਬਾਨਾਂ ਇਕੱਠੀਆਂ ਛਾਪਣੀਆਂ, ਇਹ ਆਪਣੇ ਆਪ 'ਚ ਬਹੁਤ ਵੱਡਾ ਉਪਰਾਲਾ ਸੀ। ਸਜਦੇ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਇੰਨੀਆਂ ਮਿਹਨਤਾਂ ਕੀਤੀਆਂ। ਪਰ ਜਦੋਂ ਸ਼ਾਇਰੀ ਦੀ ਗੱਲ ਆਉਂਦੀ ਆ ਤੇ ਤੁਸੀਂ ਜਿੱਥੋਂ ਮਰਜ਼ੀ, ਚਾਹੇ ਨਾਨਕ ਸ਼ਾਇਰ ਇਹ ਕਹਿਤਾ ਹੈ ਤੋਂ ਸ਼ੁਰੂ ਹੋ ਜਾਓ ਤੁਸੀਂ, ਤੇ ਫਿਰ ਬਾਬਾ ਵਾਰਿਸ ਸ਼ਾਹ ਸਾਹਿਬ ਦੀ ਹੀਰ ਜਦੋਂ ਪੜ੍ਹਦੇ ਹੋ ਕਿ ਆਵੇ ਮਹਿਕ ਉਹਨਾਂ ਦੇ ਲੀੜਿਆਂ 'ਚੋਂ ਜਿਹੜੇ ਮਜਲਸੀ ਹੋਣ ਤਾਰ ਦੇ ਜੀ, ਸੋਬਤ ਨੇਕ ਦੀ ਨੇਕ ਬਣਾ ਦਿੰਦੀ ਔਗਣ ਹਾਰ ਬੇਲੀ ਔਗਣ ਹਾਰ ਦੇ ਜੀ। ਇੱਕ ਮੇਰੀ ਕਵਿਤਾ ਹੈ, ਜੇ ਤੁਹਾਡੇ ਕੋਲ ਥੋੜਾ ਜਿਹਾ ਵਕਤ ਹੈ ਮੈਂ ਸੁਣਾਉਣੀ ਚਾਹੁੰਦਾ, ਜਿਨ੍ਹਾਂ ਸ਼ਾਇਰਾਂ ਤੋਂ ਮੈਂ ਮੁਤਾਸਿਰ ਹੋਇਆ, ਪ੍ਰਭਾਵਿਤ ਹੋ ਕੇ ਸ਼ਾਇਰੀ ਕੀਤੀ ਕਿ ਗਲਤੀ ਹੋ ਗਈ ਮੈਥੋਂ ਖੁਦ ਨੂੰ ਸ਼ਾਇਰ ਕਹਿ ਬੈਠਾ, ਮੇਰੇ ਵਰਗੇ ਤਾਂ ਸ਼ਾਇਰਾਂ ਦੀਆਂ ਜੁੱਤੀਆਂ ਝਾੜਦੇ, ਕੀ ਕੋਈ ਬੈਠ ਸੁਣਾਵੇ ਆਲਿਮ ਫਾਜ਼ਿਲ ਲੋਕਾਂ ਨੂੰ, ਉੱਚੀਆਂ ਸੋਚਾਂ ਵਾਲੇ ਪੜ੍ਹ ਕਾਗਜ਼ ਨੂੰ ਪਾੜਦੇ। ਜਦ ਮੈਂ ਪੜ੍ਹਿਆ ਵਾਰਸ ਅਸਲੀ ਸ਼ੌਹਰ ਸਲੇਟੀ ਦਾ, ਉਹਨੇ ਹੀਰ ਨੂੰ ਫੜ ਲੜ ਰਾਂਝੇ ਦੇ ਲਾਇਆ, ਕੀਕਣ ਅੰਗ ਅੰਗ ਨੂੰ ਲਫ਼ਜ਼ਾਂ ਵਿੱਚ ਪਰੋਂਦਾ ਏ, ਉਹ ਮਖਦੂਮ ਦਾ ਆਲਾ ਸ਼ਾਗਿਰਦ ਕਹਾਇਆ, ਬੁੱਲਾ ਖੁਦ ਕਹਿੰਦਾ ਏ ਚੁੱਲਾ ਮੈਥੋਂ ਚੰਗਾ ਏ, ਪਰ ਮੈਂ ਡੁੱਲਾ ਉਹਦਾ ਇਲਮ ਹਕਾਨੀ ਜਾਣ ਕੇ, ਉਹ ਅਬਦੁੱਲਾ ਪੁੱਤ ਮੁਹੰਮਦ ਜੀ ਦਰਵੇਸ਼ ਦਾ, ਜਿਹਨੇ ਡੇਰਾ ਲਾਇਆ ਵਿੱਚ ਕਸੂਰੀ ਆਣ ਕੇ। ਇੱਕ ਕੋਈ ਮੀਰਪੁਰੇ ਦਾ ਸ਼ਾਇਰ ਨੇੜੇ ਜੇਲਮ ਦੇ, ਜਿਹਦਾ ਨਾਮ ਮੁਹੰਮਦ ਬਖਸ਼ ਆਖਦੇ ਮੀਆਂ, ਕਿੱਸਾ ਸੈਫ ਮਲੂਕ ਦਾ ਵੱਡਾ ਸਾਰੀ ਦੁਨੀਆ ਤੋਂ, ਜਿਹਨੇ ਕਥਾ ਸੁਣਾਈਆਂ ਮਿਸਰ ਸੁਲੇਮਾਂ ਦੀਆਂ। ਇੱਕ ਜੀ ਕਰਦਾ ਸਿਫਤ ਸੁਣਾਵਾਂ ਕਾਦਰ ਯਾਰ ਦੀ, ਉਹਦੇ ਵਰਗਾ ਕਿਸਨੇ ਲਿਖਣਾ ਏ ਜੰਗਨਾਮਾ, ਉਹਨੇ ਸਿਰਜੇ ਐਸੇ ਨਕਸ਼ ਬਹਾਦਰ ਸਿੰਘਾਂ ਦੇ, ਮੈਂ ਰਣਜੀਤ ਸਿਉ ਸਰਕਾਰ ਤੋਂ ਸਦਕੇ ਜਾਵਾਂ। ਓਏ ਭਗਵਾਨ ਸਿਆਂ ਵੇ ਤੇਰੀ ਹੀਰ ਕਮਾਲ ਦੀ, ਕੀਕਣ ਜੋੜੇ ਛੰਦ ਕਵਿਤ ਮੈਨੂੰ ਵੀ ਦੱਸ ਜਾਵੇ, ਜੀਕਣ ਖੇਤ ਕਪਾਹ ਵਿੱਚ ਡੰਗੀ ਭਾਬੋ ਸਹਿਤੀ ਦੀ, ਸੁਣ ਸ਼ਾਇਰਾ ਬਣ ਕੇ ਨਾਗ ਰਵਾਨੀ ਦਾ ਮੈਨੂੰ ਵੀ ਦੱਸ ਜਾਵੇ। ਇੱਕ ਸੀ ਸਭਨਾਂ ਦਾ ਜਰਨੈਲ ਕਵੀਸ਼ਰ ਰਜਬ ਅਲੀ, ਜੋੜੇ ਛੰਦ 72 ਕਲੀਏ ਕੰਢੇ ਨਹਿਰ ਦੇ, ਸਾਦਾ ਬੋਲੀ ਤੋਂ ਦਿਲ ਅਸ਼ਕੇ ਅਸ਼ਕੇ ਕਰ ਉੱਠਦਾ, ਜਿਹਨੇ ਭਾਗ ਜਗਾਤੇ ਮੋਗੇ ਵਰਗੇ ਸ਼ਹਿਰ ਦੇ। ਸੋਹਣਾ ਸ਼ਾਇਰ ਮੁੰਡਾ ਸ਼ਿਵ ਸੀ ਸ਼ਹਿਰ ਬਟਾਲੇ ਦਾ, ਜਿਹਨੇ ਬਿਰਹਾ ਨੂੰ ਕੋਈ ਰੰਗਤ ਨਵੀਂ ਚੜਾਈ। ਅੱਜ ਦਾ ਹਰ ਕੋਈ ਗਾਇਕ ਉਸਦੀ ਰਚਨਾ ਗਾ ਕੇ ਰੁਤਬੇ ਪਾਉਂਦਾ, ਉਸਨੇ ਦੇਖ ਪੰਜਾਬੀ ਦੁਨੀਆ ਵਿੱਚ ਪਹੁੰਚਾਈ। ਨਹੀਂ ਜੀ ਕਰਦਾ ਇੱਥੇ ਨਾਮ ਲਈਏ ਸਰਤਾਜ ਦਾ, ਉਹਦੇ ਕੋਲ ਤਾਂ ਨਾ ਰਾਜ ਹੈ ਨਾ ਤਾਜ ਹੈ, ਰੱਖੀ ਪਰਦੇ ਮੇਰੀ ਬੇਅਕਲੀ ਤੇ ਸਾਈਆਂ ਵੇ ਲੱਜ ਪਾਲੀ, ਤੇਰੇ ਹੱਥੀਂ ਹੀ ਹੁਣ ਇਸ ਬੰਦੇ ਦੀ ਲਾਜ ਹੈ। ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ। ਔਰ ਜਦੋਂ ਸਤਿੰਦਰ ਨੇ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਿਆ, ਉਦੋਂ ਕਿਹੜੇ ਪੰਜਾਬੀ ਗਾਇਕ ਨੇ ਉਹਨੂੰ ਪ੍ਰਭਾਵਿਤ ਕੀਤਾ? ਖਾਨ ਸਾਹਿਬ ਜੀ, ਨੁਸਰਤ ਸਾਹਿਬ ਨੂੰ ਮੈਂ ਪਤਾ ਨਹੀਂ ਜਦੋਂ ਪਹਿਲੀ ਵਾਰੀ ਸੁਣਿਆ
ਤੇ ਮੈਂ 10ਵੀਂ ਸੀਗਾ। ਮੈਂ ਸਾਡੇ ਨਾਨਕੇ ਪਿੰਡ, ਸਾਡਾ ਜਿਹੜਾ ਉੱਥੇ ਜਲੰਧਰ ਦੇ ਵਿੱਚ ਲੁਟੇਰਾ ਕਲਾ ਪਿੰਡ ਹੈ ਜੀ, ਇੱਕ ਛੋਟਾ ਜਿਹਾ ਪਿੰਡ ਆ, ਤੇ ਉੱਥੋਂ ਅਸੀਂ ਜਲੰਧਰ ਜਾਂਦੇ ਹੁੰਦੇ ਸੀ ਸਾਈਕਲ ਤੇ ਕੈਂਟ ਸੰਗੀਤ ਵਿਸ਼ਾਰਦ ਦਾ ਕਲਾਸਾਂ ਲਾਉਣ। ਸਰਦਾਰ ਲਖਵੀਰ ਸਿੰਘ ਹੁਣੀ, ਮੈਂ ਉਹਨਾਂ ਨੂੰ ਆਪਣੇ ਪਹਿਲੇ ਉਸਤਾਦ ਮੰਨਦਾ ਜਿਨ੍ਹਾਂ ਨੇ ਮੈਨੂੰ ਗੁੜਤੀ ਦਿੱਤੀ ਹੈ ਮੌਸੀਕੀ ਦੀ। ਉਹਨਾਂ ਦੇ ਕਮਰੇ 'ਚ ਉਦੋਂ ਕੈਸਟਾਂ ਚੱਲਦੀਆਂ ਸੀ ਤੇ ਉਹਨਾਂ ਨੇ ਗਾਣਾ ਲਾਇਆ, ਨੁਸਰਤ ਫਤਿਹ ਅਲੀ ਖਾਨ। ਮੈਂ ਪਹਿਲੀ ਵਾਰੀ ਨਾਮ ਸੁਣਿਆ ਤੇ ਉਸ ਤੋਂ ਪਹਿਲਾਂ ਤਾਂ ਰੇਡੀਓ ਤੇ ਮਾਨਕ ਸਾਹਿਬ ਜਾਂ ਸਾਰੇ ਇਹ ਚੱਲਦੇ ਹੁੰਦੇ ਸੀਗੇ ਤੇ ਮੈਨੂੰ ਲੱਗਾ ਯਾਰ ਇਦਾਂ ਵੀ ਗਾਉਂਦਾ ਹੁੰਦਾ ਕੋਈ। ਕਿਹੜਾ ਗੀਤ ਸੁਣਿਆ ਤੁਸੀਂ, ਯਾਦ ਤੁਹਾਨੂੰ ਕੁਛ? ਖਾਨ ਸਾਹਿਬ ਦਾ ਮੇਰੇ ਖਿਆਲ ਸੀਗਾ ਉਹ ਸਾਵਨ ਕੇ ਭੇਗੇ ਰਾਤੋਂ ਮੇਂ जब फूल खिले बरसातों में, जब छेड़े हुआ बातों में, मैनू यादां तेरियां आउंदियां ने। उस तो बाद मैं कहा यार मैनू इन्हां ने होर गाने सुनाओ। फिर उन्होंने सुनाया बड़ियां क्लासिकल मौसीकी दियां कवालियां। मैनू उन्हां दी एक कवाली ते मैनू लगदा उस तो खूबसूरत दुनिया ते कंपोजिशन अज नहीं बनी अज तक। वो की है, इंज विछड़े मुड़ नहीं आए, इंज विछड़े मुड़ नहीं आए, जानी दूर गए इंज विछड़े। वाह, ਥੈਟਫੋਰਡ ਦੀ ਗੱਲ ਚੱਲੀ ਸੀ ਵਿਚਕਾਰ ਜਿਹੇ, ਤੇ ਜਦੋਂ ਤੁਸੀਂ ਪਹਿਲੀ ਵਾਰੀ ਦਲੀਪ ਸਿੰਘ ਦੀ ਸਮਾਧ ਤੇ ਗਏ ਜੀ, ਕੀ ਮਹਿਸੂਸ ਕੀਤਾ ਜਾ ਕੇ ਉੱਥੇ? ਉਹ ਜਿਹੜਾ ਮੇਰਾ ਗੀਤ ਹੈ ਜੀ ਦਰਦਾਂ ਵਾਲਾ ਦੇਸ, ਉਹ ਥੈਟਫੋਰਡ ਦੀ ਸਮਾਧ ਪਹਿਲੀ ਵਾਰੀ ਦੇਖਣ ਤੋਂ ਬਾਅਦ ਹੀ ਲਿਖਿਆ ਸੀਗਾ। ਮੈਂ 2 ਅਕਤੂਬਰ 2010 ਨੂੰ ਪਹਿਲੀ ਵਾਰੀ ਬਰਤਾਨਵੀ ਸਰਜ਼ਮੀਨ ਤੇ ਕਦਮ ਰੱਖਿਆ। 22 ਅਕਤੂਬਰ ਨੂੰ ਵਾਪਸ ਚਲ ਗਿਆ ਸੀ। 20 ਦਿਨਾਂ ਦਾ ਟੂਰ ਸੀ ਤੇ ਇੱਕ ਦਿਨ ਮੈਨੂੰ ਮੌਕਾ ਮਿਲਿਆ ਇੱਥੋਂ ਬਰਮਿੰਘਮ ਤੋਂ। ਤੁਸੀਂ ਜਦੋਂ ਜਾਂਦੇ ਆ, ਇੱਕ ਕਾਫੀ ਲੰਬਾ ਪਿੰਡ ਆ, ਪਰ ਤੁਸੀਂ ਪਹੁੰਚੇ ਤੇ ਮੈਂ ਦੇਖਿਆ ਇੱਕ ਸੁੰਨੀ ਸਮਾਧ ਪਈ ਹੈ। ਤੇ ਜੇ ਐਡੀ ਵੱਡੀ ਸ਼ਾਨੋ ਸ਼ਾਹਤ, ਤਖਤਾਂ ਦੇ ਮਾਲਕ ਕਿੰਨਾ ਵੀਰਾਨ ਜਗ੍ਹਾ ਤੇ ਪਏ ਨੇ, ਔਰ ਉਹਨਾਂ ਦੀ ਤੁਸੀਂ ਕਹਾਣੀ ਸੁਣੀ, ਪੜ੍ਹੀ, ਦੇਖੀ, ਤੁਹਾਨੂੰ ਲੱਗਿਆ ਕਿ ਇਸ ਮਿੱਟੀ, ਇਸ ਕਿਸਮਤ ਡਾਢੀ ਹੱਥੋਂ ਬੜੇ ਖੁਆਰ ਹੋਏ, ਅਸੀਂ ਮਿੱਟੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ, ਕਿੰਜ ਰੁੜਿਆ ਇਹ ਫਰਜ਼ੰਦ ਕਿਸੇ ਦਰਬਾਰ ਦਾ, ਉਹਦੀ ਰੂਹ ਵਿੱਚ ਰਲ ਗਿਆ ਨੂਰ ਉਹਦੀ ਸਰਕਾਰ ਦਾ, ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ, ਹਮਦਰਦੋ ਮੈਨੂੰ ਉਸ ਜ਼ਮੀਨ ਤੇ ਲੈ ਜਾਣਾ, ਫਿਰ ਨਹੀਂ ਤੇ ਮੇਰਾ ਖਾਬ ਅਧੂਰਾ ਰਹਿ ਜਾਣਾ। ਸੋ ਮੈਨੂੰ ਮਿਲਿਆ ਨਹੀਂ ਕੋਈ ਸ਼ਖਸ ਮੇਰੇ ਇਤਬਾਰ ਦਾ, ਮੇਰੀ ਰੂਹ ਵਿੱਚ ਰਲ ਗਿਆ। ਇਹ ਫਿਰ ਜਿਹੜਾ ਬਲੈਕ ਪ੍ਰਿੰਸ ਜਾਂ ਕਾਲਾ ਰਾਜਕੁਮਾਰ ਹੈ, ਉਹਦਾ ਨੀਂਹ ਪੱਥਰ ਫਿਰ ਕਦੋਂ ਰੱਖਿਆ ਗਿਆ? ਤੁਹਾਡੀ ਸਮਾਧ ਤੇ ਫੇਰੀ ਤੋਂ ਬਾਅਦ ਕਿ ਪਹਿਲੋਂ ਹੀ? ਇਹ ਕੋਇਨਸੀਡੈਂਸਲੀ ਜਦੋਂ ਮੈਂ ਆਇਆ, ਸਰਦਾਰ ਹਰਮਿੰਦਰ ਸਿੰਘ ਰਾਣਾ ਹੋਣੀ ਮਹਾਰਾਜਾ ਦਲੀਪ ਸਿੰਘ ਦੀ ਫਾਊਂਡੇਸ਼ਨ ਦੇ ਕਰਤਾ ਧਰਤਾ ਨੇ, ਤੇ ਉਸ ਤਰ੍ਹਾਂ ਇੱਧਰੋਂ ਸਰਾਵਾਂ ਗਈਆਂ। ਕੈਲੀਫੋਰਨੀਆ 'ਚ ਜਿਹੜੀ ਸਿੱਖ ਕਮਿਊਨਿਟੀ ਆ, ਉਹਨਾਂ ਦਾ ਬਹੁਤ ਵੱਡਾ ਹੱਥ ਹੈ ਜੀ ਲਾਸ ਐਂਜਲਸ ਫਿਲਮ ਇੰਡਸਟਰੀ ਦੇ ਵਿੱਚ। ਕਈ ਤੁਸੀਂ ਦੇਖੋ ਨਵੰਬਰ ਮੈਨਿਕ ਪੀਅਰਸ ਬ੍ਰੋਸਨਨ ਜਿਹੜੇ ਕਿ W007 ਜੇਮਸ ਬੌਂਡ ਦਾ ਕਿਰਦਾਰ ਕਰਦੇ ਆ, ਉਹਨਾਂ ਦੀ ਇੱਕ ਫਿਲਮ ਦਾ ਮੇਨ ਪ੍ਰੋਡਿਊਸਰ ਸਰਦਾਰ ਜੀ ਸੀਗੇ। ਕਦੀ ਤੁਸੀਂ ਟਾਈਟਲ ਨਹੀਂ ਪੜ੍ਹਦੇ ਕਿਉਂਕਿ ਮੇਕਰਸ ਹੀ ਪੜ੍ਹਦੇ ਆ ਉਹਨਾਂ ਚੀਜ਼ਾਂ ਨੂੰ। ਸੋ ਉੱਧਰ ਰਾਵਾਂ ਚੱਲੀਆਂ ਕਿ ਸਕ੍ਰਿਪਟ ਤੇ ਕੰਮ ਹੋ ਰਿਹਾ ਔਰ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਤੇ ਬਾਇਓਪਿਕ ਬਣਨੀ ਆ। ਉਸ ਤੋਂ ਪਹਿਲਾਂ ਗੁਰਿੰਦਰ ਚੱਡਾ ਜੀ ਕਾਫੀ ਅਰਸੇ ਤੋਂ ਤਕਰੀਬਨ ਕੰਮ ਕਰ ਰਹੇ ਸੀ, 8 ਜਾਂ 10 ਸਾਲ ਤੋਂ। ਤੇ ਉਹਨਾਂ ਨੇ ਪਰ ਦੇਖਿਆ ਕਿ ਕਿਉਂਕਿ ਉਹਨਾਂ ਦੀ ਫਿਲਮਾਂ ਦੀ ਜਿਹੜੀ ਰੰਗਤ ਹੁੰਦੀ ਆ, ਖੁਸ਼ਨੁਮਾ ਆ, ਹੈਪੀ ਆ, ਜਾਂ ਬਹੁਤ ਹੀ ਲਾਈਟ ਫਿਲਮ ਹੁੰਦੀਆਂ ਸੀ। ਉਹਨਾਂ ਨੇ ਜਦੋਂ ਰਿਸਰਚ ਕਰਕੇ ਆਖਿਰ ਤੇ ਪਹੁੰਚੇ ਤੇ ਮੈਨੂੰ ਕਹਿੰਦੇ ਕਿ ਮੈਨੂੰ ਲੱਗਦਾ ਉਹਨਾਂ ਦਾ ਅੰਤ ਜਿਹੜਾ ਬੜਾ ਦੁਖਦਾਈ ਸੀ ਤੇ ਮੈਂ ਇਹੋ ਜਿਹੀਆਂ ਫਿਲਮਾਂ ਬਣਾ ਨਹੀਂ ਸਕਦੀ। ਸੋ ਉਹਨਾਂ ਨੇ ਇਸ ਕਰਕੇ ਉਹ ਫਿਲਮ ਨਹੀਂ ਸੀ ਬਣਾਈ। ਪਰ ਜਦੋਂ ਉਹਨਾਂ ਨੇ ਹੁਣ ਪ੍ਰੀਮੀਅਰ ਸਾਡਾ ਲੰਡਨ ਹੋਇਆ ਤੇ ਅਸੀਂ ਗੁਰਿੰਦਰ ਜੀ ਨੂੰ ਇਨਵਾਈਟ ਕੀਤਾ, ਈਵਨ ਆਸ਼ੂਤੋਸ਼ ਗਵਾਰੀਕਰ ਸਾਹਿਬ ਜਿਹੜੇ ਕਿ ਲਗਾਨ ਫਿਲਮ ਵਰਗੀ ਜਿਨ੍ਹਾਂ ਨੇ ਡਾਇਰੈਕਟ ਕੀਤੀ ਹੈ ਫਿਲਮ, ਉਹਨਾਂ ਨੇ ਦੇਖੀ ਤੇ ਗੁਰਿੰਦਰ ਜੀ 10 ਮਿੰਟ ਕੈਮਰੇ ਤੇ ਬੋਲੇ। ਮੈਨੂੰ ਕਹਿੰਦੇ ਸਰਤਾਜ ਨੂੰ ਲਿਆਓ, ਮੈਂ ਉਹਦਾ ਹੱਥ ਫੜ ਕੇ ਨਾਲ ਕੈਮਰੇ ਤੇ ਬੋਲਣਾ। ਤੇ ਬੜੀਆਂ ਉਹਨਾਂ ਨੇ ਅਸੀਸਾਂ ਦੁਆਵਾਂ ਵੀ ਦਿੱਤੀਆਂ, ਐਡੀ ਤਾਰੀਫ ਕੀਤੀ। ਕਹਿੰਦੇ ਕਿ ਮੈਨੂੰ ਨਹੀਂ ਸੀ ਲੱਗਦਾ ਕਿ ਮਹਾਰਾਜਾ ਦਲੀਪ ਸਿੰਘ ਨੂੰ ਤੁਸੀਂ ਇਸ ਤਰ੍ਹਾਂ ਦਾ ਖੂਬਸੂਰਤ ਹਿਊਮਨ ਐਂਗਲ ਦੇ ਦੋਗੇ। ਤੁਸੀਂ ਕੀ, ਅਸੀਂ ਮਹਾਰਾਜਾ ਨੂੰ ਹਮੇਸ਼ਾ ਮਹਾਰਾਜਾ ਕਹਿੰਦੇ ਆ ਜਾਂ ਉਹਨੂੰ ਰਣਜੀਤ ਸਿੰਘ ਦਾ ਪੁੱਤ ਕਹਿੰਦੇ ਆ, ਕਦੀ ਉਹਨੂੰ ਬੰਦਾ ਨਹੀਂ ਸਮਝਿਆ ਸੀ ਕਿ ਯਾਰ ਉਹ ਵੀ ਕਿਸੇ ਮਾਂ ਦਾ ਵੀ ਪੁੱਤ ਆ, ਉਹਦਾ ਸ਼ਾਦੀ ਵੀ ਹੋਈ ਆ, ਉਹਦੇ ਬੱਚੇ ਵੀ ਨੇ, ਉਹ ਉਸ ਤਰ੍ਹਾਂ ਵੀ ਸੋਚ ਸਕਦਾ, ਉਹਦੇ ਆਪਣੇ ਅਰਮਾਨ ਕੀ ਸੀ। ਜਦੋਂ ਤੁਸੀਂ ਬੰਦੇ ਨੂੰ ਬੰਦੇ ਦੀ ਨਜ਼ਰ ਨਾਲ ਦੇਖੋਗੇ ਤਾਂ ਤੁਹਾਨੂੰ ਤਕਰੀਬਨ ਕੋਈ ਗਲਤ ਨਹੀਂ ਲੱਗਦਾ। ਮੇਰੀ ਜ਼ਿੰਦਗੀ 'ਚ ਮੈਂ ਸਭ ਤੋਂ ਵੱਡੀ ਚੀਜ਼ ਹੀ ਇਹ ਸਿੱਖੀ ਹੈ, ਜਦੋਂ ਕੋਈ ਤੁਹਾਨੂੰ ਗਾਲ ਕੱਢਦਾ ਤਾਂ ਤੁਸੀਂ ਇੱਕ ਵਾਰੀ ਇਹ ਸੋਚ ਕੇ ਦੇਖ ਲਓ ਕਿ ਯਾਰ ਇਹਨੇ ਕੱਢੀ ਕਿਉਂ ਹੋਊਗੀ, ਤੁਹਾਡੀ ਲੜਾਈ ਨਹੀਂ ਹੁੰਦੀ ਬੇਸਿਕਲੀ। ਸੋ ਇਸ ਕਰਕੇ ਜਦੋਂ ਤੁਸੀਂ ਬਰੀਕੀ ਨਾਲ ਇਨਸਾਨ ਨੂੰ ਇਨਸਾਨ ਦੀ ਨਜ਼ਰ ਨਾਲ ਦੇਖੋਗੇ ਤੇ ਕਾਫੀ ਚੀਜ਼ਾਂ ਤਬਦੀਲ ਹੋ ਜਾਂਦੀਆਂ ਨੇ। ਇਸ ਤੋਂ ਪਹਿਲਾਂ ਅਸੀਂ ਇਸ ਫਿਲਮ ਬਾਰੇ ਹੋਰ ਗੱਲ ਕਰੀਏ। ਜਿਹੜਾ ਤੁਸੀਂ ਗੀਤ ਇੱਕ ਵਾਰੀ ਗਾਇਆ ਦਰਦਾਂ ਵਾਲਾ, ਉਹਨੂੰ ਥੋੜ੍ਹਾ ਹੋਰ ਤਰਨਮ ਦੇ ਵਿੱਚ ਸਾਡੇ, ਉਹ ਤੁਸੀਂ ਮੈਨੂੰ ਦੱਸਣ ਵਾਸਤੇ ਗਿਆ ਸੀ, ਹੁਣ ਦਰਸ਼ਕਾਂ ਵਾਸਤੇ ਹਾਂਜੀ ਹੋ ਜਾਵੇ।
ਕੋਈ ਸੋਗੀ ਸੁਰਖ ਸੁਨੇਹੇ ਮਿਲੇ ਹਵਾਵਾਂ ਤੋਂ, ਕੋਈ ਰੋਗੀ ਵਾਂਝਾ ਰਹਿ ਨਾ ਜਾਏ ਦੁਆਵਾਂ ਤੋਂ, ਫਿਰ ਮੱਠਾ ਪੈ ਜੂ ਦਰਦ ਕਿਸੇ ਬਿਮਾਰ ਦਾ, ਕਿ ਮੇਰੀ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ, ਮੈਨੂੰ ਦਰਦਾਂ ਵਾਲਾ ਦੇ ਸਵਾਜ਼ਾਂ ਦਾ। ਇਹ ਸਾਰੀ ਜਿਹੜਾ ਘਟਨਾਕ੍ਰਮ ਹੋਇਆ ਤੁਹਾਨੂੰ ਬੜੀ ਮਿਹਨਤ ਕਰਨੀ ਪਈ ਇਸ ਕਿਰਦਾਰ ਨੂੰ ਸਮਝਣ ਵਾਸਤੇ, ਉਹਨੂੰ ਨਿਭਾਉਣ ਵਾਸਤੇ। ਕੁਝ ਘਟਨਾਵਾਂ ਦਾ ਜ਼ਿਕਰ ਕਰਨਾ ਚਾਹੋਗੇ ਜਿਹੜੀਆਂ ਤੁਹਾਡੇ ਜ਼ਿਹਨ ਦੇ ਵਿੱਚ ਡਿਊਰਿੰਗ ਫਿਲਮ ਗੱਡੀਆਂ ਗਈਆਂ? ਹਾਂਜੀ ਹਾਂਜੀ, ਇੱਕ ਤਾਂ ਮੈਂ ਹੋਟਲ ਦੇਖਿਆ ਪੈਰੀਸੇਟ ਦੇ ਵਿੱਚ ਹੋਟਲ ਹੈ ਜਿੱਥੇ ਮਹਾਰਾਜਾ ਦੀਪ ਸਿੰਘ ਦੀ ਡੈਥ ਹੋਈ। ਮੈਂ ਉਹ ਕਮਰੇ 'ਚ ਵੀ ਜਾਣਾ ਚਾਹ ਰਿਹਾ ਸੀ ਪਰ ਉਹ ਬੁੱਕ ਸੀਗਾ, ਉਸ ਨੂੰ ਹਾਲੇ ਵੀ ਹੋਟਲ ਚੱਲਦਾ ਆ ਉਹ। ਹਾਂਜੀ, ਤੇ ਮੈਨੂੰ ਉਹ ਮਤਲਬ ਤੁਸੀਂ ਖਿੱਚ ਮਹਿਸੂਸ ਕਰਦੇ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀਆਂ ਇਹ ਸ਼ਕਤੀਆਂ ਕੰਮ ਕਰਦੀਆਂ, ਕਿਤੇ ਨਾ ਕਿਤੇ ਤੁਹਾਨੂੰ ਕੋਈ ਚੀਜ਼ ਖਿੱਚ ਪਾਉਂਦੀ ਆ। ਮੈਂ ਵੀ ਕਿਤੇ ਨਾ ਕਿਤੇ ਡੈਸਟਿਨਡ ਹੋਊਂਗਾ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਕਰਨ ਦਾ। ਇਸੇ ਕਰਕੇ ਤੁਹਾਨੂੰ ਕਾਫੀ ਲੋਕ ਕਹਿੰਦੇ ਕਿ ਤੁਹਾਡੀਆਂ ਅੱਖਾਂ ਉਹਨਾਂ ਵਰਗੀਆਂ ਨੇ, ਕੋਈ ਕਹਿੰਦੇ ਤੁਹਾਡੀ ਰੰਗਤ ਉਹਨਾਂ ਵਰਗੀ ਹੈ, ਤੁਹਾਡਾ ਚਿਹਰਾ ਉਹਨਾਂ ਵਰਗਾ, ਤੁਹਾਡੀ ਹਾਈਟ ਉਹਨਾਂ ਵਰਗੀ ਆ। ਤਾਂ ਕੋਈ ਇਸ ਤਰ੍ਹਾਂ ਕੋਈ ਨਾ ਕੋਈ ਚੀਜ਼ ਕੋਰਿਲੇਟ ਤਾਂ ਕਰਦੀ ਹੈ ਜੀ, ਕੋਈ ਨਾ ਕੋਈ ਵਿਸਮਾਦ ਤਾਂ ਹੈਗਾ ਕਿਤੇ ਨਾ ਕਿਤੇ ਜਿਹੜਾ ਵਰਕ ਕਰਦਾ, ਖਿੱਚ ਹੈਗੀ ਆ। ਸੋ ਇਸੇ ਕਰਕੇ ਅਸੀਂ ਇੰਨੀ ਸ਼ਿੱਦਤ ਨਾਲ, ਮੈਂ ਜ਼ਿੰਦਗੀ ਦੇ 5 ਸਾਲ ਇੱਕ ਫਿਲਮ ਲਈ ਦੇ ਦਿੱਤੇ। ਜੇ ਤੁਸੀਂ ਕਰੀਅਰ ਵਾਈਜ਼ ਸੋਚੋ ਤਾਂ ਇਹ ਕੋਈ ਵਾਈਜ਼ ਡਿਸੀਜ਼ਨ ਨਹੀਂ ਸੀਗਾ, ਹੈ ਨਾ, ਕਿ ਤੁਸੀਂ ਮਿਊਜ਼ਿਕ ਇੰਡਸਟਰੀ 'ਚੋਂ ਆਊਟ ਹੋ, ਤੁਸੀਂ ਐਲਬਮਸ ਨਹੀਂ ਕਰ ਰਹੇ, ਤੁਸੀਂ ਸ਼ੋਜ਼ ਨਹੀਂ ਕਰ ਰਹੇ, ਤੁਸੀਂ ਐਕਟਿੰਗ ਕਲਾਸਿਸ ਸਿੱਖਣ ਚਲੇ ਗਏ ਹੋ, ਇੰਗਲਿਸ਼ ਦੀ ਵੋਕੈਬਲਰੀ ਰਿਚ ਕਰਨ ਲਈ ਚਲੇ ਗਏ ਹੋ, ਤੁਹਾਨੂੰ ਐਕਸੈਂਟ ਮੇਨਟੇਨ ਕਰਨਾ ਪੈਣਾ ਸੀ। ਐਕਟਿੰਗ ਪਹਿਲੀ ਵਾਰੀ ਕਰ ਰਹੇ ਹੋ, ਉਹ ਵੀ ਵੱਡਿਆਂ ਐਕਟਰਾਂ ਦੇ ਨਾਲ, ਉਹ ਵੀ ਹਾਲੀਵੁੱਡ ਵਰਗੀ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ। ਪਰ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਤੁਸੀਂ ਆਪ ਮੁਹਾਰੇ ਤੁਹਾਨੂੰ ਲੈ ਕੇ ਚਲੇ ਜਾਂਦੀਆਂ ਨੇ, ਤੁਸੀਂ ਆਪ ਬੇਸ਼ੱਕ ਕਰਨਾ ਚਾਹੁੰਦੇ ਹੋ ਜਾਂ ਨਾ ਚਾਹੁੰਦੇ ਹੋ। ਸੋ ਉਹਦੇ ਵਿੱਚ ਮੈਨੂੰ ਬਹੁਤ ਸਾਰੇ ਇਹੋ ਜਿਹੇ ਐਕਸਪੀਰੀਅੰਸ ਹੋਏ, ਖਾਸ ਤੌਰ 'ਤੇ ਡਿਊਰਿੰਗ ਰਿਸਰਚ, ਕਿਉਂਕਿ ਮੈਂ ਰਿਸਰਚ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵ ਰਿਹਾ। ਮੈਨੂੰ ਵੀ ਲੱਗਦਾ ਸੀ ਕਿ ਜਿਹੜੀ ਵੀ ਗੱਲ ਹੋਵੇ ਜਾਇਜ਼ ਹੋਵੇ, ਤਾਂ ਕਿ ਮੈਂ ਕੱਲ੍ਹ ਨੂੰ ਕਿਸੇ ਸਵਾਲ ਦਾ ਜਵਾਬ ਦੇਣਾ ਹੋਵੇ ਤੇ ਮੈਨੂੰ ਪਤਾ ਹੋਵੇ। ਔਰ ਤੱਥ ਤੇ ਅੰਕੜੇ ਚਾਹੀਦੇ, ਤੱਥ ਤੇ ਅੰਕੜੇ ਚਾਹੀਦੇ। ਅਸੀਂ ਕੱਲੀ ਚੀਜ਼, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਰਦਾਰ ਜਸਜੀਤ ਸਿੰਘ ਹੋਣਾ ਦਾ ਕੈਲੀਫੋਰਨੀਆ ਤੋਂ, ਜਿਨ੍ਹਾਂ ਨੇ ਬਹੁਤ ਬਰੀਕੀ ਦੇ ਨਾਲ, ਅਸੀਂ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਦੇ ਵਿੱਚ ਬੈਠ ਕੇ, ਪੀਟਰ ਬੈਂਸ ਹੋਣੀ ਸਾਡੀ ਬਹੁਤ ਹਮਾਇਤ ਕੀਤੀ, ਹਰਵਿੰਦਰ ਸਿੰਘ ਰਾਣਾ ਹੋਣੀ, ਨਵਤੇਜ ਸਰਨਾ ਸਾਹਿਬ ਜਿਹੜੇ ਕਿ ਇੱਥੇ ਐਂਬੈਸਡਰ ਵੀ ਰਹੇ ਨੇ, ਉਹ ਕ੍ਰਿਸਟੀ ਕੈਂਪਬਲ ਸਾਡੇ ਪੈਨਲ 'ਚ ਸੀਗੇ। ਸਾਰੇ ਦੁਨੀਆ ਦੇ ਤਕਰੀਬਨ ਸਾਰੇ ਹਿਸਟੋਰੀਅਨਸ ਨੇ ਉਸ ਚੀਜ਼ 'ਚ ਵੀ, ਰਿਸਰਚ 'ਚ ਵੀ ਬਹੁਤ ਹਮਾਇਤ ਕੀਤੀ। ਔਰ ਸਾਰੇ ਅਸੀਂ ਵਡਭਾਗੀ ਹਾਂ ਕਿ ਸਮੁੱਚੇ ਜਗਤ ਦੇ ਵਿੱਚ ਜਿੱਥੇ ਜਿੱਥੇ ਲੋਕਾਂ ਨੇ ਫਿਲਮ ਦੇਖੀ, ਬਹੁਤ ਸਰਾਹਿਆ ਤੇ ਅਸੀਸਾਂ ਦਿੱਤੀਆਂ। ਇੱਕ ਤੁਹਾਡੀ ਪ੍ਰੈਮ ਨੂੰ ਦੇਖਣ ਦਾ ਮੌਕਾ ਮਿਲਿਆ ਮੈਨੂੰ ਜੀ, ਇੱਕ ਸੀਨ ਮੈਨੂੰ ਬਾਰ-ਬਾਰ ਉਹਨੇ ਮੈਨੂੰ ਯਾਦ ਦਵਾਈ। ਤੁਸੀਂ ਬੜੀ ਸ਼ਿੱਦਤ ਦੇ ਨਾਲ ਇੱਕ ਤਾਂਗ ਲੈ ਕੇ ਜਾਂਦੇ ਆ ਆਪਣੀ ਮਾਤਾ ਨੂੰ ਮਿਲਣ। ਹਾਂਜੀ ਹਾਂਜੀ। ਤੁਸੀਂ ਜਦੋਂ ਪਹੁੰਚਦੇ ਆ, ਤੁਸੀਂ ਦਰਵਾਜ਼ੇ ਵਿੱਚ ਖੜੇ ਰਹਿੰਦੇ ਆ ਜੀ, ਤੁਸੀਂ ਮਾਂ ਕੋਲ ਉਸ ਨਿੱਘ ਨਾਲ ਜਾਂ ਚਾਹਤ ਨਾਲ ਜਾਂਦੇ ਨਹੀਂ ਦੌੜ ਕੇ, ਉਹਦੇ ਪਿੱਛੇ ਤੁਹਾਨੂੰ ਕੀ ਮਹਿਸੂਸ ਹੋਇਆ? ਉਹਦੇ 'ਚ ਮੈਂ ਤੁਹਾਨੂੰ ਸਹੀ ਦੱਸਾਂ, ਸਾਡੀ ਇਸ ਗੱਲ ਤੇ ਬਹਿਸ ਵੀ ਹੋਈ ਸੀ ਜਦੋਂ ਪਹਿਲੀ ਵਾਰੀ ਇਹ ਸੀਨ ਸ਼ੂਟ ਕਰਨ ਲੱਗੇ। ਤੇ ਕਵੀ ਰਾਜ ਜੀ ਜਿਨ੍ਹਾਂ ਨੇ ਸਕ੍ਰਿਪਟ ਵੀ ਲਿਖੀ ਹੈ ਤੇ ਡਾਇਰੈਕਟ ਵੀ ਕੀਤਾ, ਸ਼ਬਾਨਾ ਜੀ, ਉਸਦਾ ਉਹ ਪਹਿਲਾ ਸੀਨ ਸੀਗਾ ਸਾਡਾ। ਤੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਸੋਹਣ ਸਿੰਘ ਸ਼ੀਤਲ ਦੀਆਂ ਤੁਸੀਂ ਪੜ੍ਹਦੇ ਹੋ, ਜਾਂ ਪੰਜਾਬੀ ਜਿੰਨਾ ਲਿਟਰੇਚਰ ਕਵੀਆਂ ਨੇ, ਕਵੀਸ਼ਰਾਂ ਨੇ, ਵਾਰਾਂ ਢਾਡੀਆਂ ਨੇ ਗਾਇਆ, ਇਤਿਹਾਸਿਕ ਜਦੋਂ ਵੀ ਗਾਇਆ ਤਾਂ ਉਹ ਕਹਿੰਦੇ ਸੀ ਕਿ ਭੁੱਬਾਂ ਮਾਰ ਕੇ ਰੋਈ ਉਹਨੇ, ਮਤਲਬ ਜੋ ਵੀ ਕੀਤਾ। ਪਰ ਜਦੋਂ ਤੁਸੀਂ ਹਿਸਟੋਰੀਕਲ ਆਸਪੈਕਟਸ ਜਾਂ ਜਿਹੜੇ ਉਦੋਂ ਦੇ ਖਰੜੇ ਕੱਢਦੇ ਹੋ, ਹਾਂਜੀ, ਉਹਨਾਂ ਵਿੱਚ ਇਸ ਚੀਜ਼ ਦਾ ਜ਼ਿਕਰ ਨਹੀਂ ਆ। ਉਹ ਕਹਿੰਦੇ ਕਿ ਉਹਨੂੰ ਖੁਆਇਸ਼ ਇੰਨੀ ਜ਼ਰੂਰ ਸੀ ਕਿ ਉਹਦੀ ਮਾਂ ਕੌਣ ਆ, ਕਿੱਥੇ ਆ, ਪਰ ਉਹਨੂੰ ਕੋਈ ਯਾਦ ਨਹੀਂ ਸੀ, ਤੇ ਨਾ ਹੀ ਉਹਦੀ ਕੋਈ ਖਿੱਚ ਸੀ, ਨਾ ਹੀ ਉਹਦੀ ਕੋਈ ਇਸ ਤਰ੍ਹਾਂ ਦੀ ਤੜਪ ਸੀ ਕਿ ਅੱਛਾ ਮਾਂ ਮੈਂ ਤੇਰੇ ਤੋਂ ਦੂਰ ਰਿਹਾ। ਕਿਉਂਕਿ ਹਿੰਦੀ ਫਿਲਮ ਇੰਡਸਟਰੀ ਨੇ ਇਹ ਚੀਜ਼ਾਂ ਬਣਾਤੀਆਂ ਕਿ ਜਦੋਂ ਕੋਈ ਮਾਂ ਨੂੰ ਮਿਲਦਾ ਤੇ ਬਹੁਤ ਹੀ ਜ਼ਿਆਦਾ ਉਸ ਕਰਕੇ। ਤੁਹਾਡੇ ਖਿਆਲ ਦੇ ਵਿੱਚ ਦਲੀਪ ਸਿੰਘ ਦੀ ਲਾਈਫ ਦੇ ਉੱਤੇ ਜਿਹੜਾ ਬਰਤਾਨਵੀ ਜਾਂ ਅੰਗਰੇਜ਼ਾਂ ਦਾ ਜਿਹੜਾ ਜੀਵਨ ਸੀਗਾ, ਉਹਦਾ ਜ਼ਿਆਦਾ ਪ੍ਰਭਾਵ ਸੀਗਾ? ਬਹੁਤ ਜ਼ਿਆਦਾ। ਉਹ ਟੋਟਲੀ ਬ੍ਰਿਟਿਸ਼ ਸੀਗੇ। ਜੇ ਤੁਸੀਂ ਉਹਨਾਂ ਦਾ ਮਤਲਬ ਕਿ ਪ੍ਰੋਪਰ ਇੰਗਲਿਸ਼ ਐਰਿਸਟੋਕ੍ਰੈਟਿਕ ਜੈਂਟਲਮੈਨ ਸੀ ਉਹ, ਕਿਉਂਕਿ ਉਹਨੂੰ ਵਿਕਟੋਰੀਆ ਹੀ ਮਾਂ ਲੱਗਦੀ ਸੀ। ਦਾ ਬਲੈਕ ਪ੍ਰਿੰਸ ਦਾ ਜੇਕਰ ਤੁਸੀਂ ਐਕਚੁਅਲ ਡਾਇਲੇਮਾ ਆਫ ਮਹਾਰਾਜਾ ਦਲੀਪ ਸਿੰਘ's ਓਨ ਸੈਲਫ ਦੇਖੋ ਨਾ, ਤੇ ਉਹ ਇਹੀ ਆ ਕਿ ਉਹ ਵੰਡਿਆ ਹੋਇਆ ਮਹਿਸੂਸ ਕਰਦਾ ਸੀ ਕਿ ਯਾਰ ਮੈਨੂੰ ਵਿਕਟੋਰੀਆ ਇਹ ਕਹਿੰਦੀ ਹੈ, ਜਿੰਦਾ ਇਹ ਕਹਿੰਦੀ ਹੈ। ਮੈਂ ਜਦੋਂ ਚਰਚ 'ਚ ਜਾਂਦਾ ਤੇ ਮੈਂ ਜੀਸਸ ਨੂੰ ਪੁੱਛਦਾ ਕਿ ਉਹ ਤੁਸੀਂ ਦੇਖੋ, ਉਹ ਪੁੱਛਦਾ ਕਿ ਆਈ ਐਮ ਸੋ ਕਨਫਿਊਜ਼ਡ, ਹੈਲਪ ਮੀ ਲਾਰਡ, ਹਨਾ, ਕਿ ਮੈਂ ਬੇਸਿਕਲੀ ਹੈ ਕਿ ਉਹ ਮਾਂ ਨੂੰ ਅੱਧੀ ਫਿਲਮ ਤੱਕ ਇਹੀ ਪੁੱਛੀ ਜਾਂਦਾ ਕਿ ਯਾਰ ਤੂੰ ਕਹਿੰਦੀ ਮੈਂ ਸਿੱਖ ਹਾਂ, ਪਰ ਮੈਂ ਤੇ ਸਾਰੀ ਜ਼ਿੰਦਗੀ, ਮੈਨੂੰ ਯਾਦ ਹੈ ਮੈਂ ਤੇ ਚਰਚ 'ਚ ਹੀ ਗਿਆ ਸਾਰੀ ਜ਼ਿੰਦਗੀ, ਤੇ ਇਹ ਵੀ ਭਲੇ ਲੋਕ ਨੇ। ਉਹਦੇ ਹਿਸਾਬ ਨਾਲ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ, ਉਹ ਕਹਿੰਦੀ ਮੈਨੂੰ ਇੰਗਲੈਂਡ ਬਾਰੇ ਦੱਸ, ਉੱਥੋਂ ਦੇ ਲੋਕ, ਉਹ ਕਹਿੰਦਾ ਸਾਰੇ ਲੋਕ ਮੇਰੇ ਨਾਲ ਬਹੁਤ ਚੰਗੇ ਨੇ, ਬਹੁਤ ਚੰਗਾ ਵਰਤਾਵ ਕਰਦੇ ਨੇ। ਤੁਹਾਨੂੰ ਇਹਦੇ ਪਿੱਛੇ ਜਿਹੜੀ ਗੋਰਿਆਂ ਦੀ ਮਾਨਸਿਕਤਾ ਹੈਗੀ ਆ ਜਾਂ ਗੋਰਿਆਂ ਦੀ ਪਾਲਿਸੀ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਬਵੀਅਸਲੀ ਦੇਖੋ, ਉਹਨਾਂ ਨੇ ਟੋਟਲੀ ਕਨਵਰਟ ਕਰਤਾ ਉਹਨੂੰ। ਤੁਸੀਂ ਦੇਖੋ, ਮਤਲਬ ਕਿ ਤੁਸੀਂ ਜਿਸ ਜ਼ਮੀਨ ਤੇ ਬੈਠੇ ਹੋ, ਇਹਨਾਂ ਲੋਕਾਂ ਨੇ ਦੁਨੀਆ ਤੇ ਰਾਜ ਕੀਤਾ, ਤੇ ਤੁਹਾਨੂੰ ਇਸ ਗੱਲ ਦਾ ਸਿੱਕਾ ਮੰਨਣਾ ਪਏਗਾ।
ਚੰਗੀ ਗੱਲ ਇਹ ਹੁੰਦੀ ਆ ਕਿ ਜਿਹੜੀ ਕਿਸੇ ਦੀ ਵਡਿਆਈ ਹੈ ਚਾਹੇ ਦੁਸ਼ਮਣ ਦੀ ਵੀ ਹੋਵੇ ਮੰਨ ਲੈਣੀ ਚਾਹੀਦੀ ਆ। ਮੈਂ ਇੱਕ ਵਾਰੀ ਗੀਤ ਲਿਖਿਆ ਕਿ ਇੱਕ ਗੱਲ ਮੰਨਣੀ ਪੈਣੀ, ਜੋ ਅੰਗਰੇਜ਼ ਕਰ ਗਏ ਨੇ ਉਹ ਰਫ਼ਤਾਰ ਤਰੱਕੀ ਵਾਲੀ ਤੇਜ਼ ਕਰ ਗਏ ਨੇ। ਉਹਨਾਂ ਦਿਆਂ ਦਿਮਾਗਾਂ ਵਿੱਚ ਹਕੂਮਤ ਦਾ ਗੁਰ ਸੀ, ਮੂੜੇ ਉੱਤੇ ਬੈਠਣ ਵਾਲੇ ਨੂੰ ਦੇ ਗਏ ਕੁਰਸੀ, ਦੇਖ ਮੁਨੀਮੀ ਫੱਟਿਆਂ ਨੂੰ ਵੀ ਮੇਜ਼ ਕਰ ਗਏ ਨੇ। ਇੱਕ ਗੱਲ ਮੰਨਣੀ ਪੈਣੀ, ਜੋ ਅੰਗਰੇਜ਼ ਕਰ ਗਏ। ਹੋਈ ਹੈਰਾਨੀ ਕਿੱਦਾਂ ਡਾਕ ਚਲਾਈ ਹੋਵੇਗੀ, ਸੋਚੋ ਜਦ ਕਿ ਪਹਿਲੀ ਚਿੱਠੀ ਆਈ ਹੋਵੇਗੀ। ਹੁਣ ਤਾਂ ਲੋਕੀ ਚਿੱਠੀਆਂ ਤੋਂ ਪਰਹੇਜ਼ ਕਰ ਗਏ ਨੇ। ਇੱਕ ਗੱਲ ਮੰਨਣੀ ਪੈਣੀ, ਜੋ ਅੰਗਰੇਜ਼ ਕਰ ਗਏ ਨੇ। ਰੇਲਾਂ ਵਾਲਾ ਜਾਲ ਦੇਖ ਅੱਖ ਖੜਦੀ ਜਾਂਦੀ ਏ, ਕਿੰਜ ਪਟੜੀ ਸਰਤਾਜ ਪਹਾੜੀ ਚੜ੍ਹਦੀ ਜਾਂਦੀ ਏ। ਉਸ ਵਕਤ ਵਿੱਚ ਕੰਮ ਹੈਰਤ ਅੰਗੇਜ਼ ਕਰ ਗਏ ਨੇ। ਇੱਕ ਗੱਲ ਮੰਨਣੀ ਪੈਣੀ, ਜੋ ਅੰਗਰੇਜ਼ ਕਰ ਗਏ ਨੇ। ਇੱਕ ਵਾਰੀ ਤਾਂ ਸਭ ਨੇ ਮੂੰਹ ਵਿੱਚ ਉਂਗਲ ਪਾਈ ਸੀ, ਉਸ ਵੇਲੇ ਨਾ ਪੁੱਛੋ ਜੀ ਜਦ ਬਿਜਲੀ ਆਈ ਸੀ। ਰੌਸ਼ਨੀਆਂ ਸੰਗ ਸ਼ਹਿਰਾਂ ਨੂੰ ਲਬਰੇਜ਼ ਕਰ ਗਏ ਨੇ। ਇੱਕ ਗੱਲ ਮੰਨਣੀ ਪੈਣੀ, ਜੋ ਅੰਗਰੇਜ਼ ਕਰ ਗਏ ਨੇ। 100-100 ਕੋਹ ਤੱਕ ਯਾਰ ਜ਼ਮੀਨਾਂ ਜਿੱਥੇ ਬੰਜ਼ਰ ਸੀ, ਹਰੀਆਂ ਭਰੀਆਂ ਫਸਲਾਂ ਤਾਂ ਖਾਬਾਂ ਦਾ ਹੀ ਮੰਜ਼ਰ ਸੀ। ਨਹਿਰਾਂ ਪੁੱਟ ਕੇ ਧਰਤੀ ਨੂੰ ਜ਼ਰਖੇਜ਼ ਕਰ ਗਏ ਨੇ। ਇੱਕ ਗੱਲ ਮੰਨਣੀ ਪੈਣੀ। ਸੋ ਇਹ ਇੰਨੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ। ਉਹਨਾਂ ਨੇ ਇਹ ਦੇਖਿਆ ਕਿ ਜਦੋਂ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਦੀ ਸ਼ਹਾਦਤ ਹੋਈ ਤੇ ਕਿੱਡਾ ਵੱਡਾ ਖਾਲਸਾ ਪੈਦਾ ਹੋਇਆ, ਕਿੱਡੀ ਵੱਡੀ ਲਹਿਰ ਪੈਦਾ ਹੋਈ। ਸੋ ਉਹਨਾਂ ਨੂੰ ਇਹ ਲੱਗਿਆ ਕਿ ਜੇਕਰ ਇਸ ਕੌਮ ਦੇ ਬੰਦਿਆਂ ਨੂੰ ਸ਼ਹੀਦ ਕਰੋਗੇ ਤੇ ਉਹ 100 ਗੁਣਾ ਹੋ ਕੇ ਫੈਲਣਗੇ। ਸੋ ਉਹਨਾਂ ਨੇ ਬਹੁਤ ਹੀ ਬ੍ਰਿਲੀਅੰਟਲੀ ਪਲੇ ਕੀਤਾ। ਉਹਨੂੰ ਮਾਰਿਆ ਨਹੀਂ, ਉਹਨੂੰ ਐਗਜ਼ਾਈਲ ਕੀਤਾ, ਉਹਨੂੰ ਇੱਥੇ ਲੈ ਕੇ ਉਹਨੂੰ ਕਹਿ ਕੇ ਤੈਨੂੰ ਚੰਗੀ ਪੜ੍ਹਾਈ ਦਿੰਦੇ ਆ। ਉਹਨੂੰ ਮਤਲਬ ਕਿ ਤੁਸੀਂ ਇਹ ਕਹਿ ਲਓ ਕਿ ਖੂਬਸੂਰਤ ਜਿਹੜੀਆਂ ਸਾਰੀਆਂ ਸਹੂਲਤਾਂ ਦਿੱਤੀਆਂ। ਇਸ ਕਰਕੇ ਤੁਸੀਂ ਆਪਣੇ ਬੱਚੇ ਨੂੰ ਕਿਸੇ ਨੂੰ ਵੀ ਇੱਦਾਂ ਕਰਕੇ ਦੇਖ ਲਓ, ਇੱਦਾਂ ਹੀ ਹੋਊਗਾ ਜੋ ਦਲੀਪ ਸਿੰਘ ਨਾਲ ਹੋਇਆ। ਕਿਉਂਕਿ ਬੱਚੇ ਦੀ ਨਰਸ਼ਿੰਗ ਜਿੱਦਾਂ ਕਰੋਗੇ ਬੱਚਾ ਉਸੇ ਤਰ੍ਹਾਂ ਦਾ ਹੋਏਗਾ। ਉਹਨੂੰ ਲੱਗਿਆ ਕਿ ਯਾਰ ਇਹ ਲੋਕ ਤਾਂ ਮੇਰੇ ਨਾਲ ਚੰਗੇ ਨੇ, ਮੈਨੂੰ ਕਿਸੇ ਨੇ ਕਦੀ ਮਾਰਿਆ ਨਹੀਂ, ਕਦੀ ਗਾਲ ਨਹੀਂ ਕੱਢੀ, ਮੈਨੂੰ ਜੋ ਮੰਗਦਾ ਦਿੰਦੇ ਆ ਤੇ ਇਹ ਤਾਂ ਬਹੁਤ ਚੰਗੇ ਲੋਕ ਨੇ। ਬੱਚੇ ਨੂੰ ਤਾਂ ਇਹੀ ਲੱਗੂਗਾ। ਪਰ ਜਦੋਂ ਤੁਸੀਂ ਉਹਦੀ ਸਾਈਕੋਲੋਜੀ ਨੂੰ ਪਿਛਲੇ ਉਹਦੇ ਪਿਛੋਕੜ ਤੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸਮਝਿਆ ਵੀ। ਜਦੋਂ ਉਹਨੂੰ ਇਹ ਮਹਿਸੂਸ ਹੋਇਆ, ਜਦੋਂ ਪਹਿਲੀ ਵਾਰੀ ਕਹਿੰਦਾ, ਜਦੋਂ ਕੁਈਨ ਵਿਕਟੋਰੀਆ ਦਾ ਇੱਕ ਸੀਨ ਹੈ ਤੁਹਾਨੂੰ ਯਾਦ ਹੋਣਾ ਕਿ ਕਹਿੰਦੀ ਐਵਰੀਥਿੰਗ ਹੈਜ਼ ਗੋਨ ਮਾਈ ਬਲੈਕ ਪ੍ਰਿੰਸ, ਤੇ ਉਹ ਖੜਾ ਹੁੰਦਾ ਕਹਿੰਦਾ ਆਈ ਐਮ ਨਾਟ ਦ ਪ੍ਰਿੰਸ। ਪਰ ਉਹਨੇ ਉੱਥੇ ਸੈਂਟੈਂਸ ਮੁਕੰਮਲ ਨਹੀਂ ਕੀਤਾ, ਉਹ ਉਹਨਾਂ ਕਹਿ ਕੇ ਬੰਦ ਕਰ ਗਿਆ ਕਿਉਂਕਿ ਉਹਦੇ ਦਿਲ 'ਚ ਕੁਈਨ ਵਿਕਟੋਰੀਆ ਬਾਰੇ ਬੇਮੁਹਾਰੀ ਸ਼ਰਧਾ ਵੀ ਸੀ, ਰਿਸਪੈਕਟ ਵੀ ਸੀ, ਮੁਹੱਬਤ ਵੀ ਸੀ। ਤੇ ਉਹ ਕਹਿੰਦਾ ਆਈ ਐਮ ਨਾਟ ਅ ਪ੍ਰਿੰਸ। ਉਹਨੇ ਇੰਨਾ ਸਿਰਫ ਕਿਹਾ, ਉਹਨੇ ਇਹ ਨਹੀਂ ਕਿਹਾ ਕਿ ਮੈਂ ਮਹਾਰਾਜਾ ਹਾਂ। ਹੌਲੀ ਹੌਲੀ ਉਹਦੀ ਜਿਹੜੀ ਬਰੇਵਰੀ ਸਾਹਮਣੇ ਆਉਂਦੀ ਆ, ਉਹ ਸਬਮਿਸਿਵ ਤੋਂ ਆਊਟਰੇਜੀਅਸ ਹੁੰਦਾ, ਆਊਟਸਪੋਕਨ ਹੁੰਦਾ, ਫਿਰ ਉਹ ਤਲਵਾਰ ਵੀ ਚਲਾਉਂਦਾ, ਫਿਰ ਉਹ ਰਸ਼ੀਆ ਵੀ ਜਾਂਦਾ, ਫਿਰ ਉਹ ਮਤਲਬ ਸਾਰੀਆਂ ਚੀਜ਼ਾਂ ਕਰਦਾ, ਕੋਸ਼ਿਸ਼ ਕਰਦਾ। ਹਾਂਜੀ, ਉਹਦੇ ਵਿੱਚ ਅਸੀਂ ਉਹੀ ਗੱਲ ਕਰਦੇ ਹਾਂ ਕਿ ਜਿਹੜੀ ਇਹ ਗੱਲ ਵਿਕਟੋਰੀਆ ਨੇ ਨਹੀਂ ਉਹਦੇ ਦਿਮਾਗ 'ਚ ਪਾਈ, ਜਿਹੜਾ ਉਹਨਾਂ ਨੇ ਤਾਣਾ ਬਾਣਾ ਬੁਣਿਆ ਸੀ ਉਹਦੇ ਵਿਕਟੋਰੀਆ ਵੀ ਤੁਸੀਂ ਕਿਤੇ ਨਾ ਕਿਤੇ ਉਹਦੇ ਲਈ ਬਹੁਤ ਸੌਫਟ ਕਾਰਨਰ ਸੀ ਵਿਕਟੋਰੀਆ ਦਾ। ਅਖੀਰ 'ਚ ਵੀ ਜਦੋਂ ਗ੍ਰੇਸ ਦੇ ਵਿੱਚ ਜਿਹੜੀ ਮੀਟਿੰਗ ਹੁੰਦੀ ਆ, ਹਾਲਾਂਕਿ ਅਸੀਂ ਕੇਨਸ ਜਿੱਥੇ ਫੈਸਟੀਵਲ 'ਚ ਗਏ ਆ ਉੱਥੋਂ ਬਹੁਤ ਨੇੜੇ ਆ ਗ੍ਰੇਸ ਜਗ੍ਹਾ, ਉਹ ਜਿੱਥੇ ਮਹਾਰਾਜਾ ਦਲੀਪ ਸਿੰਘ ਦੀ ਆਖਰੀ ਮੀਟਿੰਗ ਹੁੰਦੀ ਵਿਕਟੋਰੀਆ ਦੇ ਨਾਲ। ਤੇ ਉਹ ਉੱਥੇ ਜਾ ਕੇ ਬਹੁਤ ਮਤਲਬ ਕਿ ਨਿਹੱਥੀ ਬਹੁਤ ਹੀ ਮਹਿਸੂਸ ਕਰਦੀ ਹੈ ਕਿ ਮੈਂ ਹੁਣ ਕੁਛ ਨਹੀਂ ਕਰ ਸਕਦੀ, ਵੀ ਆਰ ਮੇਅਰ ਸਿੰਬਲਸ। ਉੱਥੇ ਬਹੁਤ ਹੀ ਖੂਬਸੂਰਤ ਡਾਇਲੋਗ ਉਹਨਾਂ ਨੇ ਲਿਖਿਆ ਹੋਇਆ ਕਿ ਅਸੀਂ ਵੀ ਹੁਣ ਮਤਲਬ ਤੂੰ ਵੀ ਇੱਕ ਆਪਣੀ ਕੌਮ ਦਾ ਸਿੰਬਲ ਬਣ ਕੇ ਰਹਿ ਗਿਆ, ਮੈਂ ਵੀ ਇੱਕ ਸਿੰਬਲ ਬਣ ਕੇ ਰਹਿ ਗਈ, ਸਾਡੇ ਹੱਥਾਂ 'ਚ ਕੁਛ ਨਹੀਂ ਰਿਹਾ। ਇਸ ਤੋਂ ਬਾਅਦ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਹੋਰ ਵੀ ਭਾਰਤੀ ਨਾਇਕ ਇਹੋ ਜਿਹਾ ਉੱਭਰਿਆ ਹੋਵੇ ਜਿਹਦੇ ਬਾਰੇ ਸੋਚ ਕੇ ਤੁਹਾਡਾ ਦਿਲ ਕਰੇ ਕਿ ਮੈਂ ਇਹਦੇ ਬਾਰੇ ਰਿਸਰਚ ਕਰਕੇ ਫਿਲਮ ਬਣਾਵਾਂ? ਮੈਨੂੰ ਰੰਧਾਵਾ ਸਾਹਿਬ ਵੀ ਚੰਗੇ ਲੱਗਦੇ ਆ, ਮੈਂ ਤੁਹਾਨੂੰ ਦੱਸਾਂ, ਪਰ ਉਹਨਾਂ ਤੇ ਪਤਾ ਨਹੀਂ ਬਹੁਤ ਔਖਾ ਹੈ ਫਿਲਮ ਤਾਂ ਕਰਨਾ, ਪਰ ਉਹਨਾਂ ਬਾਰੇ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ। ਤੇ ਜਦੋਂ ਬਟਵਾਰਾ ਹੋਇਆ ਪੰਜਾਬ ਦਾ ਤੇ ਤੁਸੀਂ ਦੇਖੋ ਇੱਧਰੋਂ ਮੁਸਲਿਮ ਲੋਕ ਮੁਜ਼ਾਹਰ ਹੋ ਕੇ ਉੱਥੇ ਗਏ, ਉੱਧਰੋਂ ਸਿੱਖ ਹਿੰਦੂ ਇੱਧਰ ਆਏ, ਗਹਿਣੇ ਗੱਟੇ ਵੀ ਚੱਕ ਲਏ, ਪੈਸੇ ਵੀ ਲੈ ਗਏ, ਜ਼ਮੀਨ ਤਾਂ ਨਹੀਂ ਜਾ ਸਕਦੇ ਸੀ। ਸੋ ਉਸ ਜ਼ਮੀਨ ਨੂੰ ਦੁਬਾਰਾ ਵੰਡਣਾ 800 ਪਟਵਾਰੀਆਂ ਦੇ ਨਾਲ 1.5 ਸਾਲ ਜਲੰਧਰ ਸ਼ਹਿਰ 'ਚ ਬੈਠ ਕੇ ਰੰਧਾਵਾ ਸਾਹਿਬ ਨੇ ਮਤਲਬ ਕਿ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾਈ। ਜਿਹਦੇ ਕੋਲ ਪਿਸ਼ਾਵਰ ਜਾਂ ਪਿੰਡੀ ਨਹਿਰ ਲਾਗੇ ਜ਼ਮੀਨ ਸੀ, ਉਹਨੂੰ ਇੱਧਰ ਆ ਕੇ ਮੋਗੇ ਜਾਂ ਕਿਤੇ ਮੁਕਤਸਰ ਕੋਲ ਨਹਿਰ ਲਾਗੇ ਦਿੱਤੀ, ਜਿਹਦੀ ਸ਼ਹਿਰ ਸੀ ਸ਼ਹਿਰ 'ਚ ਦਿੱਤੀ, ਜਿਹਦੀ ਪਿੰਡ ਸੀ ਪਿੰਡ 'ਚ ਦਿੱਤੀ। ਉਹਨਾਂ ਨੂੰ ਬਿੱਗਿਆਂ ਦੇ ਹਿਸਾਬ ਨਾਲ ਵੰਡ ਕੇ ਬੜੇ ਵੱਡੇ ਕੰਮ ਆ ਪੰਜਾਬ ਦੇ ਵਿੱਚ। ਟਰੈਕਟਰ ਲਿਆਉਣ ਵਾਲੇ ਉਹ, ਟਿਊਬਵੈੱਲ ਲਿਆਉਣ ਵਾਲੇ ਉਹ, ਖੇਤੀਬਾੜੀ ਕਰਾਉਣ ਵਾਲੇ ਉਹ, ਫੁੱਲਾਂ ਦੇ ਗੁਲਦਸਤੇ ਰੁੱਖ ਲਿਆਉਣ ਵਾਲੇ ਉਹ। ਸੋ ਐਡੀਆਂ ਵੱਡੀਆਂ ਸ਼ਖਸੀਅਤਾਂ ਨੂੰ ਅਸੀਂ ਯਾਦ ਨਹੀਂ ਕਰਦੇ, ਪਰ ਹੋਰ ਵੀ ਬਹੁਤ ਨਾਇਕ ਨੇ। ਆਈ ਵੁੱਡ ਲਵ ਟੂ ਡੂ ਸਮ। ਅਸਲ ਵਿੱਚ ਜੇ ਆਪਾਂ ਕਹਿ ਦਈਏ ਕਿ ਰੰਧਾਵਾ ਸਾਹਿਬ ਦੇ ਜ਼ਿਹਨ ਦੇ ਵਿੱਚ ਗੋਰਿਆਂ ਵਾਲੀ ਮਾਨਸਿਕਤਾ, ਦੇਸ਼ ਪਿਆਰ ਸੀਗਾ, ਪਰ ਉਹਨੇ ਪੰਜਾਬੀ ਤਰੀਕੇ ਨਾਲ ਕੀਤਾ ਉਹਨੂੰ, ਬਹੁਤ ਤਰੀਕੇ ਨਾਲ। ਹਾਂ, ਮੈਂ ਇੱਥੇ ਉਹੀ ਗੱਲ ਕਰ ਰਿਹਾ ਜਿਹੜੀ ਪਤਾ ਕੀ ਆ, ਸਾਨੂੰ ਇਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਨਹੀਂ ਲਾਉਣੀਆਂ ਚਾਹੀਦੀਆਂ ਕਿ ਵੀ ਆਰ ਪੰਜਾਬੀ, ਪੰਜਾਬੀ ਸਭ ਤੋਂ ਉੱਪਰ ਕਰੋ, ਇਹ ਕਰੋ। ਜਿੱਥੇ ਜਾਇਜ਼ ਹੈ ਕਰੋ, ਜਿੱਥੇ ਨਹੀਂ ਜਾਇਜ਼ ਮੰਨਣਾ ਚਾਹੀਦਾ ਕਿ ਨਹੀਂ ਇੱਥੇ ਇੰਗਲਿਸ਼ ਠੀਕ ਹੈ, ਨਹੀਂ ਇੱਥੇ ਉਰਦੂ ਠੀਕ ਹੈ, ਨਹੀਂ ਇੱਥੇ ਹਿੰਦੀ ਠੀਕ ਹੈ, ਇੱਥੇ ਪੰਜਾਬੀ ਠੀਕ ਹੈ। ਤੁਹਾਡੇ ਖਿਆਲ 'ਚ ਅਦਾਲਤਾਂ ਵਿੱਚ ਪੰਜਾਬੀ ਹੋਣੀ ਚਾਹੀਦੀ ਹੈ ਕਿ ਨਹੀਂ? ਜਦੋਂ ਦੇਖੋ ਇਹ ਛੋਟੀਆਂ ਅਦਾਲਤਾਂ ਜਿਹੜੀਆਂ ਹੈਗੀਆਂ, ਕੰਫਰਟ ਦੇਖਣਾ ਚਾਹੀਦਾ। ਤੁਸੀਂ ਕਿਹਨਾਂ ਲਈ ਗੱਲ ਕਰ ਰਹੇ ਹੋ? ਜੇ ਤੁਸੀਂ ਪੇਂਡੂ ਲੋਕਾਂ ਨੂੰ ਜਿਹਨੂੰ ਸਿਰਫ ਪੰਜਾਬੀ ਸਮਝਣੀ, ਉੱਥੇ ਓਬਵੀਅਸਲੀ ਪੰਜਾਬੀ ਹੋਣੀ ਚਾਹੀਦੀ ਹੈ। ਇਸ ਗੱਲ ਤੇ ਮੈਂ ਆ ਰਿਹਾ ਸੀ ਪਿੱਛੇ ਹਿੰਦੁਸਤਾਨ ਦੇ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਸਾਰੀਆਂ ਸਟੇਟਸ ਨੂੰ
ਉਹਨਾਂ ਦੀ ਲੋਕਲ ਭਾਸ਼ਾ ਦੇ ਵਿੱਚ ਉਹ ਜਿਹੜੇ ਰੂਲ ਆ ਉਹ ਦਿਖਾਉਣੇ ਚਾਹੀਦੇ, ਸਿਖਾਉਣੇ ਚਾਹੀਦੇ। ਦੇਖੋ ਜ਼ੁਬਾਨ ਕਿਸੇ ਦੀ ਕੰਫਰਟ ਲਈ ਹੈ, ਚੀਜ਼ਾਂ ਕਨਵੇ ਕਰਨ ਦੇ ਲਈ ਆ, ਹਾਂ ਉਹਦੇ ਲਈ ਨਾਰੇ ਲਾਉਣ ਦੀ ਜ਼ਰੂਰਤ ਨਹੀਂ ਆ। ਜਿਨ੍ਹਾਂ ਵਾਸਤੇ ਅਦਾਲਤਾਂ ਬਣੀਆਂ ਨੇ, ਜਿਨ੍ਹਾਂ ਵਾਸਤੇ ਕਾਨੂੰਨ ਬਣਿਆ ਉਹਨਾਂ ਉਹ ਪੰਜਾਬੀ 'ਚ ਹੋਵੇ, ਇਹ ਸਾਡੀ ਮਤਲਬ ਇੱਕ ਸੁਨੇਹਾ ਹੋਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ। ਤੇ ਤੁਹਾਡਾ ਹੁਣ ਇੱਕ ਨਵਾਂ ਜਿਹਾ ਗੀਤ ਬੜਾ ਸੋਹਣਾ ਮੈਨੂੰ ਨੂੰ ਮਿਲਿਆ, ਬਹੁਤ ਸੋਹਣੀ ਉਹਦੀ ਆਵਾਜ਼ ਆ, ਮੈਂ ਤੇ ਮੇਰੀ ਜਾਨ। ਇਹਦੀ ਪਿੱਠ ਭੂਮੀ ਬਾਰੇ ਥੋੜ੍ਹਾ ਜਿਹਾ ਦੱਸੋ। ਦੇਖੋ ਮੈਨੂੰ ਇਹ ਲੱਗਦਾ ਸੀਗਾ ਕਿ ਜਦੋਂ ਲੋਕਾਂ ਨੂੰ ਆਪਣੇ ਵਰਗਾ ਕੋਈ ਹਾਣੀ ਮਿਲ ਜਾਂਦਾ, ਚਾਹੇ ਰੂਹ ਨੂੰ ਪਰਮਾਤਮਾ ਮਿਲ ਜੇ, ਚਾਹੇ ਹਸਬੈਂਡ ਨੂੰ ਵਾਈਫ ਮਿਲ ਜਾਏ, ਚਾਹੇ ਆਸ਼ਿਕ ਨੂੰ ਮਾਸ਼ੂਕ ਮਿਲ ਜਾਏ, ਕਿਸੇ ਨੂੰ ਸਾਥੀ ਮਿਲ ਜਾਏ, ਤੇ ਉਹ ਜਦੋਂ ਇੱਕੋ ਜਿਹਾ ਹੁੰਦਾ ਤੇ ਉਹਦੀ ਜਿਹੜੀ ਰਿਸ਼ਤੇ ਦੀ ਖੂਬੀ ਆ, ਉਹਦੀ ਬਿਆਨਦਾਰੀ ਆ ਉਹ ਕਿ ਮੈਂ ਜਦੋਂ ਨੂੰ ਗੱਲਾਂ ਤਾਂ ਯਾਰ ਮੈਂ ਇਤਨੀਆਂ ਗੱਲਾਂ ਕਰਦਾ, ਮੇਰਾ ਦੋਸਤ ਵੀ ਇਹੋ ਜਿਹਾ ਕਰਦਾ, ਜਾਂ ਮੇਰਾ ਮੁੰਡਾ ਵੀ ਇਹੋ ਜਿਹਾ ਕਰਦਾ, ਜਾਂ ਮੇਰੀ ਵਾਈਫ ਵੀ ਇਹੋ ਜਿਹਾ ਕਰਦੀ ਹੈ। ਸਾਰੇ ਜਾਨ ਤੁਹਾਡੀ ਹੋ ਸਕਦੀ, ਤੁਹਾਡੀ ਅੰਮੀ ਵੀ ਤੁਹਾਡੀ ਜਾਨ ਆ, ਤੁਹਾਡਾ ਪੁੱਤ ਵੀ ਤੁਹਾਡੀ ਜਾਨ ਆ, ਤੁਹਾਡੀ ਵਾਈਫ ਵੀ ਤੁਹਾਡੀ ਜਾਨ ਆ, ਹੈ ਨਾ। ਉਹ ਕਹਿੰਦਾ ਕਿ ਮੈਂ ਤੇ ਮੇਰੀ ਜਾਨ ਸ਼ੁਦਾਈ ਇੱਕੋ ਜਾਏ, ਦੋਵੇਂ ਨਾਦਾਨ ਸ਼ੁਦਾਈ ਇੱਕੋ ਜਾਏ। ਅਸੀਂ ਲੜ ਵੀ ਲੈਂਦੇ ਹਾਂ ਪਰ ਛੇਤੀ ਬੋਲੀ ਦਾ, ਅਸੀਂ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀ ਦਾ, ਜੋ ਹਿੰਦ ਤੇ ਪਾਕਿਸਤਾਨ ਸ਼ੁਦਾਈ ਇੱਕੋ ਜਿਹਾ। ਮੁਹੱਬਤ ਤੇ ਬਰਕਰਾਰ ਆ। ਮੁਲਕ ਤਾਂ ਕਿਹਨੇ ਵੰਡਣਾ ਸੀ, ਪੰਜਾਬ ਹੀ ਵੰਡ ਹੋਇਆ, ਪੱਤੀ ਪੱਤੀ ਕਰਤਾ, ਲਾਲ ਗੁਲਾਬ ਹੀ ਵੰਡ ਹੋਇਆ, ਗੁਜਰਾਂ ਵਾਲਾ ਸੰਦਲ ਪਿੰਡੀ ਸੰਦਲ ਬਾਹਰ ਪੰਜਾਬੀ ਸੀ। ਸੋ ਇਸ ਕਰਕੇ ਜਦੋਂ ਤੁਸੀਂ ਕਿਸੇ ਸਾਊਥ ਇੰਡੀਅਨ ਨੂੰ, ਤਮਿਲਨਾਡੂ ਨੂੰ ਉਹਨੂੰ ਪੁੱਛੋਗੇ ਕਿ ਯਾਰ ਪਾਕਿਸਤਾਨ ਬਣਾਇਆ तुम्हें कोई दुख हुआ, ਉਹਨੂੰ ਨਹੀਂ ਹੋਣਾ, ਕਿਉਂਕਿ ਉਹਨਾਂ 'ਚੋਂ ਵੰਡਿਆ ਨਹੀਂ ਗਿਆ ਕੁਛ। ਸੋ ਸਾਡੀ ਸਾਂਝ ਹੀ ਵੰਡੀ ਗਈ ਆ, ਤੇ ਸਾਡੀਆਂ ਜ਼ੁਬਾਨ ਇੱਕ ਆ, ਸਾਡੀ ਰੀਤਾਂ ਰਿਵਾਜ਼ ਇੱਕ ਆ, ਅਸੀਂ ਗਾਉਂਦੇ ਇੱਕ ਤਰ੍ਹਾਂ ਆ, ਸਾਡੀ ਭਾਸ਼ਾ ਇੱਕ ਆ। ਸੋ ਇਸ ਕਰਕੇ ਜਦੋਂ ਤੁਹਾਨੂੰ ਲੱਗਦਾ, ਪਰ ਜਦੋਂ ਮੁਲਕ ਦੋ ਵੰਡ ਹੋ ਜਾਂਦੇ ਆ, ਉਹ ਦੁਬਾਰਾ ਇੱਕ ਨਹੀਂ ਹੋ ਸਕਦੇ, ਕਿਉਂਕਿ ਪੋਸੀਬਲ ਨਹੀਂ ਹੈਗਾ, ਪਰ ਸਾਂਝਾਂ ਖੁੱਲ ਸਕਦੀਆਂ, ਗੇਟ ਤਾਂ ਖੁੱਲ ਸਕਦੇ ਨੇ। ਸੋ ਮੈਂ ਉਹੀ ਕਹਿੰਦਾ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਪੰਜਾਬ ਦੀ, ਉੱਧਰ ਬੰਗਾਲ ਵੀ ਵੰਡ ਹੋਈ ਆ। ਹਾਂਜੀ। ਔਰ 3 ਜਿਹੜੇ ਨੌਜਵਾਨ ਸੀ ਸਨ 1952 ਦੇ ਵਿੱਚ ਆਪਣੀ ਭਾਸ਼ਾ ਬੰਗਾਲੀ ਨੂੰ ਬਚਾਉਣ ਵਾਸਤੇ ਉਹਨੇ ਸ਼ਹੀਦੀ ਦਿੱਤੀ, ਜਿਨ੍ਹਾਂ ਦੇ ਸਿਰ ਦੇ ਉੱਤੇ ਜਿਹੜਾ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਬਣਿਆ ਫਿਰ। ਹਾਂਜੀ। ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਰਹਿ ਗਈਆਂ ਸਤਿੰਦਰ ਵੀਰ, ਕਿ ਸਮਾਂ ਸੂਈ ਦੀ ਘੜੀ ਕਹਿੰਦੀ ਆ ਕਿ ਹੁਣ ਸਾਨੂੰ ਰੁਕਣਾ ਪੈਣਾ। ਅਖੀਰ ਦੇ ਵਿੱਚ ਦੱਸੋ ਕਿ ਜਿਹੜੇ ਆਪਣੇ ਹੁਣ ਤੁਹਾਡੇ ਬਰਤਾਨੀਆ ਵਿੱਚ ਜਿਹੜੇ ਸ਼ੋਅ ਹੋ ਰਹੇ ਹੈਗੇ ਆ, ਉਹ ਕਿੱਥੇ ਕਿੱਥੇ ਤੇ ਕਦੋਂ ਕਦੋਂ ਹੋ ਰਹੇ ਆ? ਹਾਂਜੀ, ਇਹ ਤਾਂ ਜਿਹੜੇ ਅਸੀਂ ਸ਼ਹਿਰ 'ਚ ਬੈਠੇ ਹਾਂ, ਬਰਮਿੰਗਮ, ਸੈਚਰਡੇ 3 ਮਾਰਚ ਨੂੰ ਜੀ ਸਿੰਫਨੀ ਹਾਲ ਦੇ ਵਿੱਚ ਮਜਮਾ ਲੱਗ ਰਿਹਾ, ਔਰ ਲੋਕ ਹਮੇਸ਼ਾ ਵੱਧ ਚੜ੍ਹ ਕੇ ਆਉਂਦੇ ਆ। ਇਸ ਵਾਰੀ ਵੀ ਮੈਂ ਉਮੀਦ ਕਰਦਾ। ਉਸ ਤੋਂ ਬਾਅਦ ਨੈਕਸਟ ਡੇ ਲੈਸਟਰ ਹੈ ਜੀ, ਮਨਫੋਰਡ ਹਾਲ 4 ਮਾਰਚ ਨੂੰ ਸੰਡੇ, ਤੇ ਉਸ ਤੋਂ ਬਾਅਦ ਵੁਲਵਰਹੈਂਪਟਨ ਹੈ ਜੀ 9 ਮਾਰਚ ਨੂੰ, ਤੇ ਫਿਰ 11 ਨੂੰ ਵੈਂਬਲੇ ਅਰੀਨਾ ਲੰਡਨ 11 ਮਾਰਚ ਨੂੰ, ਤੇ ਫਿਰ ਜਿਹੜਾ ਸੰਦਰਲੈਂਡ ਸਾਡਾ ਫਸਟ ਨੂੰ ਸ਼ੋਅ ਸੀਗਾ, ਉਹ ਕਿਉਂਕਿ ਸਨੋ ਪੈ ਗਈ ਹੈ, ਵੈਦਰ ਕਾਫੀ ਖਰਾਬ ਹੋ ਗਿਆ ਸੀ, ਉਹ ਅਸੀਂ 12 ਤਰੀਕ ਨੂੰ 12 ਮਾਰਚ ਨੂੰ ਕਰ ਰਹੇ ਹਾਂ। ਪਰ ਵੈਂਬਲ ਅਰੀਨਾ ਵਾਲੇ ਦਿਨ ਜਿਹੜਾ ਕਿ ਮਦਰਸ ਡੇ ਵੀ ਹੈ ਜੀ, ਸੋ ਮੈਂ ਪਿੱਛੇ ਜਿਹੇ ਜਦੋਂ ਅਸੀਂ ਉਹਦਾ ਵਾਈਟ ਬਣਾ ਰਹੇ ਸੀ ਤਾਂ ਮੈਂ ਲਿਖਿਆ ਕਿ ਅਲੱਗੂ ਜਲਸਾ ਜੀ ਵੈਂਬਲੇ ਅਰੀਨਾ ਕੇ ਮਾਰਚ 11 ਨੂੰ, ਆ ਦੇਖੀ ਨੱਚ ਨੱਚ ਆਜੂਗਾ ਪਸੀਨਾ ਕੇ ਮਾਰਚ 11 ਨੂੰ, ਬੜਾ ਸੁੱਚਾ ਜਿਹਾ ਦਿਨ ਉਹ ਅੰਮੀ ਦਾ, ਮੁੱਲ ਮੋੜ ਦੇਣਾ ਏ ਉਡੀਕ ਲੰਮੀ ਦਾ, ਕਿ ਜੋ ਮਨਾਵਾਂਗੇ ਜੀ ਮਾਵਾਂ ਦਾ ਮਹੀਨਾ ਕੇ ਮਾਰਚ 11 ਨੂੰ, ਆ ਲੱਗੂ ਜਲਸਾ ਜੀ ਵੈਂਬਲੇ ਅਰੀਨਾ ਕੇ ਮਾਰਚ 11 ਨੂੰ। ਬਹੁਤ ਖੂਬ, ਬਹੁਤ ਖੂਬ। ਅਖੀਰ ਦੇ ਵਿੱਚ ਸਤਿੰਦਰ ਜੀ, ਕਿਉਂਕਿ ਅਸੀਂ ਪ੍ਰਦੇਸ਼ਾਂ 'ਚ ਬੈਠੇ ਆ, ਪੰਜਾਬੀ ਦੀ ਗੱਲ ਕਰਦੇ ਹਾਂ, ਪੰਜਾਬੀ ਦੇ ਸਿਰ ਤੇ ਅਸੀਂ ਉੱਡਦੇ ਫਿਰਦੇ ਆ, ਪੰਜਾਬੀ ਦੀ ਭਾਸ਼ਾ ਬਾਰੇ 1-2 ਲਾਈਨਾਂ ਸੁਣਾ ਦਿਓ। ਹਾਂਜੀ, ਜਦੋਂ ਅਸੀਂ ਤੈਅ ਹੋਇਆ ਕਿ ਅਸੀਂ ਬਰਤਾਨਵੀ ਪੰਜਾਬ 'ਚ ਜਾ ਰਹੇ ਹਾਂ ਔਰ ਕੌਂਸਰਟ ਕਰਨ, ਕਿਉਂਕਿ ਸਾਡੀ ਹੁਣੇ ਇੱਕ ਐਲਬਮ ਰਿਲੀਜ਼ ਹੋਈ ਹੈ, ਸੀਜ਼ਨ ਆਫ ਸਰਤਾਜ ਮੁਹੱਬਤ ਦੇ ਮੌਸਮ, ਉਹਦੇ ਵਿੱਚ ਮੁਹੱਬਤ ਦੇ ਮੌਸਮਾਂ ਦਾ ਜ਼ਿਕਰ ਹੈ। ਦੂਸਰੀ ਗੱਲ ਸੀਗੀ ਕਿ ਇਸ ਵਾਰੀ ਅਸੀਂ ਐਲਬਮ ਨੂੰ ਇੱਕ ਨਵਾਂ ਟ੍ਰੈਂਡ ਕਹਿ ਲਓ ਜਾਂ ਤਰੀਕਾ ਦਿੱਤਾ ਕਿ ਚੇਤ ਵਿਸਾਖ ਜੇਠ ਹਾੜ ਸੌਣ ਭਾਦੋ ਅੱਸੂ ਕੱਤਕ ਪੋਹ ਮਾਘ ਫੱਗਣ, ਜਿੱਦਾਂ ਜਿੱਦਾਂ ਇਹ ਰੁੱਤਾਂ ਇਹ ਮਹੀਨੇ ਆਉਂਦੇ ਰਹਿਣਗੇ, ਉਸ ਰੁੱਤ ਮੁਤਾਬਿਕ ਜਿੱਦਾਂ ਦਾ ਮੌਸਮ ਹੁੰਦਾ ਤੇ ਉਸ ਮੌਸਮ ਦੇ ਜਿੱਦਾਂ ਤੁਹਾਡੀ ਜ਼ਹਿਨੀ ਤਬੀਅਤ 'ਤੇ ਅਸਰ ਹੁੰਦਾ, ਉਸ ਤਰ੍ਹਾਂ ਦੇ ਗੀਤ ਅਸੀਂ ਪੇਸ਼ ਕਰਾਂ। ਜਿਵੇਂ ਤੁਸੀਂ ਮੈਂ ਤੇ ਮੇਰੀ ਜਾਨ, ਉਹ ਫੱਗਣ ਦਾ ਗੀਤ ਸੀ। ਇਸ ਤੋਂ ਬਾਅਦ ਚੇਤ ਦਾ ਚੇਤ ਵਰਗਾ ਆਏਗਾ, ਵਿਸਾਖ ਦਾ ਵਿਸਾਖ ਵਰਗਾ ਆਏਗਾ। ਇਸ ਨਾਲ ਕੀ ਹੋਊਗਾ ਕਿ ਸਾਡੀ ਨਵੀਂ ਪੀੜ੍ਹੀ ਨੂੰ ਇਹ ਗੱਲਾਂ ਵੀ ਯਾਦ, ਇਹ ਦੇਸੀ ਮਹੀਨਿਆਂ ਦੇ ਨਾਮ ਵੀ ਯਾਦ ਹੋਣਗੇ। ਤੇ ਇਹ ਸਾਰੀਆਂ ਗੱਲਾਂ ਬਣਾਉਂਦੇ ਬਣਾਉਂਦੇ ਮੈਨੂੰ ਇੱਕ ਦਿਨ ਖਿਆਲ ਆਇਆ ਕਿ ਅਸੀਂ, ਕਿਉਂਕਿ ਪੰਜਾਬ ਦਾ ਨਾਮ 5 ਦਰਿਆਵਾਂ ਤੋਂ ਪਿਆ, ਸੋ ਸਾਡੇ ਦਰਿਆ ਬਹੁਤ ਅਹਿਮ ਹੈ। ਤੇ ਇੱਥੇ ਵੀ ਜਦੋਂ ਅਸੀਂ ਬਰਤਾਨਵੀ ਸਰਜ਼ਮੀਨ ਤੇ ਆਉਂਦੇ ਹਾਂ ਤੇ ਥੇਮਸ ਕਿੱਡੀ ਅਹਿਮੀਅਤ ਰੱਖਦਾ ਇਹਨਾਂ ਦੀ ਵਿਰਾਸਤ ਦੇ ਲਈ। ਤੇ ਸਾਰੇ ਦੁਨੀਆ ਦੇ ਦਰਿਆ ਜਾਂਦੇ, ਆਖਰੀ ਵਿਲੀਨ ਤਾਂ ਉਹਨਾਂ ਨੇ ਸਮੁੰਦਰ 'ਚ ਹੀ ਹੋਣਾ, ਜਿੱਦਾਂ ਜੋਤੀ ਮੈਂ ਜੋਤ ਰੰਗ ਗਈ ਰੇ। ਤੇ ਮੈਨੂੰ ਖਿਆਲ ਆਇਆ ਕਿ ਵੈਸੇ ਕਿ ਥੇਮਸ ਕਿਤੇ ਸਮੁੰਦਰ ਦੇ ਵਿੱਚ ਮਿਲਿਆ ਸਤਲੁਜ ਨੂੰ, ਥੇਮਸ ਕਿਤੇ ਸਮੁੰਦਰ ਦੇ ਵਿੱਚ ਮਿਲਿਆ ਸਤਲੁਜ ਨੂੰ,
ਸ਼ੇਕਸਪੀਅਰ ਦੇ ਲਫ਼ਜ਼ ਦੇ ਪੁੱਛਦਾ ਯਾਰ ਸੁਣਾ ਕੁਝ ਤੂੰ। ਤੇ ਸਤਲੁਜ ਕਿਹਾ ਕਿ ਘੁਲੇ ਮੇਰੇ ਵਿੱਚ ਵਾਰਸ ਬੁੱਲੇ ਨੇ, ਸ਼ਾਇਦ ਜਹੀ ਬੋਲੀ ਦੇ ਵੀ ਕੁਝ ਤੁਪਕੇ ਡੁੱਲੇ ਨੇ। ਤੇ ਥੇਮਸ ਕਹਿੰਦਾ ਮੈਂ ਸੁਣਿਆ ਸਭ ਨਹਿਰੀ ਹੋ ਗਿਆ ਏ, ਕਿਉਂਕਿ ਮੈਂ ਕਹਿਣਾ ਕਿ ਮੁੰਡਾ ਪਿੰਡ ਦਾ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ, ਪਾਣੀ 5 ਦਰਿਆਵਾਂ ਵਾਲਾ ਨਹਿਰੀ ਹੋ ਗਿਆ। ਥੇਮਸ ਕਹਿੰਦਾ ਮੈਂ ਸੁਣਿਆ ਸਭ ਨਹਿਰੀ ਹੋ ਗਿਆ ਏ, ਬੋਲੀ ਵਿਚਲਾ ਸ਼ਾਇਦ ਵੀ ਸ਼ਾਇਦ ਜ਼ਹਿਰੀ ਹੋ ਗਿਆ ਏ। ਤੇ ਸਤਲੁਜ ਆਖਿਆ ਇਸੇ ਗੱਲ ਨੂੰ ਸਾਬਿਤ ਕਰਨ ਲਈ ਇੰਗਲੈਂਡ ਵਿੱਚ ਪੰਜਾਬੀ ਦੀ ਮੁੜ ਖੁਸ਼ਬੂ ਭਰਨ ਲਈ ਫੱਗਣ ਰੁੱਤੇ ਚੜ੍ਹ ਕੇ ਵਿੱਚ ਜਹਾਜ਼ ਆ ਰਿਹਾ ਏ, ਬਣ ਕੇ ਮੇਰਾ ਸ਼ਾਹਿਦ ਹੁਣ ਸਰਤਾਜ ਆ ਰਿਹਾ ਏ, ਬਣ ਕੇ ਮੇਰਾ ਸ਼ਾਹਿਦ ਹੁਣ ਸਰਤਾਜ ਆ ਰਿਹਾ। ਬਹੁਤ ਖੂਬ ਜੀ। ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਰਹਿ ਗਈਆਂ ਸਤਿੰਦਰ ਵੀਰ, ਕੇ ਸਮਾਂ ਸੂਈ ਦੀ ਘੜੀ ਕਹਿੰਦੀ ਆ ਕਿ ਹੁਣ ਸਾਨੂੰ ਰੁਕਣਾ ਪੈਣਾ। ਜੀ ਜੀ ਜੀ। ਤੇ ਸਾਡੇ ਕੋਲ ਅਲਫਾਜ਼ ਨਹੀਂ, ਤੁਹਾਡਾ ਧੰਨਵਾਦ ਕਿਹਾ ਸੀ, ਇਹ ਸਮਾਂ ਕੱਢਿਆ ਤੁਸੀਂ, ਬੜਾ ਮੌਸਮ ਵੀ ਇਹੋ ਜਿਹਾ ਸੀਗਾ। ਹਾਂਜੀ। ਤੇ ਤੁਹਾਡੇ ਸ਼ੋਅ ਇੰਗਲੈਂਡ ਦੇ ਵਿੱਚ ਹੋ ਰਹੇ ਆ, ਉਹਦੇ ਬਾਰੇ ਅਸੀਂ ਦੱਸਦੇ ਹੀ ਰਹਿੰਦੇ ਆ। ਅੱਛਾ। ਕਾਸ਼ ਅਸੀਂ ਉਹਦੇ ਬਾਰੇ ਗੱਲ ਕਰ ਸਕਦੇ ਅੱਜ। ਜੀ। ਪਿਆਰੇ ਦਰਸ਼ਕੋ, ਜਿਵੇਂ ਕਹਿੰਦੇ ਆ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਹੁਣ ਸਾਨੂੰ ਜਿਹੜੀ ਗੱਲਬਾਤ ਆਪਣੇ ਮਨ ਦੀਆਂ ਜਿਹੜੀਆਂ ਇੱਛਾਵਾਂ ਇੱਥੇ ਰੁਕਣੀਆਂ ਪੈਣੀਆਂ। ਤੇ ਆਓ ਅਸੀਂ ਇੱਕ ਵਾਰੀ ਸਤਿੰਦਰ ਵੀਰ ਦਾ ਬਹੁਤ ਧੰਨਵਾਦ ਕਰੀਏ। ਫਿਰ ਸਮਾਂ ਮਿਲਿਆ ਤਾਂ ਫਿਰ ਇਹਨਾਂ ਨਾਲ ਬੁਲਾ ਕੇ ਅਸੀਂ ਅਗਲੀਆਂ ਗੱਲਾਂ ਕਰਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।